ਕਿ ਬੱਚਿਆਂ ਨੂੰ ਇਹ ਐਜੂਕੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਰਿਸ਼ਤੇ ਜੀਏ ਕਿੱਦਾਂ ਜਾਂਦੇ ਆ, ਰਿਸ਼ਤੇ ਨਿਭਾਏ ਕਿੱਦਾਂ ਜਾਂਦੇ ਆ, ਪੇਸ਼ੈਂਸ ਕਿਹੜੀ ਚਿੜੀ ਦਾ ਨਾਂ ਹੈ ਵੀ। ਕਿਸੇ ਵੀ ਪੈਰੈਂਟ ਨੂੰ ਜੇ ਬੱਚੇ ਦੀ ਕੋਈ ਪ੍ਰੋਬਲਮ ਆ ਰਹੀ ਹੋਵੇ ਤਾਂ ਉਹਦੇ 'ਚ ਇੰਨੀ ਕਪੈਸਿਟੀ ਹੋਣੀ ਚਾਹੀਦੀ ਉਸ ਚੀਜ਼ ਨਾਲ ਡੀਲ ਕਰ ਸਕੇ ਜੀ। ਤੇ ਜਦੋਂ ਤੱਕ ਤੁਹਾਨੂੰ ਆਪਣੀ ਟੀਮ ਨੂੰ ਮੈਨੇਜ ਨਾ ਕਰਨਾ ਆਏ, ਤੁਸੀਂ ਆਪਣਾ ਬਿਜ਼ਨਸ ਨਹੀਂ ਰਨ ਕਰ ਸਕਦੇ। ਜਦੋਂ ਕੋਈ ਬੰਦਾ ਤੁਹਾਡੇ ਨਾਲ ਮਿਸਬਿਹੇਵ ਕਰ ਰਿਹਾ ਜਾਂ ਕੋਈ ਸਿਚੁਏਸ਼ਨ, ਤੁਹਾਨੂੰ ਇਹ ਸਮਝ ਲੱਗ ਜਾਣੀ ਵੀ ਇਹਦੇ ਅੰਦਰ ਵੀ ਉਹੀ ਚੱਲ ਰਿਹਾ ਜੋ ਮੇਰੇ ਅੰਦਰ ਚੱਲ ਰਿਹਾ। ਕਿ ਜਿਹੜੇ ਲੋਕਾਂ ਨੇ ਬਹੁਤ ਵੱਡੇ ਵੱਡੇ ਜ਼ੁਰਮ ਵੀ ਕੀਤੇ ਆ ਦੁਨੀਆ ਦੇ ਵਿੱਚ, ਬਹੁਤ ਗਲਤ ਕੰਮ ਵੀ ਕੀਤੇ ਆ, ਉਹਨਾਂ ਦੇ ਪਿੱਛੇ ਵੀ ਕੋਈ ਰੀਜ਼ਨ ਸੀ। ਈਵਨ IFS ਮਾਡਲ ਦੇ ਨਾਲ ਸਿਰਫ ਮਾਨਸਿਕ ਰੋਗ ਨਹੀਂ ਦੂਰ ਹੋਏ ਲੋਕਾਂ ਦੇ, ਕਈ ਲੋਕਾਂ ਨੂੰ ਬਹੁਤ ਲਾਈਫ ਲੌਂਗ ਰੋਮੇਟਾਇਡ ਆਰਥਰਾਈਟਸ ਸੀਗਾ, ਉਹਨਾਂ ਦੀਆਂ ਜੋੜਾਂ ਦੀਆਂ ਦਰਦਾਂ ਸੀਗੀਆਂ। ਹਾਂਜੀ, ਇਸ ਥੈਰੇਪੀ ਤੋਂ ਬਾਅਦ ਬਿਲਕੁਲ ਖਤਮ ਹੋ ਗਈਆਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ ਦੋਸਤੋ। ਅੱਜ ਦਾ ਇਹ ਜਿਹੜਾ ਸਪੈਸ਼ਲ ਐਪੀਸੋਡ ਕਰਨਾ ਅਸੀਂ, ਇਹ ਭੈਣ ਸ਼ੈਲੀ ਹੁਣੀ ਸਾਡੇ ਨਾਲ ਨੇ ਅਤੇ ਪੇਰੈਂਟਿੰਗ ਕੋਚ ਨੇ। ਇਹ ਜਿਵੇਂ ਆਪਣੇ ਭਾਈਚਾਰੇ ਦੇ ਵਿੱਚ, ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ। ਚਾਹੇ ਕਈ ਵਾਰੀ ਐਂ ਹੁੰਦਾ ਵੀ ਬੱਚੇ ਕਹਿੰਦੇ ਵੀ ਸਾਡੇ ਮਾਂ ਬਾਪ ਸਾਨੂੰ ਸਮਝਦੇ ਨਹੀਂ ਹੈਗੇ, ਜਾਂ ਸੇਮ ਟਾਈਮ 'ਤੇ ਮਾਂ ਬਾਪ ਨੂੰ ਵੀ ਇਹ ਚੀਜ਼ ਹੁੰਦੀ ਆ ਵੀ ਬੱਚੇ ਸਾਡੀ ਗੱਲ ਨਹੀਂ ਸੁਣਦੇ ਜਾਂ ਸਾਡੀ ਗੱਲ ਸਮਝਦੇ ਨਹੀਂ, ਕਿਉਂਕਿ ਅਸੀਂ ਇੰਨੀ ਸਟਰਗਲ ਕੀਤੀ ਆ, ਜਾਂ ਉਹ ਸਾਡੀ ਸਟਰਗਲ ਦਾ ਜਿਵੇਂ ਕਹਿੰਦੇ ਗੁਣ ਨਹੀਂ ਜਾਣਦੇ। ਅਤੇ ਇਹ ਵੀ ਇੱਕ ਟੋਪਿਕ ਹੈਗਾ ਵਾ। ਮੈਂ ਭੈਣ ਹੁਣਾਂ ਨੂੰ ਪੁੱਛਣਾ, ਪਹਿਲਾਂ ਥੋੜ੍ਹਾ ਜਿਹਾ ਐਕਸਪਲੇਨ ਕਰੋ ਜਿਹੜੇ ਟੋਪਿਕ ਬਾਰੇ ਅੱਜ ਆਪਾਂ ਗੱਲ ਕਰ ਰਹੇ ਹਾਂ। ਬੜੇ ਲੰਬੇ ਸਮੇਂ ਤੋਂ ਤੁਸੀਂ ਇਸ ਫੀਲਡ ਦੇ ਵਿੱਚ ਜੁੜੇ ਹੋਏ ਹੋ, ਥੋੜ੍ਹੀ ਜਿਹਾ ਆਪਣੇ ਬਾਰੇ ਦੱਸੋ ਅਤੇ ਥੋੜ੍ਹਾ ਜਿਹਾ ਟੋਪਿਕ ਬਾਰੇ ਦੱਸੋ ਪਲੀਜ਼। ਹਾਂਜੀ, ਮੈਂ ਅੱਜ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਜੀ, ਮੈਂ ਐਜ਼ ਏ ਪੈਰੈਂਟਿੰਗ ਕੋਚ ਕਮਿਊਨਿਟੀ ਦੇ ਵਿੱਚ ਕਾਫੀ ਸਾਲ ਤੋਂ ਕੰਮ ਕਰ ਰਹੀ ਹਾਂ ਅਤੇ ਕਾਫੀ ਜ਼ਿਆਦਾ ਲੈਕਚਰਸ ਵਗੈਰਾ ਵੀ ਦਿੱਤੇ ਆ ਜੀ। ਅਤੇ ਇਹ ਮੇਰੀ ਪੈਸ਼ਨ ਹੈ ਕਿ ਕਿਸੇ ਵੀ ਪੈਰੈਂਟ ਨੂੰ ਜੇ ਬੱਚੇ ਦੀ ਕੋਈ ਪ੍ਰੋਬਲਮ ਆ ਰਹੀ ਹੋਵੇ ਤਾਂ ਉਹਦੇ 'ਚ ਇੰਨੀ ਕਪੈਸਿਟੀ ਹੋਣੀ ਚਾਹੀਦੀ ਉਸ ਚੀਜ਼ ਨਾਲ ਡੀਲ ਕਰ ਸਕੇ ਜੀ। ਅਤੇ ਹੁਣ ਅੱਜ ਜਿਹੜਾ ਮੈਂ ਟੋਪਿਕ ਡਿਸਾਈਡ ਕੀਤਾ ਆ ਕਿ ਮੈਂ ਤੁਹਾਡੇ ਨਾਲ ਉਸ ਬਾਰੇ ਗੱਲ ਕਰਨਾ ਚਾਹੁੰਦੀ ਹਾਂ ਜੀ, ਇਹਨੂੰ IFS ਮਾਡਲ ਕਹਿੰਦੇ ਆ। ਸੋ ਇੰਟਰਨਲ ਫੈਮਿਲੀ ਸਿਸਟਮ ਮਾਡਲ ਜੀ। ਹਾਂਜੀ, ਅਤੇ ਇਸ ਥੋੜ੍ਹੇ ਜਿਹੇ ਸੰਖੇਪ ਵਿੱਚ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਇਸ ਮਾਡਲ ਦਾ ਮਤਲਬ ਇਹ ਹੈ ਕਿ ਤੁਸੀਂ ਜਦੋਂ ਇਸ ਮਾਡਲ ਨੂੰ ਚੰਗੀ ਤਰ੍ਹਾਂ ਸਮਝ ਕੇ ਆਪਣੇ ਆਪ 'ਤੇ ਕੰਮ ਕਰੋਗੇ ਤਾਂ ਉਹਦੇ ਨਾਲ ਤੁਹਾਡਾ ਆਪਣਾ ਅੰਦਰ ਤੁਹਾਨੂੰ ਆਪਣੇ ਆਪ ਦੀ ਇੰਨੀ ਜ਼ਿਆਦਾ ਸਮਝ ਪੈ ਜਾਏਗੀ ਕਿ ਫਿਰ ਹੁਣ ਬੱਚਿਆਂ ਦੀ ਨਾਲ ਟੈਕਲ ਕਰਨਾ ਬਹੁਤ ਸੌਖਾ ਹੋ ਜਾਏਗਾ। ਅਤੇ ਆਈ ਥਿੰਕ ਇਹ ਸਾਰੇ ਪੇਰੈਂਟਸ ਦਾ ਇੱਕ ਡਰੀਮ ਹੈ ਕਿ ਉਹਨਾਂ ਨੂੰ ਪਤਾ ਲੱਗ ਜਾਏ ਕਿ ਆਪਣੇ ਬੱਚਿਆਂ ਨਾਲ ਡੀਲ ਕਿਵੇਂ ਕਰਨਾ। ਜੀ, ਜਦੋਂ ਤੁਸੀਂ ਮਤਲਬ ਪਹਿਲਾਂ ਇਹ ਸਮਝਾਓ ਵੀ ਇੰਟਰਨਲ ਫੈਮਿਲੀ, ਜਦੋਂ ਇਹ ਵਰਡ ਆ, ਇਹਦੇ ਵਿੱਚ ਜਿਹੜੀ ਉਹ ਫੈਮਿਲੀ ਵਰਡ ਦਾ ਮਤਲਬ ਕੀ ਆ? ਇਹਦਾ ਮਤਲਬ ਇਹ ਹੈ ਜੀ, ਜਿਵੇਂ ਇੰਟਰਨਲ ਫੈਮਿਲੀ ਸਿਸਟਮ ਦਾ ਮਤਲਬ ਤੁਹਾਡੇ ਘਰ ਦੀ ਫੈਮਿਲੀ ਨਹੀਂ ਹੈ ਜੀ। ਇਹਦਾ ਮਤਲਬ ਹੈ ਕਿ ਜਿਹੜੀ ਤੁਹਾਡੀ ਸਾਈਕੀ 'ਚ, ਤੁਹਾਡੇ ਮਨ ਦੇ ਵਿੱਚ ਇੱਕ ਫੈਮਿਲੀ ਹੈ, ਇੰਟਰਨਲ ਫੈਮਿਲੀ ਸਿਸਟਮ। ਸੋ ਇੱਕ ਕਨਸੈਪਟ ਹੁੰਦਾ ਸੀ, ਬੜੇ ਸਾਲਾਂ ਤੋਂ ਚੱਲਿਆ ਆ ਰਿਹਾ ਸੀ ਕਿ ਆਪਣਾ ਇੱਕ ਮਨ ਹੈ ਜੀ, ਹੈ ਨਾ, ਕਿ ਆਪਾਂ ਇੱਕ ਮਨ ਹੋ ਕੇ ਕੰਮ ਕਰੋ, ਇੱਕ ਦਿਲ ਨਾਲ ਕੰਮ ਕਰੋ। ਪਰ ਕਈ ਵਾਰੀ ਤੁਸੀਂ ਦੇਖਿਆ ਹੋਣਾ ਕਿ ਆਪਾਂ ਕੋਈ ਕੰਮ ਕਰਨ ਲੱਗਦੇ ਹਾਂ ਅਤੇ ਆਪਾਂ ਕਹਿੰਦੇ ਹਾਂ ਕਿ ਇੱਕ ਤਾਂ ਜੀਅ ਕਰਦਾ ਇੱਦਾਂ ਕਰ ਲਾ ਅਤੇ ਦੂਜਾ ਜੀਅ ਕਰਦਾ ਇੱਦਾਂ ਕਰ ਲਾ, ਕਨਫਿਊਜ਼ਡ। ਜੀ। ਅਤੇ ਆਪਾਂ ਸਮਝਦੇ ਸੀ ਕਿ ਉਹ ਗਲਤ ਗੱਲ ਆ। ਉਹ ਗਲਤ ਗੱਲ ਨਹੀਂ ਆ। ਹਾਂਜੀ, ਅਸਲ ਵਿੱਚ ਹੁਣ ਰਿਸਰਚ ਨੇ ਅਪਰੂਵ ਕਰਤਾ ਕਿ ਆਪਣਾ ਮੋਨੋ ਮਾਈਂਡ ਦਾ ਕਨਸੈਪਟ ਸੀਗਾ ਕਿ ਜਿਹੜਾ ਸਿੰਗਲ ਮਾਈਂਡ ਹੁੰਦਾ ਉਹ ਟਰੂ ਨਹੀਂ ਆ। ਓਕੇ। ਆਪਣੇ ਅੰਦਰ ਮਲਟੀਪਲ ਮਾਈਂਡਸ ਹੈਗੇ, ਹਾਂਜੀ, ਬਹੁਤ ਸਾਰੇ ਮਨ ਹੈਗੇ ਆ। ਅਤੇ ਜੇ ਕਿਤੇ ਅਸੀਂ ਉਹ ਮਨ ਓਪਰੇਟ ਕਿਵੇਂ ਕਰਦੇ ਆ ਅਤੇ ਅਸੀਂ ਉਹਨਾਂ ਨੂੰ ਕਿੱਦਾਂ ਉਹਨਾਂ ਦੇ ਨਾਲ ਟੈਕਲ ਕਰਨਾ। ਇਟਸ ਲਾਈਕ ਜਿਵੇਂ ਤੁਸੀਂ ਜੋਬ ਕਰ ਰਹੇ ਹੋਵੋ ਭਾਈ ਸਾਹਿਬ, ਅਤੇ ਤੁਹਾਡੀ ਇੱਕ ਟੀਮ ਹੋਵੇ ਜੀ, ਅਤੇ ਜਦੋਂ ਤੱਕ ਤੁਹਾਨੂੰ ਆਪਣੀ ਟੀਮ ਨੂੰ ਮੈਨੇਜ ਨਾ ਕਰਨਾ ਆਏ, ਤੁਸੀਂ ਆਪਣਾ ਬਿਜ਼ਨਸ ਨਹੀਂ ਰਨ ਕਰ ਸਕਦੇ। ਸਹੀ ਗੱਲ ਆ। ਇਸੇ ਤਰ੍ਹਾਂ ਆਪਣੇ ਮਨ ਦੇ ਅੰਦਰ ਇੱਕ ਪੂਰੀ ਟੀਮ ਬਣੀ ਹੋਈ ਆ। ਓਕੇ। ਅਤੇ ਜੇ ਸਾਨੂੰ ਉਸ ਟੀਮ ਦੇ ਨਾਲ ਟੈਕਲ ਨਾ ਕਰਨਾ ਆਏ ਤਾਂ ਫਿਰ ਆਪਾਂ ਆਪਣੇ ਆਪ ਨੂੰ ਨਹੀਂ ਟੈਕਲ ਕਰ ਸਕਦੇ, ਅਤੇ ਜੇ ਆਪਾਂ ਆਪਣੇ ਆਪ ਨੂੰ ਨਹੀਂ ਕਰ ਸਕਦੇ ਤਾਂ ਬੱਚਿਆਂ ਨੂੰ ਤਾਂ ਡੈਫੀਨੇਟਲੀ ਨਹੀਂ ਕਰ ਸਕਦੇ। ਓਕੇ। ਅਤੇ ਅਤੇ ਇਹਦੀ ਪ੍ਰੋਸੈਸ ਕੀ ਹੁੰਦੀ ਹੈ ਜੀ? ਮਤਲਬ ਇਹ ਵੀ ਕੋਈ ਟੈਕਨੀਕ ਹੈ ਜਾਂ ਕਿਵੇਂ ਹੋ ਸਕਦਾ ਸਾਰਾ ਕੁਛ? ਡੈਫੀਨੇਟਲੀ ਜੀ, ਇਹ ਟੈਕਨੀਕ ਹੈ। ਪਹਿਲਾਂ ਤਾਂ ਸਭ ਤੋਂ ਪਹਿਲਾ ਸਟੈਪ ਤਾਂ ਇਹੀ ਹੈ ਕਿ ਇਸ ਚੀਜ਼ ਦੀ ਅਵੇਅਰਨੈਸ ਹੋਵੇ ਜੀ ਕਿ ਇੰਟਰਨਲ ਫੈਮਿਲੀ ਸਿਸਟਮ ਹੈ ਕੀ ਹੈ। ਸੋ ਪਹਿਲਾ ਸਟੈਪ ਤਾਂ ਮੈਂ ਇਹੀ ਦੱਸਿਆ ਕਿ ਸਾਨੂੰ ਸਾਰਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਸਾਡੇ ਅੰਦਰ ਦੀ ਟੀਮ, ਆਪਣੀ ਬਾਣੀ 'ਚ ਇੱਕ ਸਲੋਕ ਆਉਂਦਾ ਜੀ, ਉਹ ਸਲੋਕ ਦੇ ਵਿੱਚ ਹੈਗਾ ਕਿ ਜਿਹੀ ਪਿੰਡੇ ਤੇਹੀ ਬ੍ਰਹਮੰਡੇ। ਇੱਕ ਉਹ ਵੀ ਮਨ ਜੀਤੇ ਜਗ ਜੀਤੇ, ਸਿਮਿਲਰ।
ਯੈਸ ਸਿਮਿਲਰ ਹੈਗਾ ਜੀ, ਪਰ ਥੋੜਾ ਜਿਹਾ ਇਹਦਾ ਮਤਲਬ ਡਿਫਰੈਂਟ ਆ। ਜਿਹੀ ਪਿੰਡੇ ਤੇਹੀ ਬ੍ਰਹਮੰਡੇ ਦਾ ਮਤਲਬ ਕਿ ਜੋ ਤੁਹਾਡੇ ਅੰਦਰ ਹੈ ਉਹੀ ਤੁਹਾਨੂੰ ਬਾਹਰ ਦਿਸ ਰਿਹਾ। ਹਾਂ, ਇਹ ਜੇ ਬੰਦਾ ਅੰਦਰੋਂ ਖੁਸ਼ ਹੈ ਤੇ ਉਹਨੂੰ ਸਾਰੀ ਦੁਨੀਆ, ਮੇਰਾ ਪਰਸਨਲ ਐਕਸਪੀਰੀਅੰਸ ਹੋਇਆ ਵਾ ਵੀ ਪਿਛਲੇ ਆੜ ਨੂੰ ਹੁਣ ਤੱਕ ਮੈਂ ਜਿਵੇਂ ਗੱਲ 15-16 ਕਿਲੋ ਦੇ ਆਸ-ਪਾਸ ਵਜਨ ਮੈਂ ਲੂਜ਼ ਕੀਤਾ ਅਤੇ ਮੈਂ ਸਵੇਰੇ ਕਦੇ ਉੱਠਿਆ ਨਹੀਂ ਸੀ। ਮੈਂ 10 ਸਾਲ ਮੈਨੂੰ ਇੱਥੇ ਹੋ ਗਏ। ਮੇਰਾ 10:30 ਵਜੇ 11 ਵਜੇ ਮੇਰਾ ਕੰਮ ਸ਼ੁਰੂ ਹੁੰਦਾ ਸੀਗਾ। ਅੱਧੇ ਘੰਟੇ ਪਹਿਲਾਂ ਉੱਠ ਕੇ ਮੂੰਹ ਧੋ ਕੇ ਆਪਣਾ ਕੰਮ 'ਤੇ ਪਹੁੰਚ ਜਾਈਦਾ ਸੀਗਾ। ਹੁਣ ਮੈਂ 6-6:30 ਵਜੇ ਉੱਠ ਰਿਹਾ। ਮੈਨੂੰ ਇਹ ਲੱਗੀ ਜਾਂਦਾ ਵੀ ਮੈਂ ਨੱਚੀ ਜਾਵਾਂ। ਇਹਨੂੰ ਇਹ ਫੀਲ ਹੋਈ ਜਾਂਦਾ ਵਾ। ਸੋ ਉਹੀ ਮੇਰਾ ਕਹਿਣ ਦਾ ਮਤਲਬ ਹੈ ਕਿ ਜੇ ਤੁਹਾਡਾ ਅੰਦਰ ਫਰਜ਼ ਕਰ ਲਓ, ਜੇ ਤੁਹਾਡੀ ਅੰਦਰ ਦੀ ਟੀਮ ਹੈ ਜਿਹੜੀ ਤੁਹਾਡੇ ਅੰਦਰ ਤੁਹਾਨੂੰ ਪਰਮਾਤਮਾ ਨੇ ਦਿੱਤੀ ਹੈ, ਜੇ ਉਸ ਟੀਮ ਨੂੰ ਤੁਹਾਨੂੰ ਮੈਨੇਜ ਨਹੀਂ ਕਰਨਾ ਆਇਆ ਤਾਂ ਫਿਰ ਤੁਸੀਂ ਸਮਝ ਲਓ ਕਿ ਤੁਸੀਂ ਆਪਣੀ ਲਾਈਫ ਦੇ ਵਿੱਚ ਵੀ ਬਾਹਰ ਕਿਸੇ ਨੂੰ ਮੈਨੇਜ ਨਹੀਂ ਕਰ ਪਾਓਗੇ। ਸੋ ਇਹਦੇ 'ਤੇ ਟਾਈਮ ਲਗਾਉਣ ਦੀ ਲੋੜ ਆ। ਅਤੇ ਜੇ ਤੁਸੀਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ ਤਾਂ ਮੈਂ ਇੱਦਾਂ ਕਹਿ ਸਕਦੀ ਹਾਂ ਕਿ ਉਸ ਟੀਮ ਦੇ 3 ਹਿੱਸੇ ਆ ਜੀ। ਸੋ ਮੈਂ ਉਹਦੇ ਤੁਹਾਨੂੰ ਇੰਗਲਿਸ਼ 'ਚ ਵੀ ਨਾਂ ਦੱਸ ਦਿੰਦੀ ਹਾਂ ਅਤੇ ਫਿਰ ਉਹ ਪੰਜਾਬੀ ਕਰਨ ਦੀ ਵੀ ਪੂਰੀ ਕੋਸ਼ਿਸ਼ ਕਰੂੰਗੀ ਜੀ। ਉਹਦੇ ਵਿੱਚੋਂ ਇੱਕ ਟੀਮ ਦੇ ਇੱਕ ਹਿੱਸੇ ਨੂੰ ਆਪਾਂ ਕਹਿ ਦਿੰਦੇ ਹਾਂ ਐਗਜ਼ਾਈਲ। ਓਕੇ। ਐਗਜ਼ਾਈਲ ਦਾ ਮਤਲਬ ਹੈਗਾ ਕਿ ਜਿਵੇਂ ਕੋਈ ਬੰਦਾ ਕਿਸੇ ਨੂੰ ਆਪਣੇ ਕੰਟਰੀ ਤੋਂ ਕੱਢ ਦਿੱਤਾ ਜਾਏ ਅਤੇ ਉਹਨੂੰ ਕਹਿ ਦਿੱਤਾ ਜਾਏ ਵੀ ਹੁਣ ਤੂੰ ਇੱਥੇ ਨਹੀਂ ਰਹਿ ਸਕਦਾ, ਹੁਣ ਤੂੰ ਕਿਤੇ ਹੋਰ ਜਾ ਕੇ ਰਹਿ। ਓਕੇ। ਇਜ਼ ਇਟ ਲਾਈਕ ਸਮਥਿੰਗ ਸਿਮਿਲਰ ਟੂ ਮਤਲਬ ਜਿਹੜੇ ਨੈਗੇਟਿਵ ਥੋਟਸ ਨੂੰ ਬਾਹਰ ਕੱਢ ਦਿੰਦੇ ਆ ਉਹਦੇ ਨਾਲ ਕਿ ਅਲੱਗ ਕਨਸੈਪਟ ਹੈ? ਨਹੀਂ ਜੀ, ਇਹ ਡਿਫਰੈਂਟ ਹੈ ਜੀ। ਓਕੇ। ਇਹ ਟੋਟਲੀ ਡਿਫਰੈਂਟ ਆ ਅਤੇ ਮੈਂ ਹੁਣ ਇਹਦੇ ਐਕਸਪਲੇਨੇਸ਼ਨ 'ਚ ਵੀ ਜਾਊਂਗੀ। ਜੀ। ਅਤੇ ਫਿਰ ਉਸ ਤੋਂ ਬਾਅਦ ਆਉਂਦੇ ਪ੍ਰੋਟੈਕਟਰਸ। ਹਾਂਜੀ। ਸੈਕਿੰਡ ਹਿੱਸਾ ਹੈਗਾ ਪ੍ਰੋਟੈਕਟਰਸ ਅਤੇ ਫਿਰ ਹੈਗਾ ਫਾਇਰ ਫਾਈਟਰਸ। ਓਕੇ। ਇਹ 3 ਹੈਗੇ ਆ। ਪ੍ਰੋਟੈਕਟਰ ਤਾਂ ਤੁਸੀਂ ਸਮਝ ਗਏ ਹੋਵੋਗੇ, ਜਿਹੜੇ ਤੁਹਾਨੂੰ ਬਚਾਉਣ ਦਾ ਕੰਮ ਕਰਦੇ ਆ, ਅਤੇ ਫਾਇਰ ਫਾਈਟਰ ਜਿਹੜੇ ਤੁਹਾਡੇ ਅੰਦਰ ਦੀ ਮਤਲਬ ਫਾਈਟ ਫॉर ਯੂ ਰਾਈਟ। ਅਤੇ ਹੁਣ ਇਹਨਾਂ ਦਾ ਮਤਲਬ ਕੀ ਹੈ? ਐਗਜ਼ਾਈਲਸ ਉਹ ਹੈਗੇ ਆ ਕਿ ਜਿਵੇਂ ਬਚਪਨ 'ਚ ਕਿਤੇ ਛੋਟੇ ਹੁੰਦਿਆਂ ਆਪਾਂ ਕੋਈ ਟ੍ਰੈਜਡੀ ਦੇਖੀ, ਹਾਂਜੀ, ਰਾਈਟ। ਉਹ ਟ੍ਰੈਜਡੀ ਕੋਈ ਵੀ ਹੋ ਸਕਦੀ ਹੈ ਕਿਸੇ ਦੀ ਲਾਈਫ ਦੇ ਵਿੱਚ। ਜੇ ਆਪਾਂ ਉਹ ਟ੍ਰੈਜਡੀ ਦੇਖੀ ਤਾਂ ਉਸ ਟਾਈਮ 'ਤੇ ਕੁਛ ਇੱਦਾਂ ਦਾ ਹੋਇਆ ਕਿ ਸਾਡੇ ਅੰਦਰ ਦਾ ਜਿਹੜਾ ਉਹ ਪਾਰਟ ਸੀਗਾ, ਜਿਵੇਂ ਲੈਟਸ ਸੇ ਇਹ ਪਾਰਟ ਅਪ ਟੂ 30 ਹੋ ਸਕਦੇ ਕਿਸੇ ਦੇ ਅੰਦਰ ਨਾ, ਹਾਂਜੀ, ਹਰ ਇੱਕ ਦੇ ਅੰਦਰ 10 ਵੀ ਹੋ ਸਕਦੇ, 15 ਵੀ, ਪਰ 30 ਤੱਕ ਇਹ ਹਿੱਸੇ ਤੁਹਾਡੇ ਅੰਦਰ ਹੋ ਸਕਦੇ ਆ। ਉਹ ਜਿਹੜਾ ਇੱਕ ਹਿੱਸਾ ਸੀ ਤੁਹਾਡਾ ਇੰਨਾ ਜ਼ਿਆਦਾ ਡਰ ਗਿਆ ਅਤੇ ਉਹਨੂੰ ਲੱਗਾ ਵੀ ਹੁਣ ਇੱਦਾਂ ਦੀ ਚੀਜ਼ ਮੈਨੂੰ ਦੁਬਾਰਾ ਕਦੀ ਨਾ ਦੇਖਣ ਨੂੰ ਮਿਲੇ। ਓਕੇ, ਰਾਈਟ। ਅਤੇ ਉਸ ਚੀਜ਼ ਤੋਂ ਤੁਹਾਨੂੰ ਬਚਾਉਣ ਲਈ ਤੁਹਾਡੇ ਮਨ ਨੇ ਇੱਕ ਪ੍ਰੋਟੈਕਟਰ ਖੜਾ ਕਰਤਾ, ਇੱਕ ਬੈਰੀਅਰ ਲੱਗ ਗਿਆ, ਇੱਕ ਬੈਰੀਅਰ ਲੱਗ ਗਿਆ। ਹਾਂਜੀ। ਹੁਣ ਜਿਹੜਾ ਹਿੱਸਾ ਡਰ ਗਿਆ ਸੀ ਉਹਨੂੰ ਆਪਾਂ ਐਗਜ਼ਾਈਲ ਕਵਾਂਗੇ। ਉਹਨੇ ਪ੍ਰੋਟੈਕਟਰ ਨੇ ਐਗਜ਼ਾਈਲ ਨੂੰ ਇੱਕ ਕੈਦ ਵਿੱਚ ਪਾਤਾ ਵੀ ਤੂੰ ਹੁਣ ਚੁੱਪ ਕਰਕੇ ਬੈਠਾ ਰਹਿ, ਤੂੰ ਨਾ ਬਾਹਰ ਆਈ। ਓਕੇ। ਅਤੇ ਕੋਈ ਵੀ ਸਿਚੁਏਸ਼ਨ ਆਏਗੀ ਉਹਦੇ ਤੋਂ ਤੈਨੂੰ ਮੈਂ ਬਚਾ ਲੂੰਗਾ। ਓਕੇ, ਰਾਈਟ। ਮੈਨੂੰ ਲੱਗਿਆ ਸ਼ਾਇਦ ਅਦਰ ਵੇ ਅਰਾਊਂਡ। ਨਹੀਂ ਅਦਰ ਵੇ ਅਰਾਊਂਡ ਨਹੀਂ, ਐਗਜ਼ਾਈਲ ਸੀਗਾ। ਅਤੇ ਫਿਰ ਉਹਦੇ ਨਾਲ ਸਭ ਤੋਂ ਜਿਹੜੀ ਹੋਰ ਡਿਫੀਕਲਟ ਗੱਲ ਹੋਈ ਜਾਂ ਸਟਰੇਂਜ ਕਹਿ ਸਕਦੇ ਹੋ ਤੁਸੀਂ ਗੱਲ ਹੋਈ ਕਿ ਉਹ ਐਗਜ਼ਾਈਲ ਨੂੰ ਪ੍ਰੋਟੈਕਟਰ ਨੇ ਇਹ ਵਿਸ਼ਵਾਸ ਦਿਵਾਤਾ, ਉਸ ਟਾਈਮ ਦੇ ਵਿੱਚ ਫਰੋਜ਼ਨ ਹੋ ਗਿਆ, ਹਾਂਜੀ, ਵੀ ਤੂੰ ਬੱਚਾ ਹੀ ਹੈ। ਹੁਣ ਉਹ ਇਨਸਾਨ ਬਾਹਰੋਂ ਵੱਡਾ ਹੋਈ ਜਾ ਰਿਹਾ, ਉਹ ਹਿੱਸਾ ਉਹਦਾ ਸਮਝ ਰਿਹਾ ਕਿ ਇਹ ਹਾਲੇ ਬੱਚਾ ਹੀ ਹੈ। ਉਹ ਥੋਟ ਬੈਠਾ ਦਿਮਾਗ 'ਚ। ਜਦੋਂ ਫਿਰ ਕੋਈ ਇਹੋ ਜਿਹੀ ਇੰਸੀਡੈਂਟ ਹੁੰਦਾ ਤੁਹਾਡੀ ਲਾਈਫ ਦੇ ਵਿੱਚ ਜਾਂ ਦੁਬਾਰਾ ਕੋਈ ਚੈਲੰਜਿੰਗ, ਜਾਂ ਫੋਰ ਐਗਜ਼ਾਮਪਲ ਹੁਣ ਤੁਸੀਂ ਬਿਜ਼ਨਸ ਕਰ ਰਹੇ ਹੋ ਅਤੇ ਕੋਈ ਚੈਲੰਜਿੰਗ ਸਿਚੁਏਸ਼ਨ ਆਉਂਦੀ ਹੈ, ਉਹ ਹਿੱਸਾ ਉੱਠ ਕੇ ਤੁਹਾਨੂੰ ਕਹੇਗਾ ਵੀ ਨਾ ਤੂੰ ਕਰੀ ਨਾ, ਤੂੰ ਹਾਲੇ ਬੱਚਾ ਹੀ ਹੈ, ਤੇਤੋਂ ਨਹੀਂ ਹੋਣਾ ਜੀ। ਸਮਝ ਰਹੇ ਹੋ? ਹਾਂਜੀ, ਹਾਂਜੀ। ਇੱਥੇ ਆ ਕੇ ਹੈਂਡ ਬ੍ਰੇਕ ਲੱਗ ਜਾਂਦੀ ਹੈ ਅੰਦਰ ਬੰਦੇ ਦੀ ਤਰੱਕੀ ਨੂੰ। ਸਹੀ ਗੱਲ ਹੈ। ਠੀਕ ਹੈ। ਅਤੇ ਉਹ ਪ੍ਰੋਟੈਕਟਰ ਜਾਂ ਫਿਰ ਫਾਇਰ ਫਾਈਟਰ ਆ ਕੇ ਕਹੇਗਾ ਵੀ ਕੋਈ ਨਹੀਂ, ਤੂੰ ਬਿਜ਼ੀ ਰਹਿ, ਤੈਨੂੰ ਕਰਨ ਦੀ ਲੋੜ ਨਹੀਂ ਹੈਗੀ, ਤੂੰ ਬਿਜ਼ੀ ਰਹਿ, ਤੂੰ ਨਾ ਗੱਲ ਸੁਣ ਲੋਕਾਂ ਦੀ, ਵੀ ਜੇ ਤੂੰ ਗੱਲ ਸੁਣੇਗਾ ਤਾਂ ਫਿਰ ਉਹੀ ਸਿਚੁਏਸ਼ਨ ਆ ਜਾਏਗੀ। ਇੱਕ ਜਿਵੇਂ ਪ੍ਰੋਟੈਕਟਿਵ ਲੇਅਰ ਅਤੇ ਇੱਕ ਉਹ ਥੋਟ 'ਚ ਸਪੋਰਟਿੰਗ ਥੋਟ ਆ ਜਾਂਦਾ ਵਾ। ਹਾਂਜੀ, ਫਾਇਰ ਫਾਈਟਰ ਵੀ ਅਤੇ ਪ੍ਰੋਟੈਕਟਰ ਵੀ। ਸੋ ਹੁਣ ਬੇਸਿਕਲੀ ਗੱਲ ਇਹ ਹੈ ਕਿ ਇਹ ਸਾਰੇ ਜਿਹੜੇ ਟੀਮ ਦੇ ਮੈਂਬਰ ਹੈ, ਐਗਜ਼ਾਈਲਸ ਵਿਚਾਰੇ ਡਰੇ ਬੈਠੇ ਆ, ਹਾਂਜੀ, ਪ੍ਰੋਟੈਕਟਰ ਵਿਚਾਰੇ ਪ੍ਰੋਟੈਕਟ ਕਰ ਰਹੇ ਤੁਹਾਨੂੰ ਅੰਦਰੋਂ, ਕਸੂਰ ਨਹੀਂ ਹੈਗਾ ਉਹਨਾਂ ਦਾ। ਫਾਇਰ ਫਾਈਟਰ ਵਿਚਾਰੇ ਫਾਇਰਸ ਹੀ ਪੁੱਟ ਆਊਟ ਕਰੀ ਜਾ ਰਹੇ ਹੈ ਨਾ, ਉਹ ਅੱਗਾਂ ਹੀ ਬੁਝਾਈ ਜਾ ਰਹੇ ਅੰਦਰ ਨਾ, ਵੀ ਇਹ ਬੰਦਾ ਪਰੇਸ਼ਾਨ ਨਾ ਹੋਵੇ। ਅਤੇ ਉਹਦੇ ਨਾਲ ਫਰਕ ਕੀ ਪੈ ਰਿਹਾ? ਉਹਦੇ ਨਾਲ ਫਰਕ ਪੈ ਰਿਹਾ ਕਿ ਤੁਸੀਂ ਤਰੱਕੀ ਨਹੀਂ ਕਰ ਸਕਦੇ ਜ਼ਿੰਦਗੀ, ਉੱਥੇ ਹੀ ਸਟਕ ਹੋ ਜੀ। ਅਤੇ ਜਦੋਂ ਤੱਕ ਤੁਸੀਂ ਇਸ ਚੀਜ਼ ਦੇ ਨਾਲ ਡੀਲ ਨਹੀਂ ਕਰਦੇ, ਹਾਂਜੀ, ਆਪਣੇ ਐਗਜ਼ਾਈਲਸ ਨੂੰ ਰਿਲੀਜ਼ ਨਹੀਂ ਕਰਦੇ, ਉਹਨਾਂ ਨੂੰ ਫੇਸ ਨਹੀਂ ਕਰਦੇ, ਤਦ ਤੱਕ ਗੱਲ ਬਣਦੀ ਨਹੀਂ। ਸਹੀ ਗੱਲ ਹੈ। ਤਦ ਤੱਕ ਤੁਹਾਡੀ ਜ਼ਿੰਦਗੀ 'ਚ ਕਨਫਿਊਜ਼ਨ ਰਹੇਗੀ। ਓਵਰਕਮ ਤਾਂ ਕਰਨਾ ਪੈਣਾ ਚੀਜ਼ਾਂ ਨੂੰ। 100%। ਅਤੇ ਮੈਂ ਜਦੋਂ ਇਸ ਚੀਜ਼ ਨੂੰ ਐਕਸਪੀਰੀਅੰਸ ਕੀਤਾ, ਜਦੋਂ ਤੁਸੀਂ ਆਪਣੇ ਐਗਜ਼ਾਈਲਸ ਨੂੰ ਫੇਸ ਕਰ ਲਓਗੇ, ਮੈਂ ਐਕਚੁਅਲੀ ਇਸ ਚੀਜ਼ ਨੂੰ ਸਮਝਣ ਲਈ ਕਿਸੇ ਨੂੰ ਇੰਪਲੋਏ ਕੀਤਾ ਇਹ ਥੈਰੇਪੀ ਮੇਰੇ 'ਤੇ ਲਗਾਉਣ ਲਈ। ਓਕੇ। ਯੈਸ, ਇਹ ਮੇਰਾ ਸਮਝਣ ਦਾ ਤਰੀਕਾ ਸੀਗਾ।
ਤੇ ਜਦੋਂ ਇੱਕੋ ਹੀ ਸੈਸ਼ਨ ਤੋਂ ਬਾਅਦ ਹਾਂਜੀ ਮੈਂ ਇਦਾਂ ਫੀਲ ਕੀਤਾ ਕਿ ਜਿਵੇਂ ਮੇਰਾ ਪੂਰਾ ਨਜ਼ਰੀਆ ਬਾਕੀ ਸਾਰੀ ਦੁਨੀਆ ਬਾਰੇ ਪੂਰੀ ਤਰ੍ਹਾਂ ਨਾਲ ਬਦਲ ਗਿਆ। ਇਦਾਂ ਵੀ ਹੁੰਦਾ ਹੋ ਜਾਂਦਾ ਜੀ। ਓਕੇ। ਇੰਨਾ ਜ਼ਿਆਦਾ ਟਰਾਂਸਫੋਰਮੇਟਿਵ ਪ੍ਰੋਸੈਸ ਹੈਗਾ ਜੀ ਕਿ ਉਸ ਤੋਂ ਬਾਅਦ ਤੁਹਾਨੂੰ ਕ੍ਰਿਸਟਲ ਕਲੈਰਿਟੀ ਨਾਲ ਸਾਰਾ ਕੁਝ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ। ਔਰ ਤੁਸੀਂ ਹੁਣ ਪੁੱਛ ਸਕਦੇ ਹੋ ਮੈਨੂੰ ਵੀ ਕਿੱਦਾਂ। ਜੀ ਮੈਂ ਇੱਕ ਚੀਜ਼ ਇਹਦੇ ਨਾਲ, ਇਹ ਤੋਂ ਪਹਿਲਾਂ ਇੱਕ ਚੀਜ਼ ਮੈਂ ਥੋੜ੍ਹੀ ਜਿਹੀ ਮੈਂ ਵੀ ਐਕਸਪਲੇਨ ਕਰਦਾ ਵਾਂ ਹਾਂਜੀ। ਵੀ ਇੱਕ ਚੀਜ਼ ਮੈਨੂੰ ਹੁਣ ਪਿਛਲੇ 2-3 ਸਾਲਾਂ ਦੇ ਵਿੱਚ ਸਮਝ ਆ ਗਈ ਵੀ ਹਰੇਕ ਬੰਦੇ ਦੀ ਆਪਣੀ ਆਪਣੀ ਇੱਕ ਵੇਵ ਲੈਂਥ ਆ। ਵੀ ਮੈਨੂੰ ਇਹ ਲੱਗਦਾ ਹੁੰਦਾ ਵੀ ਰੈਦਰ ਦੈਨ ਇਹ ਤੁਸੀਂ ਗੱਲ ਕਰ ਰਹੇ ਹੋ, ਆਪਾਂ ਵੇਵ ਲੈਂਥ ਦੇ ਵੀ ਅੰਦਰ ਵੜ ਗਏ ਹਾਂ ਵੈਸੇ। ਵੀ ਆਪਾਂ ਮਤਲਬ ਇੰਡੀਵਿਜੂਅਲ ਬੰਦੇ ਦੀ ਗੱਲ ਕਰ ਰਹੇ ਹਾਂ। ਮੈਨੂੰ ਇਹ ਹੁੰਦਾ ਸੀਗਾ ਵੀ ਜੇ ਆਪਾਂ ਕੋਈ ਹੋਰ ਗੱਲ ਕਰ ਰਹੇ ਹਾਂ, ਜੇ ਸਾਹਮਣੇ ਵਾਲਾ ਬੰਦਾ ਤੁਹਾਡੀ ਗੱਲ ਨਹੀਂ ਸਮਝ ਰਿਹਾ ਤੇ ਮਤਲਬ ਉਹ ਕਿਤੇ ਅਲੱਗ ਚੀਜ਼ ਦੇ ਉੱਤੇ ਸਟੱਕ ਫਸਿਆ ਹੋਇਆ ਵਾ। ਤੇ ਹੁਣ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਤੁਸੀਂ ਇਹ ਐਕਸਪਲੇਨ ਕਰ ਰਹੇ ਹੋ ਵੀ ਉਹ ਫਸਿਆ ਕਿੱਥੇ ਹੋਇਆ ਵਾ। ਯੈਸ, ਉਹ ਫਸਿਆ ਕਿੱਥੇ ਆ। ਜਿੱਦਣ ਤੁਹਾਨੂੰ ਇਹ ਸਮਝ ਆ ਗਈ ਕਿ ਮੇਰੀ ਅੰਦਰ ਦੀ ਟੀਮ ਨੂੰ ਮੈਂ ਮੈਨੇਜ ਕਰਨਾ ਆ, ਜੇ ਮੈਨੂੰ ਸਮਝ ਲੱਗ ਗਈ ਮੈਂ ਮੈਨੇਜ ਕਰਨਾ ਆ ਤਾਂ ਮੈਂ ਕਰ ਲੈਣਾ ਆ, ਤੇ ਤੁਸੀਂ ਕਰ ਵੀ ਲੈਣਾ। ਜੇ ਤੁਹਾਨੂੰ ਇਸ ਗੱਲ ਦੀ ਸਮਝ ਆ ਗਈ। ਹੁਣ ਤੁਹਾਨੂੰ ਸਭ ਤੋਂ ਵੱਡੀ ਗੱਲ ਆ, ਜਦੋਂ ਕੋਈ ਬੰਦਾ ਤੁਹਾਡੇ ਨਾਲ ਮਿਸਬਿਹੇਵ ਕਰ ਰਿਹਾ ਜਾਂ ਕੋਈ ਸਿਚੁਏਸ਼ਨ, ਤੁਹਾਨੂੰ ਇਹ ਸਮਝ ਲੱਗ ਲੈਣੀ ਵੀ ਇਹਦੇ ਅੰਦਰ ਵੀ ਉਹੀ ਚੱਲ ਰਿਹਾ ਜੋ ਮੇਰੇ ਅੰਦਰ ਚੱਲ ਰਿਹਾ। ਜੀ 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 ਜੀ। ਜਦੋਂ ਆਪਾਂ ਕਿਸੇ ਨੂੰ ਇਦਾਂ ਸਮਝ ਲਈਏ ਵੀ ਇਹ ਬੰਦਾ ਜਾਣਬੁੱਝ ਕੇ ਨਹੀਂ ਮੇਰੇ ਨਾਲ ਕੁਛ ਕਰ ਰਿਹਾ, ਇਹਦੇ ਅੰਦਰ ਵੀ ਕੁਛ ਚੱਲ ਰਿਹਾ, ਤੇ ਫਿਰ ਤੁਹਾਡੇ ਅੰਦਰੋਂ ਜਿਹੜਾ ਆਪਾਂ ਕਹਿੰਦੇ ਨਾ ਅੱਜ ਕੱਲ੍ਹ ਬੜੀ ਲਹਿਰ ਚੱਲੀ ਹੋਈ, ਤੁਸੀਂ ਫੇਸਬੁੱਕ ਤੇ ਵੀ ਵੇਖਿਆ ਹੋਣਾ, ਫੋਰਗਿਵ ਅਦਰ ਪੀਪਲ, ਹੈ ਨਾ। ਫਿਰ ਆਪਾਂ ਕਈ ਵਾਰੀ ਕਹਿੰਦੇ ਆ ਇਟਸ ਨੋਟ ਈਜ਼ੀ, ਸੌਖਾ ਥੋੜ੍ਹੀ ਹੈ ਕਿਸੇ ਨੂੰ ਮਾਫ਼ ਕਰ ਦਿਓ। ਪਰ ਜਦੋਂ ਤੁਸੀਂ ਇਸ ਪ੍ਰੋਸੈਸ 'ਚੋਂ ਲੰਘਦੇ ਹੋ, ਫੋਰਗਿਵਨੈਸ ਤੁਹਾਡੀ ਡਿਫਾਲਟ ਸੈਟਿੰਗ ਬਣ ਜਾਂਦਾ। ਓਕੇ, ਚੱਲ ਕੋਈ ਨਹੀਂ ਹੋ ਜਾਂਦਾ। ਜੇ ਮੇਰੇ ਅੰਦਰ ਚੱਲ ਰਿਹਾ ਤਾਂ ਤੇਰੇ ਅੰਦਰ ਚੱਲ ਰਿਹਾ, ਜੇ ਮੈਨੂੰ ਮਾਫੀ ਆ ਹੈ ਨਾ, ਤੈਨੂੰ ਵੀ ਮਾਫੀ ਆ, ਜੇ ਮੈਂ ਇਹ ਕਰ ਸਕਦਾ ਤੂੰ ਵੀ ਇੱਦਾਂ ਕਰ ਸਕਦਾ, ਤੇ ਫਿਰ ਵਾਟਸ ਦ ਬਿਗ ਡੀਲ। ਜੀ ਜੀ ਜੀ। ਤੇ ਜਦੋਂ ਆਪਾਂ ਅਗਲਿਆਂ ਨੂੰ ਉੱਦਾਂ ਵੇਖਣ ਲੱਗ ਜਾਈਏ ਜਿੱਦਾਂ ਆਪਾਂ ਆਪਣੇ ਆਪ ਨੂੰ ਵੇਖਦੇ ਹਾਂ, ਤਾਂ ਬਹੁਤ ਸਾਰੀਆਂ ਪ੍ਰੋਬਲਮਸ ਤਾਂ ਉੱਥੇ ਹੀ ਖਤਮ ਹੋ ਜਾਂਦੀਆਂ, ਬਹੁਤ ਸਾਰੀਆਂ। ਹਾਂਜੀ। ਤੇ ਮੈਂ ਇਸ ਤਰ੍ਹਾਂ ਦਾ ਡਾਊਟ ਨਹੀਂ ਦੇਣਾ ਚਾਹੁੰਦੀ ਕਿਸੇ ਨੂੰ ਕਿ ਇਹਦੇ ਲਈ ਕੰਮ ਨਹੀਂ ਕਰਨਾ ਪੈਂਦਾ। ਇਹਦੇ ਨਾਲ ਇਸ ਮਾਡਲ ਨੂੰ ਅਪਲਾਈ ਕਰਨ ਲਈ ਕੰਮ ਕਰਨਾ ਪੈਂਦਾ ਹੈ, ਤੇ ਹੌਲੀ ਹੌਲੀ ਉਹ ਕਹਿੰਦੇ ਨਾ ਆਪਣੇ ਐਗਜ਼ਾਈਲਸ ਨੂੰ ਫੇਸ ਕਰਨਾ ਪੈਂਦਾ ਹੈ। ਇਟਸ ਲਾਈਕ ਜਿਵੇਂ ਤੁਸੀਂ ਲੈਟਸ ਸੇ ਬਿਜ਼ਨਸ ਰਨ ਕਰ ਰਹੇ ਹੋ, ਤੁਹਾਡੀ ਟੀਮ ਆ, ਤੇ ਤੁਹਾਨੂੰ ਆਲ ਆਫ ਅ ਸਡਨ ਪਤਾ ਚੱਲਦਾ ਵੀ ਕੁਝ ਮੈਂਬਰਸ ਮੇਰੇ ਟੀਮ ਦੇ ਤੇ ਬਹੁਤ ਹੀ ਡਰੇ ਹੋਏ ਆ, ਉਹ ਤਾਂ ਐਕਸ਼ਨ ਲੈਣ ਲਈ ਤਿਆਰ ਹੀ ਨਹੀਂ ਹੈਗੇ, ਹੈ ਨਾ। ਤੇ ਕੁਛ ਕੁ ਵਿਚਾਰੇ ਇਸ ਗੱਲ ਨੂੰ ਬਿਜ਼ੀ ਆ, ਉਹਨਾਂ ਨੂੰ ਆਪਾਂ ਮੈਨੇਜਰਸ ਕਹਿ ਦਿੰਦੇ ਹਾਂ। ਉਹ ਮੈਨੇਜਰਸ ਵਿਚਾਰੇ, ਉਹਨਾਂ ਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਨੂੰ ਮੈਨੇਜ ਕਰਨ 'ਚ। ਜੀ ਸਹੀ ਗੱਲ ਹੈ ਨਾ। ਤੇ ਫਿਰ ਇੱਕ ਹੋਰ ਫਾਇਰ ਫਾਈਟਰਸ ਹੈਗੇ ਆ, ਤਾਂ ਬਿਜ਼ਨਸ ਤਾਂ ਤਰੱਕੀ ਕਰ ਹੀ ਨਹੀਂ ਸਕਦਾ ਨਾ ਜੇ ਸਾਰੇ ਇੱਕੋ ਦੂਜੇ 'ਚ ਉਲਝੇ ਹੋਏ ਆ। ਨਹੀਂ ਕਰ ਸਕਦਾ ਨਾ। ਤੇ ਹੁਣ ਤੁਹਾਨੂੰ ਕੀ ਕਰਨਾ ਪਏਗਾ? ਹੁਣ ਇਹਦੇ 'ਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਤੇ ਵਧੀਆ ਗੱਲ ਹੈਗੀ ਆ ਕਿ ਇਹ ਸਾਰੀ ਟੀਮ ਤੋਂ ਉੱਤੇ ਇੱਕ ਹੋਰ ਚੀਜ਼ ਹੈਗੀ ਆ, ਉਹ ਹੈਗੀ ਆ ਸੈਲਫ, ਆਪਣਾ ਆਪ। ਹਾਂਜੀ। ਹੁਣ ਇੰਨੇ ਸਾਲਾਂ ਤੋਂ ਜਦੋਂ ਇਹ ਅੰਦਰ ਲੜਾਈ ਚੱਲ ਰਹੀ ਸੀ, ਤਾਂ ਇਹਨਾਂ ਪਾਰਟਸ ਨੇ ਤੁਹਾਨੂੰ ਇਹ ਕਹਿਣਾ ਸ਼ੁਰੂ ਕਰਤਾ ਤੁਹਾਡੇ ਸੈਲਫ ਨੂੰ ਵੀ ਤੂੰ ਛੋਟਾ ਹੈ ਹਾਲੇ, ਤੂੰ ਨਹੀਂ ਕੁਛ ਕਰ ਸਕਦਾ। ਤੇ ਜਦੋਂ ਤੁਹਾਨੂੰ ਇਸ ਚੀਜ਼ ਦੀ ਅਵੇਅਰਨੈਸ ਆਉਂਦੀ ਹੈ ਤਾਂ ਤੁਸੀਂ ਉਹਨਾਂ ਪਾਰਟਸ ਦੇ ਨਾਲ ਗੱਲਾਂ ਕਰਦੇ ਹੋ, ਸਾਰੀ ਗੱਲ 1-on-1 ਕਨਵਰਸੇਸ਼ਨਸ। ਐਕਚੁਅਲੀ ਜਿਹੜੇ ਥੈਰੇਪਿਸਟ ਕੰਮ ਕਰਦੇ ਆ, ਉਹ ਤੁਹਾਡੇ ਪਾਰਟਸ ਨੂੰ ਬਾਹਰ ਕੱਢ ਕੇ ਸਾਹਮਣੇ ਇੱਕ ਪਾਰਟ ਨਾਲ ਗੱਲ ਕਰਦੇ ਆ। ਇਟਸ ਲਾਈਕ ਕਨਫਲਿਕਟ ਰੈਜ਼ੋਲੂਸ਼ਨ ਨਾ। ਤੁਸੀਂ ਇੱਕ ਪਾਰਟ ਦੇ ਨਾਲ ਕਨਫਲਿਕਟ ਰਿਜ਼ੋਲਵ ਕਰਦੇ ਹੋ, ਤਾਂ ਆਲ ਆਫ ਅ ਸਡਨ ਸਾਰੀ ਟੀਮ 'ਚ ਹਾਰਮਨੀ ਆ ਜਾਂਦੀ ਆ, ਐਗਰੀ ਹੋ ਜਾਂਦੇ ਆ, ਜਾਂ ਸਹਿਮਤੀ ਹੋ ਜਾਂਦੀ ਹੈ। ਤੁਹਾਨੂੰ ਸਮਝ ਆ ਰਹੀ ਨਾ ਮੇਰੀ? ਮੈਂ ਬਹੁਤ ਸੌਖਾ ਕਰਕੇ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰੀ। ਹੁਣ ਤੁਹਾਡਾ ਸੈਲਫ ਨੂੰ ਇਹ ਸਮਝ ਆ ਜਾਂਦੀ ਹੈ ਵੀ ਲੀਡਰ ਤਾਂ ਮੈਂ ਆ ਜੀ, ਇੰਨੇ ਸਾਲ ਤਾਂ ਤੁਸੀਂ ਮੈਨੂੰ ਬੱਚਾ ਹੀ ਬਣਾਈ ਰੱਖਿਆ, ਬੰਦੇ ਕੰਟਰੋਲ ਕਰ ਲਏ ਸਾਰੇ। ਯੈਸ। ਹੁਣ ਜਦੋਂ ਸੈਲਫ ਲੀਡਰ 'ਚ ਆ ਗਿਆ ਤਾਂ ਫਿਰ ਹੁਣ ਉਹ ਸੈਲਫ ਦੇ ਲਈ ਕੁਛ ਵੀ ਪੋਸੀਬਲ ਹੈ। ਫਿਰ ਉਹਨੂੰ ਇਹ ਕੁਛ ਚੀਜ਼ਾਂ, ਕਲੈਰਿਟੀ, ਕੌਨਫੀਡੈਂਸ, ਕਰੇਜ, ਕੰਪੈਸ਼ਨ, ਇਹ ਸਾਰੀਆਂ ਚੀਜ਼ਾਂ ਉਹਨੂੰ ਔਨ ਡਿਮਾਂਡ ਅਵੇਲੇਬਲ ਹੁੰਦੀਆਂ ਵੀ ਹੁਣ ਤੁਸੀਂ ਬ੍ਰਿੰਗ ਇਟ ਔਨ। ਜਿਵੇਂ ਤੁਸੀਂ ਅੱਜ ਕੱਲ੍ਹ ਰੀਅਲ ਐਸਟੇਟ ਦਾ ਕੰਮ ਕਰ ਰਹੇ ਹੋ, ਜਿੱਦਣ ਤੁਸੀਂ ਇਸ ਸਟੇਟ ਆਫ ਮਾਈਂਡ 'ਤੇ ਪਹੁੰਚ ਗਏ, ਤੁਸੀਂ ਕਹਿਣਾ ਬ੍ਰਿੰਗ ਇਟ ਔਨ ਜੀ, ਤੇ ਮੈਂ ਕਰ ਸਕਦਾ। ਮਤਲਬ ਅੰਦਰੋਂ ਕੋਈ ਹੈਂਡ ਬ੍ਰੇਕ ਨਹੀਂ ਲੱਗਣੀ। ਔਰ ਮੋਰ ਓਵਰ ਜਿਹੜੇ ਲੋਕ ਤੁਹਾਡੀ ਮੈਂਟਲ ਸਪੇਸ ਲੈ ਜਾਂਦੇ ਆ, ਕਈ ਵਾਰੀ ਦੋਸਤ ਮਿੱਤਰ ਜਾਂ ਤੁਹਾਡੇ ਫਰੈਂਡਸ ਜਾਂ ਫੈਮਿਲੀ, ਬਹੁਤ ਸਾਰਾ ਕੁਛ ਹੋ ਰਿਹਾ ਆਪਣੀ ਕਮਿਊਨਿਟੀ 'ਚ ਵੀ, ਤੁਹਾਨੂੰ ਪਤਾ ਹੈ, ਤੇ ਫੈਮਲੀਜ਼ ਵਿੱਚ ਵੀ, ਉਹ ਸਾਰਾ ਕੁਛ ਤੁਹਾਨੂੰ ਕੁਛ ਨਹੀਂ ਲੱਗਣਾ ਜੀ। ਉਹ ਤੁਹਾਨੂੰ ਲੱਗਣਾ ਕਿ ਨਾਓ ਦੈਟ ਵੀ ਆਈ ਅੰਡਰਸਟੈਂਡ ਮਾਈ ਸੈਲਫ, ਮੈਨੂੰ ਆਪਣੇ ਆਪ ਦੀ ਸਮਝ ਪੈ ਗਈ, ਹੁਣ ਮੈਨੂੰ ਤੇਰੀ ਵੀ ਸਮਝ ਪੈ ਗਈ ਜੀ, ਹੁਣ ਮੈਨੂੰ ਤੇਰੀ ਵੀ ਸਮਝ ਪੈ ਗਈ, ਹੁਣ ਸਾਰੀਆਂ ਗੱਲਾਂ ਛੋਟੀਆਂ ਹੀ ਆ ਕਿਉਂਕਿ ਮੈਂ ਲੀਡਰ ਹਾਂ ਜੀ। ਸਹੀ ਗੱਲ ਹੈ। ਤੁਸੀਂ ਨਹੀਂ ਮੇਰੇ ਸਟ੍ਰਿੰਗਸ ਪੁੱਲ ਕਰ ਸਕਦੇ ਹੁਣ। ਔਰ ਜਦੋਂ ਤੁਸੀਂ ਇਹਨਾਂ ਚੀਜ਼ਾਂ ਨਾਲ ਡੀਲ ਕਰਨਾ ਹੈ ਟੀਮ ਮੈਂਬਰਸ ਨੂੰ, ਤੁਸੀਂ ਇਹ ਵੀ ਬਿਜ਼ਨਸ ਤੋਂ ਥੋੜ੍ਹਾ ਨਵੇਂ ਬਿਜ਼ਨਸ 'ਚ ਆਏ ਹੋ, ਇਹ ਜ਼ਰੂਰ ਤੁਸੀਂ ਅੰਡਰਸਟੈਂਡ ਕੀਤਾ ਹੋਣਾ
ਕਿ ਆਪਣੇ ਬਿਜ਼ਨਸ ਦੇ ਵਿੱਚ ਜਿਹੜੇ ਟੀਮ ਮੈਂਬਰਸ ਹੁੰਦੇ ਆ ਤੁਹਾਨੂੰ ਉਹਨਾਂ ਦੇ ਨਾਲ ਬਹੁਤ ਪੋਲਾਈਟ ਹੋਣਾ ਪਏਗਾ। ਹਾਂਜੀ। ਤੇ ਜਦੋਂ ਤੁਸੀਂ ਆਪਣੇ ਅੰਦਰ ਦੀ ਟੀਮ ਨੂੰ ਫੇਸ ਕਰਨਾ ਆ ਤੁਸੀਂ ਉਹਨਾਂ ਨੂੰ ਵੀ ਇਹ ਕਹਿਣਾ ਹੈ ਵੀ ਥੈਂਕ ਯੂ ਜੀ। ਚੈਲੰਜ ਨਹੀਂ ਕਰਨਾ ਉਹਨਾਂ ਨੂੰ ਜੀ। ਉਹਨਾਂ ਨੂੰ ਕਹਿਣਾ ਥੈਂਕ ਯੂ ਵੀ ਮੈਂ ਸਮਝਦਾ ਜੀ ਵੀ ਤੂੰ ਕਿਹੜੀ ਗੱਲ ਕਰਕੇ ਡਰਿਆ ਜੀ। ਤੇ ਮੈਨੇਜਰਸ ਨੂੰ ਕਹਿਣਾ ਮੈਨੂੰ ਸਮਝ ਲੱਗਦੀ ਹੈ ਕਿਹੜੀ ਚੀਜ਼ ਤੋਂ ਰੋਕਿਆ ਤੁਸੀਂ, ਕਿਹੜੀ ਚੀਜ਼ ਤੋਂ ਫਾਇਰ ਫਾਈਟਰ ਨੂੰ ਕਹਿਣਾ ਕਿਹੜੀ ਚੀਜ਼ ਵਾਸਤੇ ਤੁਸੀਂ ਮੈਨੂੰ ਹੌਸਲਾ ਦਿੱਤਾ ਵਾ। ਕੰਪਲੇਨ ਨਹੀਂ ਕਰਨਾ ਕਿਸੇ ਨੂੰ, ਕਿਉਂਕਿ ਇੱਕ ਲੀਡਰਸ਼ਿਪ ਦਾ ਸਭ ਤੋਂ ਵੱਡਾ ਰੂਲ ਹੈ ਕਿ ਜੇ ਤੁਸੀਂ ਕਿਸੇ ਬਿਜ਼ਨਸ ਜਾਂ ਕਿਸੇ ਜੌਬ ਦੇ ਵਿੱਚ ਐਜ਼ ਅ ਲੀਡਰ ਪ੍ਰੋਗਰੈਸ ਕਰਨਾ ਚਾਹੁੰਦੇ ਹੋ ਇਟ ਇਜ਼ ਨਾਟ ਬਾਈ ਜਿਵੇਂ ਆਪਾਂ ਕਹਿੰਦੇ ਨਾ ਪੰਜਾਬੀ 'ਚ ਰੋਬ ਪਾ ਕੇ ਨਹੀਂ, ਪਿਆਰ ਨਾਲ ਕੋਲੈਬੋਰੇਸ਼ਨ ਨਾਲ। ਜੀ ਜੀ। ਹੈ ਨਾ। ਤੇ ਇਹ ਕੋਲੈਬੋਰੇਸ਼ਨ ਤੁਸੀਂ ਆਪਣੀ ਅੰਦਰ ਦੀ ਟੀਮ ਨੂੰ ਦੇਣੀ ਹੈ। ਤੇ ਤੁਸੀਂ ਇਹ ਸੋਚੋ ਵੀ ਜੇ ਇਹ ਚੀਜ਼ ਇੱਕ ਹਰ ਇੱਕ ਪੈਰੈਂਟ ਨੂੰ ਆ ਜਾਏ ਤੇ ਫਿਰ ਉਹਨਾਂ ਦੇ ਬੱਚਿਆਂ ਨੂੰ ਵੀ ਆ ਜਾਏ ਤਾਂ ਉਹਨਾਂ ਦੀ ਦੁਨੀਆ ਇੰਨੀ ਕੁ ਜ਼ਿਆਦਾ ਸਮੂਥ ਹੋ ਜਾਏਗੀ ਕਿ ਉਹ ਇੱਕ ਦੂਜੇ ਨੂੰ ਚੈਲੰਜ ਕਰਨਾ ਬੰਦ ਕਰ ਦੇਣਗੇ, ਇੱਕ ਦੂਜੇ ਨੂੰ ਸੁਣਨਾ ਸ਼ੁਰੂ ਕਰ ਦੇਣਗੇ। ਇਟਸ ਲਾਈਕ ਕਿ ਆਪਾਂ ਰੂਟ ਨੂੰ ਐਡਰੈਸ ਕਰ ਰਹੇ ਹਾਂ। ਹਾਂਜੀ, ਜੜ ਫੜ ਰਹੇ ਹਾਂ। ਆਪਾਂ ਸਿੰਪਟਮ ਨੂੰ ਨਹੀਂ ਕਰ ਰਹੇ ਜੀ, ਕਿਉਂਕਿ ਸਿੰਪਟਮ ਤਾਂ ਆਪਾਂ ਇੱਕ ਐਡਰੈਸ ਕਰਾਂਗੇ ਤਾਂ ਦੂਜਾ ਆ ਜਾਊਗਾ ਜੀ, ਹੈ ਨਾ। ਜਦੋਂ ਆਪਾਂ ਜੜ ਨੂੰ ਐਡਰੈਸ ਕਰਾਂਗੇ ਤਾਂ ਜੜੋਂ ਹੀ ਪ੍ਰੋਬਲਮ ਖਤਮ ਹੋ ਜਾਏਗੀ ਤੇ ਜਦੋਂ ਜੜ ਤੋਂ ਪ੍ਰੋਬਲਮ ਖਤਮ ਹੋ ਜਾਏਗੀ ਸਾਰਾ ਕੁਝ ਠੀਕ ਹੈ ਜੀ। ਤੇ ਇਹ ਮੇਰਾ ਡ੍ਰੀਮ ਹੈ ਜੀ ਕਿ ਮੈਂ ਇਸ ਗੱਲ ਦਾ ਮਾਣ ਮਹਿਸੂਸ ਕਰਨਾ ਚਾਹੁੰਦੀ ਹਾਂ ਬੀਇੰਗ ਅ ਸਿੱਖ। ਤੇ ਮੈਨੂੰ ਹੈਗਾ ਕਿ ਆਪਾਂ ਨਾ ਇੰਡੀਅਨ ਕਮਿਊਨਿਟੀ ਸਾਰੀ ਦੁਨੀਆ 'ਚ ਮਸ਼ਹੂਰ ਹੋ ਜਾਈਏ ਇਸ ਗੱਲ ਨੂੰ ਲੈ ਕੇ ਕਿ ਸਾਨੂੰ ਪਤਾ ਹੈ ਜ਼ਿੰਦਗੀ ਕਿਵੇਂ ਜੀਦੀ ਹੈ। ਡੈਫੀਨੇਟਲੀ ਭੈਣ, ਆਪਾਂ ਇਹਨੂੰ ਸਾਡੀ ਕੋਸ਼ਿਸ਼ ਵੀ ਇਹੀ ਆ ਵੀ ਮਤਲਬ ਜਿਹੜਾ ਕੋਈ ਤੁਸੀਂ ਹੁਣ ਦੱਸ ਰਹੇ ਹੋ ਮੈਨੂੰ ਲੱਗਦਾ ਵੀ ਇਹ ਆਸਟ੍ਰੇਲੀਆ ਵਾਈਡ ਕੋਈ ਪੂਰੇ ਆਸਟ੍ਰੇਲੀਆ 'ਚ ਸਭ ਨੂੰ ਲੋੜ ਆ ਫਿਲਹਾਲ ਜੇ ਆਪਾਂ ਇੱਦਾਂ ਗੱਲ ਕਰੀਏ, ਕਿਉਂਕਿ ਆਪਣੀ ਕਮਿਊਨਿਟੀ ਆਪਾਂ ਪੰਜਾਬੀ ਜਿਵੇਂ ਖਾਸ ਕਰਕੇ ਬਹੁਤ ਯੰਗ ਕਮਿਊਨਿਟੀ ਹੈ ਇੱਥੇ, ਦੂਜੀ ਤੀਜੀ ਜਨਰੇਸ਼ਨ ਤੱਕ ਪਹੁੰਚੀ ਆ। ਉਹਨਾਂ ਦੀਆਂ ਪ੍ਰੋਬਲਮਸ ਅਲੱਗ ਨੇ। ਜਿਵੇਂ ਕੈਨੇਡਾ ਦੀ ਗੱਲ ਕਰਦੇ ਆ, ਉੱਥੇ ਹੁਣ ਮਤਲਬ ਕਦੋਂ ਕੰਮ ਘਾਟਾ ਮਾਰੂ ਕਦੋਂ ਚੀਜ਼ਾਂ ਹੋਈਆਂ ਨੇ ਉਦੋਂ ਤੋਂ ਕਮਿਊਨਿਟੀ ਜਾਣ ਲੱਗ ਪਈ ਸੀਗੀ। ਉਰੇ ਮੈਂ ਭਾਈ ਤਰਨਪ੍ਰੀਤ ਉਹਨਾਂ ਨੇ ਇੱਕ ਪੋਡਕਾਸਟ ਕੀਤਾ ਸੀਗਾ 1950 ਦੇ ਵਿੱਚ ਸਿਰਫ 3 ਸਿੱਖ ਬਚੇ ਸੀਗੇ ਵੈਸਟਰਨ ਆਸਟ੍ਰੇਲੀਆ ਵਿੱਚ ਸਪੈਸੀਫਿਕਲੀ। 1950 ਤੋਂ ਸ਼ੁਰੂ ਹੋ ਕੇ ਜਿਵੇਂ ਹੁਣ ਰੀਸੈਂਟ ਸੈਂਸਸ ਜਿਹੜਾ ਸਿਰਫ ਸਪੈਸੀਫਿਕਲੀ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਪਿਛਲੇ ਸੈਂਸਸ ਦੇ ਹਿਸਾਬ ਨਾਲ 57,000 ਪੰਜਾਬੀ ਸੀਗਾ। ਵੈਸਟਰਨ ਕਮਿਊਨਿਟੀ ਗਰੋ ਕਰ ਰਹੀ ਆ, ਪ੍ਰੋਬਲਮਸ ਆਉਣਗੀਆਂ ਪਰ ਜੇ ਤੁਹਾਡੇ ਵਰਗੀਆਂ ਭੈਣਾਂ ਹੋਣਗੀਆਂ ਆਪਾਂ ਉਹਨਾਂ ਚੀਜ਼ਾਂ ਨੂੰ ਪਹਿਲਾਂ ਹੀ ਟੈਕਲ ਕਰ ਸਕਦੇ ਹਾਂ ਤਾਂ ਕਿ ਗਰੋਥ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ। ਹਾਂਜੀ ਜੀ। ਤੇ ਪੇਰੈਂਟਿੰਗ ਦੇ ਨਾਲ ਨਾਲ ਭੈਣ ਵੀ ਜਿੱਦਾਂ ਕਪਲਸ ਦੇ ਵਿੱਚ ਵੀ ਇੱਦਾਂ ਹੁੰਦਾ ਵੀ ਕੌਨਫਲਿਕਟ ਵੀ ਹੋ ਜਾਂਦੇ ਆ ਕਿ ਉਹਨਾਂ ਨੂੰ ਵੀ ਉਹਨਾਂ ਦੀਆਂ ਵੀ ਸੇਮ ਤਰੀਕੇ ਨਾਲ ਇਹ ਚੀਜ਼ਾਂ ਸੋਲਵ ਹੋ ਸਕਦੀਆਂ ਹੁੰਦੀਆਂ ਨੇ ਨਾਲ ਜੀ। ਔਰ ਇਹਦੇ ਨਾਲ ਆਈ ਥਿੰਕ ਐਨੀਵੇਅਰ 6 ਤੋਂ ਲੈ ਕੇ 10 ਤੱਕ ਸੈਸ਼ਨਸ ਦੇ ਵਿੱਚ ਉਹਨਾਂ ਦੀ ਇਹ ਪ੍ਰੋਬਲਮ ਪੂਰੀ ਤਰ੍ਹਾਂ ਨਾਲ ਰਿਜ਼ੋਲਵ ਹੋ ਸਕਦੀ ਹੈ। ਤੇ ਐਂਡ ਇਹ ਗੱਲ ਕਰਦਿਆਂ ਮੈਨੂੰ ਅੰਦਰੋਂ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਕਿਉਂਕਿ ਮੈਂ ਇਹ ਪ੍ਰੋਸੈਸ ਦੇ ਵਿੱਚੋਂ ਆਪਣੇ ਆਪ ਨੂੰ ਕੱਢਿਆ ਤੇ ਮੈਨੂੰ ਹੁਣ ਲੱਗਦਾ ਵੀ ਇਹ ਕਿੰਨਾ ਲਿਬਰੇਟਿੰਗ। ਇਟਸ ਲਾਈਕ ਜਿਵੇਂ ਕਿਸੇ ਨੂੰ ਕੈਦ 'ਚ ਪਾਇਆ ਹੋਵੇ ਤੇ ਉਹਨੂੰ ਆਲ ਆਫ ਅ ਸਡਨ ਕੈਦ 'ਚੋਂ ਤੁਸੀਂ ਕੱਢ ਦਿਓ ਜੀ, ਹੈ ਨਾ। ਹਰ ਇੱਕ ਬੰਦੇ ਨੂੰ ਜੇ ਲੱਗਣ ਲੱਗ ਜਾਏ ਕਿ ਮੈਨੂੰ ਪਤਾ ਲੱਗ ਰਿਹਾ ਹੈ ਨਾ, ਰਾਦਰ ਦੈਨ ਕਿ ਕਿਸੇ ਨਾਲ ਜਾ ਕੇ ਗੱਲ ਕੀਤੀ ਤੇ ਫਿਰ ਸੋਚਿਆ ਵੀ ਹੁਣ ਆਪਾਂ ਕੀ ਕਰੀਏ। ਪਰ ਇੱਕ ਚੀਜ਼ ਨੂੰ ਜ਼ਰੂਰ ਸਮਝਣਾ ਪਏਗਾ ਆਪਣੀ ਕਮਿਊਨਿਟੀ ਦੇ ਵਿੱਚ ਸਾਰਿਆਂ ਨੂੰ, ਪੈਰੈਂਟਸ ਨੂੰ ਵੀ, ਸਾਨੂੰ ਵੀ, ਤੁਹਾਨੂੰ ਵੀ, ਮੈਨੂੰ ਵੀ ਮਾਈਂਡਸੈਟ ਇਜ਼ ਐਵਰੀਥਿੰਗ ਜੀ। ਜਿਵੇਂ ਆਪਣੀ ਬਾਣੀ 'ਚ ਵੀ ਆਉਂਦਾ ਨਾ ਕਿ ਕਿਸੇ ਚੀਜ਼ ਨੂੰ ਪਾਠ ਨੂੰ ਵੀ ਜੇ ਆਪਾਂ ਕਰਦੇ ਹਾਂ ਤਾਂ ਪਹਿਲਾਂ ਤਾਂ ਆਪਾਂ ਪੜ੍ਹਦੇ ਹਾਂ ਜੀ, ਫਿਰ ਸੁਣਦੇ ਹਾਂ, ਫਿਰ ਸਮਝਦੇ ਹਾਂ, ਫਿਰ ਉਹਨੂੰ ਮੰਨਦੇ ਹਾਂ, ਹੈ ਨਾ। ਸੋ ਹੁਣ ਇਹ ਇਨਫੋਰਮੇਸ਼ਨ ਆਪਾਂ ਜੇ ਸੁਣੀ ਆ ਤਾਂ ਇਹਨੂੰ ਸਮਝਣਾ ਵੀ ਪਏਗਾ ਜੀ ਔਰ ਇਹਨੂੰ ਮੰਨਣਾ ਵੀ ਪਏਗਾ ਜੀ। ਤੇ ਫਿਰ ਅੱਗੋਂ ਸਟੈਪਸ ਵੀ ਲੈਣੇ ਪੈਣਗੇ। ਤੇ ਮੈਨੂੰ ਲੱਗਦਾ ਜੇ ਮੈਨੂੰ ਕਿਸੇ ਨੇ ਦੱਸਿਆ ਹੁੰਦਾ 10 ਸਾਲ ਪਹਿਲਾਂ ਤੇ ਮੈਂ ਤਾਂ ਲਾਈਕ ਕਹਿੰਦੇ ਕਿ ਬ੍ਰਿੰਗ ਇਟ ਔਨ ਕੁਝ ਹੋ। ਹਾਂ, ਦੱਸੋ ਮੈਨੂੰ, ਹੈ ਨਾ। ਹੁਣ ਰੀਸੈਂਟਲੀ ਮੈਨੂੰ ਪਤਾ ਲੱਗਿਆ ਤੇ ਫਿਰ ਉਸ ਤੋਂ ਬਾਅਦ ਮੈਨੂੰ ਇੱਕ ਬੁੱਕ ਰეკਮੈਂਡ ਕੀਤੀ ਗਈ। ਉਹ ਬੁੱਕ ਮੈਂ ਪੂਰੀ ਸੁਣੀ। ਰਿਚਰਡ ਸ਼ਵਾਰਟਜ਼ ਹਾਂਜੀ ਹੈਗਾ ਇੱਕ ਬੰਦਾ। ਕਿਤਾਬ ਦਾ ਕੀ ਨਾਮ? ਹਾਂਜੀ, ਨੋ ਬੈਡ ਪਾਰਟਸ। ਨੋ ਬੈਡ ਪਾਰਟਸ। ਓਕੇ, ਬੁੱਕ ਦਾ ਨਾਂ ਆ ਨੋ ਬੈਡ ਪਾਰਟਸ ਜੀ। ਤੇ ਉਹ ਬੁੱਕ ਮੈਂ ਸੁਣੀ ਤੇ ਆਈ ਵਾਜ਼ ਬਲੋਨ ਅਵੇ। ਉਹਦੀ 8.5 ਘੰਟੇ ਦੀ ਆਡੀਬਲ ਤੇ ਉਹਦੀ ਲਿਸਨਿੰਗ ਹੈ ਜੀ। ਹਾਂਜੀ। ਤੇ ਮੈਨੂੰ ਇੰਨਾ ਜ਼ਿਆਦਾ ਮਤਲਬ ਅੱਛਾ ਮਹਿਸੂਸ ਹੋਇਆ। ਉਹਦੀ 40 ਸਾਲ ਦੀ ਰਿਸਰਚ ਹੈ ਜੀ ਇਹਦੇ ਪਿੱਛੇ। ਅੱਛਾ। ਬਹੁਤ ਸਾਰੇ ਪੇਸ਼ੈਂਟਸ ਨੂੰ ਉਹਨੇ ਟਰੀਟ ਕੀਤਾ ਇਸ ਥੈਰੇਪੀ ਦੇ ਨਾਲ ਐਂਡ ਇਹ ਇੰਨੀ ਕੁ ਜ਼ਿਆਦਾ ਲਿਬਰੇਟਿੰਗ ਹੈ। ਉਸ ਤੋਂ ਬਾਅਦ ਫਿਰ ਕੀ ਹੋਇਆ ਕਿ ਜਦੋਂ ਮੇਰੇ ਨਾਲ ਇਹ ਸੈਸ਼ਨ ਹੋਇਆ ਤੇ ਮੈਨੂੰ ਇਹ ਕਿਹਾ ਗਿਆ ਕਿ ਹੁਣ ਤੁਸੀਂ ਉਹਨਾਂ ਲੋਕਾਂ ਦੀ ਲਿਸਟ ਬਣਾ ਲਓ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਪਾਸਟ ਵਿੱਚ ਕਦੀ ਤੰਗ ਕੀਤਾ ਸੀ। ਤੁਸੀਂ ਬਣਾਈ? ਫਿਰ ਬਣਾਈ ਜੀ।
ਬਣਾਈ। ਕਿੰਨੇ ਮਤਲਬ ਕਿੰਨੇ ਕੁ ਬੰਦੇ ਸੀਗੇ ਫੋਰ ਐਗਜ਼ਾਮਪਲ ਜਿਵੇਂ? ਲਾਈਕ ਮੈਂ ਮੈਂਟਲ ਲਿਸਟ ਬਣਾਈ, ਆਈਲ ਬੀ ਵੈਰੀ ਓਨੈਸਟ। ਮੈਂ ਫਿਜ਼ੀਕਲੀ ਲਿਸਟ ਨਹੀਂ ਬਣਾਈ। ਮੈਂ ਆਪਣੇ ਰੀਸੈਂਟ ਪਾਰਟਸ ਵਿੱਚ ਗਈ ਅਤੇ 3-4 ਬੰਦੇ ਦੇਖੇ ਕਿ ਜਿਨ੍ਹਾਂ ਨੇ ਮੈਨੂੰ ਤੰਗ ਕੀਤਾ ਸੀਗਾ। ਅਤੇ ਇਹਦਾ ਇਸ ਥੈਰੇਪੀ ਨੂੰ ਮਾਡਲ ਨੂੰ ਟੈਸਟ ਕਰਨ ਦਾ ਮਤਲਬ ਇਹ ਸੀਗਾ ਕਿ ਹੁਣ ਤੁਸੀਂ ਉਹ ਬੰਦੇ ਦਾ ਜਦੋਂ ਨਾਂ ਪੜ੍ਹਦੇ ਹੋ ਜਾਂ ਉਹਦੇ ਬਾਰੇ ਸੋਚਦੇ ਹੋ, ਇਹ ਫਿਰ ਵੀ ਤੁਹਾਨੂੰ ਓਨਾ ਹੀ ਪਰੇਸ਼ਾਨ ਕਰ ਰਿਹਾ ਜਿੰਨਾ ਪਹਿਲਾਂ ਕਰ ਰਿਹਾ ਸੀ। ਤੇ ਮਤਲਬ ਤੁਸੀਂ ਕੀਤਾ ਮਤਲਬ ਲੱਗਦਾ ਮੈਨੂੰ ਹੁਣ ਨਹੀਂ ਪਰੇਸ਼ਾਨੀ ਹੁੰਦੀ ਉਹਨਾਂ ਬਾਰੇ ਸੋਚ ਕੇ। ਓਕੇ, ਹਾਂ। ਪਰ ਮੇਰੇ ਮਨ 'ਚ ਉਹਨਾਂ ਬਾਰੇ ਹੁਣ ਕੋਈ ਗਿਲਾ ਨਹੀਂ ਹੈਗਾ, ਕੋਈ ਗਿਲਾ ਸ਼ਿਕਵਾ ਨਹੀਂ ਹੈਗਾ। ਜੀ ਜੀ ਜੀ। ਅਤੇ ਮੈਨੂੰ ਲੱਗਾ ਕਿ ਇਹ ਤਾਂ ਪ੍ਰੂਵ ਹੋ ਗਿਆ ਜੀ, ਹੈ ਨਾ। ਕਈ ਵਾਰੀ ਆਪਾਂ ਨੂੰ ਕੋਈ ਇਨਸਾਨ ਆਪਣੇ ਨਾਲ ਇੰਨਾ ਗਲਤ ਕਰ ਜਾਂਦੇ ਆ, ਉਹਨਾਂ ਨੂੰ ਆਪਣੀ ਲਾਈਫ 'ਚੋਂ ਕੱਟ ਦਿੰਦੇ ਆ। ਮੇਰਾ ਐਕਸਪੀਰੀਅੰਸ ਰਿਹਾ, ਆਪਾਂ ਅਵੋਇਡ ਕਰਦੇ ਆ ਨਾ ਵੀ ਚੱਲ ਇਹ ਬੰਦਾ ਕੌਨਫਲਿਕਟ ਕ੍ਰੀਏਟ ਕਰਦਾ ਅਤੇ ਕਾਹਦੇ ਨਾਲ ਇਹਦੇ ਨਾਲ ਬਹੁਤ ਜ਼ਿਆਦਾ ਇੰਟਰੈਕਟ ਕਰਨਾ, ਹੈ ਨਾ। ਅਤੇ ਮੈਨੂੰ ਲੱਗਾ ਕਿ ਇਹ ਤਾਂ ਬਹੁਤ ਹੀ ਜ਼ਿਆਦਾ ਵਧੀਆ ਗੱਲ ਹੈ ਜੀ, ਕਿ ਜੇ ਆਪਾਂ ਹਰ ਇਨਸਾਨ ਦੇ ਨਾਲ ਸੇਮ ਪਲੇਟਫਾਰਮ ਤੋਂ ਆਪਰੇਟ ਕਰ ਸਕੀਏ। ਕਹਿਣ ਦਾ ਮਤਲਬ ਤੁਹਾਡਾ ਆਪਣਾ ਮਾਈਂਡ ਹੁਣ ਇੰਨਾ ਰੌਕ ਸੋਲਿਡ ਹੋ ਗਿਆ, ਹੁਣ ਤੁਹਾਨੂੰ ਇਹ ਸਮਝ ਪੈ ਗਈ ਕਿ ਉਹਦੇ ਪਿੱਛੇ ਰੀਜ਼ਨ ਕੀ ਸੀ, ਮੇਰਾ ਰੀਜ਼ਨ ਕੀ ਸੀ। ਬੇਸਿਕਲੀ ਮੈਂ ਤੁਹਾਨੂੰ ਸਿੰਪਲ ਲਫ਼ਜ਼ਾਂ 'ਚ ਸਮਝਾਵਾਂ ਕਿ ਜਿਹੜੇ ਪ੍ਰੋਟੈਕਟਰ ਮੈਂ ਆਪਣੇ ਅੰਦਰ ਖੜ੍ਹੇ ਕੀਤੇ ਸੀਗੇ, ਜਿਹੜੇ ਮੇਰੇ ਐਗਜ਼ਾਈਲਸ ਨੂੰ ਬਚਾ ਰਹੇ ਸੀ, ਮੇਰੇ ਮੈਨੇਜਰਸ ਅਤੇ ਮੇਰੇ ਫਾਇਰ ਫਾਈਟਰਸ, ਉਹਨਾਂ 'ਚ ਕੋਆਰਡੀਨੇਸ਼ਨ ਹੋ ਗਈ। ਹੁਣ ਜਦੋਂ ਉਹਨਾਂ 'ਚ ਕੋਆਰਡੀਨੇਸ਼ਨ ਹੋ ਗਈ ਤਾਂ ਫਿਰ ਹੁਣ ਕੋਈ ਰੀਜ਼ਨ ਹੀ ਨਹੀਂ ਨਾ ਮੇਰੇ ਕੋਲ। ਮੇਰੇ ਕੋਲ ਕੋਈ ਰੀਜ਼ਨ ਨਹੀਂ ਬਚਿਆ। ਜਿਹੜੇ ਬਾਹਰ ਟ੍ਰਿਗਰਸ ਹੋ ਰਹੇ ਸੀ, ਜਿਵੇਂ ਕੋਈ ਸਿਚੁਏਸ਼ਨ, ਹੁਣ ਤੁਸੀਂ ਮੰਨਦੇ ਹੋ ਇਸ ਗੱਲ ਨੂੰ, ਕਈ ਵਾਰੀ ਤੁਹਾਨੂੰ ਬਾਹਰ ਦੀਆਂ ਸਿਚੁਏਸ਼ਨਸ ਟ੍ਰਿਗਰ ਕਰ ਦਿੰਦੀਆਂ, ਲੋਕ ਟ੍ਰਿਗਰ ਕਰ ਦਿੰਦੀਆਂ। ਹੁਣ ਉਹ ਚੀਜ਼ਾਂ ਮੈਨੂੰ ਟ੍ਰਿਗਰ ਨਹੀਂ ਕਰਦੀਆਂ। ਸਹੀ ਗੱਲ। ਔਰ ਮੈਂ ਇਸ ਗੱਲ ਦਾ ਬਿਲਕੁਲ ਵੀ ਝੂਠ ਨਹੀਂ ਬੋਲਣਾ ਚਾਹੁੰਦੀ ਕਿ ਇਟਸ ਐਨ ਓਵਰਨਾਈਟ ਪ੍ਰੋਸੈਸ। ਮਤਲਬ ਉਦੋਂ ਮੈਨੂੰ ਇੰਸਟੈਂਟ ਟਰਾਂਸਫਰਮੇਸ਼ਨ ਮਹਿਸੂਸ ਹੋਈ, ਪਰ ਉਸ ਚੀਜ਼ ਨੂੰ ਇੰਟੈਗਰੇਟ ਕਰਨ ਲਈ ਮੈਨੂੰ ਟਾਈਮ ਲੱਗਾ, ਜਿਵੇਂ 8-10 ਦਿਨ ਲੱਗੇ। ਉਸ ਤੋਂ ਬਾਅਦ ਇੱਦਾਂ ਨਹੀਂ ਹੋਇਆ ਕਿ ਸਮਝ ਪੈ ਗਈ ਮੈਨੂੰ ਇੱਕਦਮ, ਪਰ ਫਿਰ ਉਸ ਬਾਰ-ਬਾਰ ਮੇਰੇ ਐਗਜ਼ਾਈਲਸ ਮੇਰੇ ਸਾਹਮਣੇ ਆ ਰਹੇ ਸੀ, ਲਾਈਕ ਉਹ ਤੜਫ ਰਹੇ ਸੀਗੇ ਵੀ ਹੁਣ ਅਸੀਂ ਕੀ ਕਰੀਏ। ਸੋ ਨੈਕਸਟ ਸਟੈਪ ਮੈਂ ਤੁਹਾਨੂੰ ਨਹੀਂ ਦੱਸਿਆ ਹਾਲੇ ਮਾਡਲ ਦਾ। ਨੈਕਸਟ ਸਟੈਪ ਇਹ ਹੈਗਾ ਕਿ ਜਦੋਂ ਤੁਹਾਡੀ ਟੀਮ 'ਚ ਕੋਆਰਡੀਨੇਸ਼ਨ ਹੋ ਗਈ, ਤੁਹਾਡੇ ਜਿਹੜੇ ਪਾਰਟਸ ਹੈਗੇ ਅੰਦਰ, ਉਹਨਾਂ ਨੇ ਕਿਤੇ ਜਾਣਾ ਨਹੀਂ, ਉਹਨਾਂ ਨੇ ਉੱਥੇ ਬੈਠੇ ਰਹਿਣਾ। ਹੁਣ ਉੱਥੇ ਬੈਠੇ ਤਾਂ ਹੈਗੇ ਆ, ਪਰ ਉਹਨਾਂ ਦੀਆਂ ਜੌਬਸ ਬਦਲ ਜਾਣੀਆਂ। ਹੁਣ ਉਹਨਾਂ ਨੇ ਐਗਜ਼ਾਈਲਸ ਨਹੀਂ ਰਹਿਣਾ, ਹੁਣ ਉਹਨਾਂ ਨੇ ਪ੍ਰੋਟੈਕਟਰਸ ਜਾਂ ਮੈਨੇਜਰਸ ਨਹੀਂ ਰਹਿਣਾ, ਹੁਣ ਉਹਨਾਂ ਨੇ ਫਾਇਰ ਫਾਈਟਰਸ ਨਹੀਂ ਰਹਿਣਾ, ਹੁਣ ਉਹਨਾਂ ਨੇ ਤੁਹਾਡੇ ਸਪੋਰਟਰਸ ਬਣ ਜਾਣਾ। ਸਾਰੀ ਕੰਪਲੀਟ ਚੇਂਜ ਹੋ ਜਾਣਗੇ। ਦੇ ਵਿਲ ਵਰਕ ਫॉर ਯੂ, ਦੇ ਵਿਲ ਵਰਕ ਫॉर ਯੂ ਰਾਦਰ ਦੈਨ ਅਗੇਂਸਟ ਯੂ। ਅਤੇ ਤੁਸੀਂ ਸੋਚੋ ਵੀ ਹੁਣ ਤੁਸੀਂ ਰੀਅਲ estate ਦਾ ਕੰਮ ਕਰ ਰਹੇ ਹੋ, ਜੇ ਤੁਹਾਡੀ ਟੀਮ 'ਚ ਪਰਮਾਤਮਾ ਸੁੱਖ ਰੱਖੇ ਕਿ ਤੁਹਾਡੀ ਕੱਲ੍ਹ ਨੂੰ ਐਡੀ ਵੱਡੀ ਟੀਮ ਹੋ ਜਾਏ, ਹੈ ਨਾ, 8-10 ਬੰਦੇ ਹੋਣ, ਅਤੇ ਉਹ ਸਾਰੇ ਹੀ ਫੁੱਲ ਔਨ ਤੁਹਾਨੂੰ ਕਹਿਣ ਵੀ ਚੱਕ ਦੇ ਫੱਟੇ ਅਤੇ ਦੱਸੋ ਫਿਰ ਤੁਹਾਡਾ ਬਿਜ਼ਨਸ ਕਿੱਥੇ ਜਾਏਗਾ। ਸੋ ਇਹ ਜਿਹੜੇ ਤੁਹਾਡੇ ਅੰਦਰ ਪਾਰਟਸ ਹੋਣਗੇ, ਸੋ ਇਸ ਬੁੱਕ ਦਾ ਨਾਂ, ਇਹਦਾ ਮਤਲਬ ਹੀ ਇਹ ਹੈ, ਨੋ ਬੈਡ ਪਾਰਟਸ। ਇੱਥੋਂ ਤੱਕ ਕਿ ਇਸ ਬੰਦੇ ਨੇ ਇਹ ਕਿਹਾ ਕਿ ਜਿਹੜੇ ਲੋਕਾਂ ਨੇ ਬਹੁਤ ਵੱਡੇ ਵੱਡੇ ਜ਼ੁਰਮ ਵੀ ਕੀਤੇ ਆ ਦੁਨੀਆ ਦੇ ਵਿੱਚ, ਬਹੁਤ ਗਲਤ ਕੰਮ ਵੀ ਕੀਤੇ ਆ, ਉਹਨਾਂ ਦੇ ਪਿੱਛੇ ਵੀ ਕੋਈ ਰੀਜ਼ਨ ਸੀ। ਇੱਦਾਂ ਦੇ ਸਾਈਕੋਲੋਜੀਕਲ ਰੀਜ਼ਨ ਸੀਗੇ। ਕੋਈ ਐਗਜ਼ਾਮਪਲ ਵਗੈਰਾ ਉਹਨਾਂ ਨੇ ਦਿੱਤੀ ਉਹਦੇ ਵਿੱਚ? ਹਾਂਜੀ, ਉਹਨੇ ਐਗਜ਼ਾਮਪਲਸ ਕਾਫੀ ਦਿੱਤੀਆਂ, ਵੀ ਮੈਂ ਹੁਣ ਬਾਏ ਨੇਮ ਉਹ ਐਗਜ਼ਾਮਪਲਸ ਨਹੀਂ ਦੱਸਦੀ। ਸੋ ਫੋਰ ਐਗਜ਼ਾਮਪਲ ਹਿਟਲਰ ਨੂੰ ਸਾਰੇ ਜਾਣਦੇ ਆ, ਹੈ ਨਾ। ਹਿਟਲਰ ਨੇ ਇੰਨੇ ਕੰਮ ਕੀਤੇ, ਸੋ ਉਹਨੇ ਇਸ ਚੀਜ਼ ਨੂੰ ਵੀ ਜਸਟੀਫਾਈ ਕੀਤਾ ਕਿ ਸਾਈਕੋਲੋਜੀਕਲ ਰੀਜ਼ਨ ਸੀਗੇ ਉਹਦੇ ਕੋਲ ਉਹ ਕਰਨ ਲਈ ਜੋ ਉਹਨੇ ਕੀਤਾ। ਮਤਲਬ ਉਹਦੇ ਬਚਪਨ 'ਚ ਕੋਈ ਇੱਦਾਂ ਦੇ ਇੰਸੀਡੈਂਟਸ ਹੋਏ ਹੋਣਗੇ, ਉਹਦੇ ਐਗਜ਼ਾਈਲਸ ਇੰਨੇ ਸਟਰੋਂਗ ਹੋਏ ਹੋਣਗੇ ਜਿਨ੍ਹਾਂ ਨੇ ਉਹਦੇ ਕੋਲੋਂ ਸਾਰੇ ਗਲਤ ਕੰਮ ਕਰਾਏ। ਸੋ ਬੇਸਿਕਲੀ ਉਹ ਇਹ ਕਹਿ ਰਿਹਾ ਕਿ ਜਦੋਂ ਤੁਹਾਨੂੰ ਇਹ ਪਤਾ ਚੱਲ ਗਿਆ ਕਿ ਮੇਰੇ ਅੰਦਰ ਕੋਈ ਬੈਡ ਪਾਰਟ ਨਹੀਂ ਹੈਗਾ, ਫਿਰ ਤੁਹਾਨੂੰ ਬਾਹਰ ਦੀ ਦੁਨੀਆ 'ਚ ਵੀ ਕੋਈ ਬੈਡ ਨਹੀਂ ਨਜ਼ਰ ਆਉਣਾ, ਚੰਗਾ ਲੱਗੂ ਸਾਰਾ ਕੁਝ। ਜੇ ਤੁਹਾਨੂੰ ਕੋਈ ਬੈਡ ਹੀ ਨਹੀਂ ਨਜ਼ਰ ਆਉਣਾ ਤਾਂ ਫਿਰ ਤੁਸੀਂ ਸੋਚ ਲਓ ਕਿ ਜ਼ਿੰਦਗੀ ਕਿੰਨੀ ਵਧੀਆ ਹੋ ਜਾਣੀ ਆ। ਸਾਰੇ ਕੌਨਫਲਿਕਟ, ਹੁਣ ਅੱਜ ਕੱਲ੍ਹ ਤਾਂ ਤੁਸੀਂ ਸੁਣਿਆ ਹੋਣਾ ਕਿ ਪੈਰੈਂਟਸ ਬੱਚਿਆਂ ਨੂੰ ਬਲੇਮ ਕਰਦੇ ਆ ਕਈ ਵਾਰੀ, ਹੈ ਨਾ, ਕਿ ਬੱਚੇ ਡਿਫੀਕਲਟ ਹੋ ਗਏ ਆ, ਅਤੇ ਕਈ ਵਾਰੀ ਬੱਚੇ ਪੈਰੈਂਟਸ ਨੂੰ ਬਲੇਮ ਕਰਦੇ ਆ ਕਿਉਂਕਿ ਉਹਨਾਂ ਨੂੰ ਲੱਗਦਾ ਪੈਰੈਂਟਸ ਨਹੀਂ ਸੁਣਦੇ, ਹੈ ਨਾ। ਅਤੇ ਜੇ ਤੁਸੀਂ ਆਪਣੀ ਸਾਈਕੋਲੋਜੀ ਨੂੰ ਇੰਨੀ ਵਧੀਆ ਤਰ੍ਹਾਂ ਸਮਝ ਲਿਆ ਤਾਂ ਫਿਰ ਤਾਂ ਆਪਾਂ ਨੂੰ ਸਮਝ ਆ ਜਾਣਾ ਨਾ ਕਿ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਉਪਜਿਆ ਕੌਣ ਭਲੇ ਕੋ ਮੰਦੇ। ਉਹ ਜਿਹੜਾ ਸੈਲਫ ਹੈ ਨਾ, ਬੇਸਿਕਲੀ ਸਭ ਤੋਂ ਹੋਰ ਡੂੰਘੀ ਗੱਲ ਜਿਹੜੀ ਹੈਗੀ ਹੈ, ਉਹ ਜਿਹੜਾ ਸੈਲਫ ਹੈ ਉਹ ਆਪਣੀ ਆਤਮਾ ਹੈ। ਆਪਾਂ ਲੋਕ ਇੰਨੇ ਪਰੇਸ਼ਾਨ ਹੋ ਗਏ ਕਿ ਆਪਣੀ ਆਤਮਾ ਦੀ ਆਵਾਜ਼ ਨਹੀਂ ਸੁਣਦੀ, ਅਤੇ ਜਿੱਦਣ ਆਪਣੀ ਆਤਮਾ ਦੀ ਆਵਾਜ਼ ਸੁਣਨ ਲੱਗ ਗਈ ਫਿਰ ਤਾਂ ਗੇਮ ਹੀ ਬਦਲ ਜਾਣੀ ਹੈ। ਸਹੀ ਗੱਲ ਹੈ ਜੀ। ਫਿਰ ਤਾਂ ਆਪਾਂ ਕੁਛ ਵੀ ਕਰ ਸਕਾਂਗੇ, ਓਵਰਨਾਈਟ ਕਰ ਸਕਾਂਗੇ। ਮੈਨੂੰ ਲੱਗਦਾ ਹੈ ਜਿਹੜੇ ਸਾਰੇ ਵੇਟ ਲੋਸ ਅਤੇ ਇਹ ਉਹ ਪ੍ਰੋਗਰਾਮ ਚੱਲੇ ਹੋਏ ਆ, ਕਿਸੇ ਦੀ ਲੋੜ ਹੀ ਨਹੀਂ ਰਹਿਣੀ, ਕਿਉਂਕਿ ਤੁਹਾਡੀ ਆਤਮਾ ਨੂੰ ਪਤਾ ਆ
ਕੀ ਖਾਣਾ, ਕੀ ਨਹੀਂ ਖਾਣਾ, ਕਿੰਨੀ ਐਕਸਰਸਾਈਜ਼ ਕਰਨੀ, ਪਤਾ ਤਾਂ ਸਾਰਿਆਂ ਨੂੰ ਹੀ ਆ। ਪਰ ਇਹ ਜਿਹੜੇ ਅੰਦਰ ਦੇ ਐਗਜ਼ਾਈਲਸ ਤੇ ਮੈਨੇਜਰਸ ਤੇ ਫਾਇਰ ਫਾਈਟਰਸ ਕਰਨ ਨਹੀਂ ਦਿੰਦੇ। ਸਹੀ ਗੱਲ ਆ। ਤੇ ਜਦੋਂ ਆਪਾਂ ਇਹਨਾਂ ਨੂੰ ਸੌਰਟ ਕਰ ਲਿਆ ਤੇ ਖੇਡ ਬਦਲ ਜਾਣੀ ਆ। ਫਿਰ ਹਰ ਇੱਕ ਬੰਦਾ ਹੈਲਦੀ ਵੀ ਹੋਏਗਾ, ਹਰ ਇੱਕ ਬੰਦਾ ਕੋਆਰਡੀਨੇਟਡ ਵੀ ਹੋਏਗਾ, ਖੁਸ਼ ਵੀ ਹੋਏਗਾ। ਤਾਂ ਆਹ ਜਿਹੜੇ ਆਪਾਂ ਪੰਗੇ ਦੇਖਦੇ ਨਾ ਛੋਟੀਆਂ ਛੋਟੀਆਂ ਗੱਲਾਂ ਦੇ ਕਮਿਊਨਿਟੀਜ਼ ਵਿੱਚ ਤੇ ਫੈਮਲੀਜ਼ ਵਿੱਚ, ਤੇ ਮੈਨੂੰ ਤਾਂ ਮਾਡਲ ਦਾ ਨਾਂ ਹੀ ਬੜਾ ਪਸੰਦ ਹੈ ਜੀ, ਇੰਟਰਨਲ ਫੈਮਿਲੀ ਸਿਸਟਮ। ਜੀ ਮੀਨਸ ਕਿ ਜੇ ਤੁਹਾਡਾ ਇੰਟਰਨਲ ਫੈਮਿਲੀ ਸਿਸਟਮ ਠੀਕ ਹੋ ਗਿਆ ਤੇ ਐਕਸਟਰਨਲ ਆਪਣੇ ਆਪ ਠੀਕ ਹੋ ਜਾਏਗਾ। ਜੀ ਜੀ। ਇਹਦੇ ਨਾਲ ਜਿਹੜੀ ਤੁਸੀਂ ਨਾ ਵੇਟ ਲੋਸ ਵਾਲੀ ਗੱਲ ਕਹੀ, ਇਹ ਮੇਰੇ ਮਤਲਬ ਮੈਂ ਨਾ ਪਿਛਲੇ 2-3 ਸਾਲਾਂ ਦੇ ਵਿੱਚ ਕਾਫੀ ਅਲੱਗ-ਅਲੱਗ ਚੀਜ਼ਾਂ ਟਰਾਈ ਵੀ ਕੀਤੀਆਂ, ਟੈਸਟ ਵੀ ਕੀਤੀਆਂ ਨੇ। ਉਹਦੇ ਵਿੱਚ ਜਿਵੇਂ ਨਾ ਇੱਕ ਜਿਵੇਂ ਵੇਟ ਲੋਸ ਵਾਲੇ ਸਪਲੀਮੈਂਟ ਜੇ ਹੁੰਦੇ ਆ, ਸ਼ੇਕ ਸ਼ੂਕ ਪੀਂਦੇ ਹੋ ਤੁਸੀਂ। ਇੱਕ ਉਹਦੇ ਵਿੱਚ ਇਹ ਵੀ ਹੁੰਦਾ ਵੀ ਇੱਕ ਤੁਸੀਂ ਗੋਲੀ ਖਾਣੀ ਹੁੰਦੀ ਆ, ਵੀ ਵਾਟਰ ਬੈਲੈਂਸ ਵਾਲੀ ਗੋਲੀ ਕਹਿੰਦੇ ਆ ਉਹਨੂੰ ਸ਼ਾਇਦ। ਅਤੇ ਮੈਂ ਕਿਸੇ ਨਾਲ ਕਾਫੀ ਟਾਈਮ ਪਹਿਲਾਂ ਗੱਲ ਕਰੀ ਆ ਮੈਂ ਇੰਡੀਆ ਤੋਂ, ਯਾਰ ਵੀ ਉਹ ਗੋਲੀ ਖਾਂਦੇ ਆ, ਉਹਨਾਂ ਵਾਟਰ ਬੈਲੈਂਸ ਹੋ ਜਾਂਦਾ ਸਾਰਾ ਕੁਛ। ਪਰ ਮਤਲਬ ਉਹ ਤਾਂ ਜਿਵੇਂ ਤੁਸੀਂ ਐਕਸਰਸਾਈਜ਼ ਵਗੈਰਾ ਕਰਦੇ ਹੋ ਸਾਰਾ ਕੁਛ ਬੈਲੈਂਸ ਹੋ ਜਾਂਦਾ। ਪਰ ਇੱਕ ਚੀਜ਼ ਇਹ ਸੀਗੀ ਵੀ ਉਹ ਗੋਲੀ ਨਹੀਂ ਸੀਗੀ, ਉਹ ਤੁਹਾਡੇ ਸਬਕੌਂਸ਼ੀਅਸ ਮਾਈਂਡ 'ਚ ਬਹਿੰਦੀ ਆ ਵੀ ਕੀ ਪਤਾ ਗੋਲੀ ਪਤਾ ਨਹੀਂ ਕੀ ਕਰਦੀ ਆ। ਜਦੋਂ ਉਹਨੇ ਤੁਹਾਨੂੰ ਯਕੀਨ ਕਰਾਉਣਾ ਵੀ ਇਹ ਗੋਲੀ ਨਾਲ ਵਜ਼ਨ ਘੱਟ ਰਿਹਾ ਵਾ, ਉਹ ਤੁਹਾਡੇ ਦਿਮਾਗ 'ਚ ਬਹਿ ਜਾਣੀ ਆ ਉਹ ਵੀ ਕੀ ਪਤਾ ਸੱਚੀਓ ਘੱਟਦਾ ਹੋਵੇ। ਵੀ ਬੰਦਾ ਗੋਲੀ ਖਾਂਦਾ, ਗੋਲੀ ਨਾਲ ਡਾਈਟਿੰਗ ਵਗੈਰਾ ਸਾਰਾ ਕੁਛ ਕਰਦਾ, ਉਹਦਾ ਕੱਟਣਾ ਹੀ ਆ ਆਟੋਮੈਟਿਕਲੀ। ਪਰ ਉਹ ਤੁਹਾਨੂੰ ਯਕੀਨ ਇਹ ਦਿਵਾਇਆ ਜਾਂਦਾ ਵਾ ਵੀ ਤੁਹਾਡਾ ਵਜ਼ਨ ਇਹ ਗੋਲੀ ਕਰਕੇ ਘੱਟ ਰਿਹਾ ਵਾ। ਤੁਸੀਂ ਕਦੀ ਪਲੇਸੀਬੋ ਦਾ ਨਾਂ ਸੁਣਿਆ ਜੀ? ਪਲੇਸੀਬੋ ਇਫੈਕਟ ਮੈਨੂੰ ਹੁਣ ਦਿਮਾਗ 'ਚੋਂ ਨਿਕਲ ਗਿਆ ਕੀ ਸੀਗਾ। ਪਲੇਸੀਬੋ ਇਫੈਕਟ ਦਾ ਇਹੀ ਮਤਲਬ ਹੈ ਜੀ, ਜੇ ਹੁਣ ਮੈਂ ਕੋਈ ਖੰਡ ਦੀਆਂ ਗੋਲੀਆਂ ਬਣਾ ਕੇ ਰੱਖ ਲਵਾਂ ਤੇ ਮੈਂ ਤੁਹਾਨੂੰ ਦੱਸਦਾ ਵੀ ਇਹ ਗੋਲੀ ਰੋਜ਼ ਲਓ ਤਾਂ ਆਹ ਕੰਮ ਹੋਊਗਾ। ਹਾਂਜੀ। ਵੀ ਤੁਹਾਡੀ ਆਹ ਚੀਜ਼ ਠੀਕ ਹੋ ਜੂਗੀ। ਹਾਂਜੀ। ਉਹ ਹੋ ਜਾਂਦੀ ਹੈ, ਪਰ ਉਹ ਵੈਸੇ ਖੰਡ ਦੀ ਗੋਲੀ ਹੁੰਦੀ ਹੈ। ਓਕੇ। ਇੱਕ ਉਹ ਵੀ ਸੀਗਾ, ਉਹਨੂੰ ਕਹਿੰਦੇ ਆ ਪਲੇਸੀਬੋ ਇਫੈਕਟ। ਜਿਵੇਂ ਕਿਸੇ ਕਮਰੇ ਦੇ ਵਿੱਚ ਕਿਸੇ ਬੰਦੇ ਨੂੰ ਸੂਈ ਚੁਭਾਈ ਗਈ, ਇਸੇ ਦਾ ਸੇਮ ਥਿੰਗ ਨਾ ਵੀ ਉਹਨੂੰ ਸੂਈ ਚੁਭਾਈ ਗਈ, ਉਹਨੂੰ ਉਹਦੇ ਬੋਡੀ ਦੇ ਵਿੱਚ ਜ਼ਹਿਰ ਆ ਗਈ ਸੀਗੀ ਆਟੋਮੈਟਿਕਲੀ। ਵੀ ਉਹਨੂੰ ਪਹਿਲਾਂ ਇੱਦਾਂ ਆਈ ਡੋਨਟ ਨੋ ਸੇਮ ਥਿੰਗ, ਬਟ ਇੱਦਾਂ ਸੀਗਾ ਵੀ ਕਿਸੇ ਬੰਦੇ ਨੂੰ ਇੱਕ ਸੱਪ ਦਿਖਾਇਆ ਗਿਆ ਅਤੇ ਰੂਮ ਦੇ ਵਿੱਚ ਬੈਠਾ ਸੀਗਾ ਅਤੇ ਬਾਅਦ 'ਚ ਉਹਦੇ ਪੈਰ ਦੇ ਉੱਤੇ ਸੂਈ ਚੁਭਾਈ ਗਈ ਅਤੇ ਹੀ ਡਾਇਡ ਬਿਕੋਜ਼ ਆਫ ਦਾ ਪੋਇਜ਼ਨ। ਆਈ ਡੋਨਟ ਨੋ ਵੀ ਇਜ਼ ਦਾ ਸੇਮ ਥਿੰਗ। ਉਹ ਫੀਅਰ ਫੈਕਟਰ ਤੁਸੀਂ ਕਹਿ ਰਹੇ ਹੋ ਕਿ ਉਹਨੂੰ ਲੱਗਾ ਕਿ ਮੇਰੇ ਅੰਦਰ ਜ਼ਹਿਰ ਚਲਾ ਗਿਆ ਤਾਂ ਇਸੇ ਚੀਜ਼ ਨਾਲ ਮਰ ਗਿਆ। ਹਾਂਜੀ ਹਾਂਜੀ। ਇਟਸ ਅ ਡਿਫਰੈਂਟ ਥਿੰਗ ਆਈ ਥਿੰਕ। ਲਿਟਲ ਬਿਟ ਡਿਫਰੈਂਟ। ਪਰ ਪਲੇਸੀਬੋ ਇਫੈਕਟ ਦਾ ਮਤਲਬ ਹੈ ਕਿ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਤੁਹਾਨੂੰ ਇਹ ਵਿਸ਼ਵਾਸ ਦਿਵਾਇਆ ਜਾਂਦਾ ਕਿ ਇਹ ਦਵਾਈ ਨਾਲ ਤੁਸੀਂ ਠੀਕ ਹੋ ਰਹੇ ਹੋ। ਉਹ ਦਵਾਈ ਨਹੀਂ ਹੁੰਦੀ। ਓਕੇ। ਉਹ ਸਿਰਫ ਐਵੇਂ ਝੂਠ ਮੂਠ ਖੰਡ ਦੀ ਗੋਲੀ ਹੁੰਦੀ ਹੈ। ਜੀ ਜੀ। ਅਤੇ ਉਹ ਖੰਡ ਦੀ ਗੋਲੀ ਖਾਣ ਨਾਲ ਤੁਹਾਡਾ ਮਨ ਅੰਦਰੋਂ ਬਿਲੀਵ ਕਰਦਾ ਆ ਕਿ ਮੈਂ ਠੀਕ ਹੋ ਜਾਣਾ। ਸੋ ਬਿਲੀਵ ਕਰਨ ਨਾਲ ਹੀ ਤੁਹਾਡਾ ਮਨ ਠੀਕ ਹੋ ਜਾਂਦਾ, ਤੁਹਾਡੀ ਪ੍ਰੋਬਲਮ ਠੀਕ ਹੋ ਜਾਂਦੀ ਹੈ। ਓਕੇ। ਵੀ ਇੰਨੀ ਬਿਲੀਵਿੰਗ ਪਾਵਰ ਇੰਨੀ ਸਟਰੋਂਗ ਆ। ਇੰਨੀ ਸਟਰੋਂਗ ਆ। ਅਤੇ ਮੈਨੂੰ ਤਾਂ ਆਈ ਹੈਵ ਰੀਅਲੀ ਰੀਅਲੀ ਹਾਈ ਹੋਪਸ। ਈਵਨ IFS ਮਾਡਲ ਦੇ ਨਾਲ ਸਿਰਫ ਮਾਨਸਿਕ ਰੋਗ ਨਹੀਂ ਦੂਰ ਹੋਏ ਲੋਕਾਂ ਦੇ, ਕਈ ਲੋਕਾਂ ਨੂੰ ਬਹੁਤ ਲਾਈਫ ਲੌਂਗ ਰੋਮੇਟਾਇਡ ਆਰਥਰਾਈਟਸ ਸੀਗਾ, ਉਹਨਾਂ ਦੀਆਂ ਜੋੜਾਂ ਦੀਆਂ ਦਰਦਾਂ ਸੀਗੀਆਂ। ਹਾਂਜੀ। ਇਸ ਥੈਰੇਪੀ ਤੋਂ ਬਾਅਦ ਬਿਲਕੁਲ ਖਤਮ ਹੋ ਗਈਆਂ। ਉਹ ਮਤਲਬ ਮਾਈਂਡਸੈਟ ਦਾ ਲਿੰਕ। ਓਕੇ। ਮਾਈਂਡਸੈਟ, ਜੇ ਤੁਹਾਡੇ ਅੰਦਰ ਦੀ ਟੀਮ, ਤੁਹਾਡੀ ਬਿਜ਼ਨਸ ਦੀ ਟੀਮ ਕੋਆਰਡੀਨੇਟ ਨਾ ਕਰੇ ਤਾਂ ਇੱਕ ਨੁਕਸਾਨ ਤਾਂ ਹੁੰਦਾ ਕਿ ਤੁਹਾਡਾ ਪੈਸਾ ਨਹੀਂ ਬਣਦਾ, ਤੁਹਾਡਾ ਬਿਜ਼ਨਸ ਨਹੀਂ ਅੱਗੇ ਜਾਂਦਾ, ਹੋਰ ਵੀ ਬਹੁਤ ਸਾਰੇ ਨੁਕਸਾਨ ਹੋ ਜਾਂਦੇ ਆ ਇੰਟਰਨਲ ਨਾ। ਸੋ ਰੂਮੇਟਾਇਡ ਆਰਥਰਾਈਟਸ ਇਜ਼ ਲਾਈਕ ਟੈਂਸ਼ਨ ਨੂੰ ਹੋਲਡ ਕਰਕੇ ਰੱਖਣਾ ਆਪਣੇ ਜੁਆਇੰਟਸ ਵਿੱਚ। ਓਕੇ। ਉਹਦੇ ਨਾਲ ਤੁਹਾਡੇ ਜੋੜਾਂ ਦੀਆਂ ਦਰਦਾਂ ਸ਼ੁਰੂ ਹੋ ਜਾਂਦੀਆਂ। ਅਤੇ ਜਦੋਂ ਟੈਨਸ਼ਨ ਖਤਮ ਤਾਂ ਦਰਦਾਂ ਖਤਮ। ਓਕੇ। ਸਿਰਫ ਮੈਂਟਲੀ ਨਹੀਂ ਹੈਗਾ, ਫਿਜ਼ੀਕਲੀ ਵੀ ਹੈਗਾ। ਫਿਜ਼ੀਕਲ ਸਿੰਪਟਮਸ ਵੀ ਖਤਮ ਹੋ ਜਾਣਗੇ ਤੁਹਾਡੇ ਜੀ, ਜਿਹੜੇ ਕਿ ਅੱਜ ਕੱਲ੍ਹ ਬਹੁਤ ਜ਼ਿਆਦਾ। ਤੁਸੀਂ ਰੂਮੇਟਾਇਡ ਆਰਥਰਾਈਟਸ ਬਾਰੇ ਸੁਣਿਆ ਅਤੇ ਬੋਡੀ ਪੇਨਸ ਬਾਰੇ ਸੁਣਿਆ, ਹੈਡਏਕਸ ਬਾਰੇ ਸੁਣਿਆ। ਇਨਫੈਕਟ ਮੈਂ ਨਾਂ ਨਹੀਂ ਲੈ ਸਕਦੀ, ਮੇਰੇ ਪ੍ਰੋਫੈਸ਼ਨ ਦੀ ਮਜਬੂਰੀ ਹੈ। ਮੇਰੇ ਕੋਲ ਕਾਫੀ ਸਾਰੇ ਕਲਾਇੰਟਸ ਇੱਦਾਂ ਦੇ ਆਏ ਜਿਨ੍ਹਾਂ ਨੇ 3-3, 4-4 ਸਾਲ ਦਵਾਈ ਵੀ ਖਾਧੀ ਸਿਰ ਦਰਦ ਦੀ। ਓਕੇ। ਡਾਕਟਰਸ ਤੋਂ, ਪਰ ਸਿਰ ਦੁਖਣਾ ਨਹੀਂ ਹਟਿਆ। ਪਰ ਜਦੋਂ ਉਹਨਾਂ ਨੇ ਆਪਣੇ ਅੰਦਰ ਦੀ ਮੈਂਟਲ ਜੋ ਵੀ ਖਲਾਰਾ ਪਿਆ ਹੋਇਆ ਸੀ ਉਹਦੇ ਨਾਲ ਡੀਲ ਕੀਤਾ, ਹੈਡੇਕ ਵਾਸ ਗੋਨ। ਓਕੇ। ਅਤੇ ਕੋਈ ਐਗਜ਼ਾਮਪਲ ਮਤਲਬ ਕੋਈ ਕੇਸ ਸੀ, ਮਤਲਬ ਕਿਸੇ ਭਰਾ ਭੈਣ ਨੇ ਤੁਹਾਨੂੰ ਅਪਰੋਚ ਕੀਤਾ ਹੋਵੇ ਅਤੇ ਬਿਨਾਂ ਉਹਨਾਂ ਦੀ ਡਿਟੇਲਸ ਵਗੈਰਾ ਕੁਛ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋਵੋ, ਜਾਂ ਤੁਹਾਡਾ ਕੋਈ ਪਰਸਨਲ ਐਕਸਪੀਰੀਅੰਸ ਹੋਇਆ ਹੋਵੇ? ਹਾਂਜੀ, ਮੇਰਾ ਪਰਸਨਲ ਐਕਸਪੀਰੀਅੰਸ ਹੋਇਆ ਕਿ ਮੈਨੂੰ ਮੈਂ ਇਨਫੈਕਟ ਜਗ੍ਹਾ ਵੀ ਨਹੀਂ ਮੈਨਸ਼ਨ ਕਰਾਂਗੀ ਕਿ ਕਿੱਥੋਂ ਦਾ ਸੀਗਾ ਮੇਰਾ ਕਲਾਇੰਟ। ਅਤੇ ਸਭ ਤੋਂ ਜ਼ਿਆਦਾ ਕੋਚਿੰਗ ਦੇ ਵਿੱਚ ਇੱਕ ਕੌਨਸੈਪਟ ਹੈ ਕਿ ਜਿਹੜਾ ਬੰਦਾ, ਫੋਰ ਐਗਜ਼ਾਮਪਲ ਤੁਸੀਂ ਮੇਰੇ ਕੋਲ ਆਓ ਅਤੇ ਤੁਸੀਂ ਮੈਨੂੰ ਆ ਕੇ ਕੋਈ ਇੱਦਾਂ ਦੀ ਪ੍ਰੋਬਲਮ ਦੱਸੋ ਕਿ ਕਿਸੇ ਹੋਰ ਬੰਦੇ ਨਾਲ ਮੈਨੂੰ ਪ੍ਰੋਬਲਮ ਹੈ ਅਤੇ ਤੁਸੀਂ ਦੱਸੋ ਮੈਨੂੰ ਕਿੱਦਾਂ ਹੈਲਪ ਕਰ ਸਕਦੇ ਹੋ। ਸੋ ਕੋਚਿੰਗ ਦਾ ਇਹ ਰੂਲ ਹੈ ਜੀ ਕਿ ਮੈਂ ਸਿਰਫ ਤੁਹਾਡੇ ਨਾਲ ਕੰਮ ਕਰ ਸਕਦੀ ਹਾਂ।
ਓਕੇ। ਹੈ ਨਾ। ਅਤੇ ਮੇਰੇ ਕਲਾਇੰਟ ਦਾ ਕੁਐਸਚਨ ਸੀ ਕਿ ਪ੍ਰੋਬਲਮ ਤਾਂ ਮੈਨੂੰ ਦੂਸਰੇ ਬੰਦੇ ਨਾਲ ਹੈ, ਅਤੇ ਜੇ ਤੁਸੀਂ ਮੇਰੇ ਨਾਲ ਕੰਮ ਕਰੋਗੇ ਤਾਂ ਕਿੱਦਾਂ ਫ਼ਰਕ ਪੈ ਜਾਊਗਾ। ਮੈਂ ਕਿਹਾ ਤੂੰ ਕਰਕੇ ਤਾਂ ਦੇਖ ਜੀ, ਕਰਕੇ ਤਾਂ ਦੇਖ, ਅਤੇ ਫਿਰ ਤੂੰ ਮੇਰੇ ਨਾਲ ਗੱਲ ਕਰੀ ਕਿ ਉਸ ਤੋਂ ਬਾਅਦ ਜਦੋਂ ਤੇਰੇ 'ਤੇ ਇਫੈਕਟ ਹੋਊਗਾ ਨਾ। ਅਤੇ ਉਹ ਇੰਨਾ ਮਾਈਂਡ ਬਲੋਇੰਗ ਇਫੈਕਟ ਸੀਗਾ, ਇੰਨਾ ਮਾਈਂਡ ਬਲੋਇੰਗ ਇਫੈਕਟ ਸੀਗਾ ਉਸ ਕਲਾਇੰਟ ਦਾ, ਕਿ ਕਹਿੰਦੀ ਕਿ ਮੈਨੂੰ ਸਮਝ ਹੀ ਨਹੀਂ ਲੱਗੀ ਕਿ ਮੇਰੇ ਬਦਲਣ ਨਾਲ ਮੇਰੇ ਆਸ-ਪਾਸ ਦਾ ਸਭ ਕੁਛ ਬਦਲ ਗਿਆ। ਚੀਜ਼ਾਂ ਚੇਂਜ ਹੋ ਗਈਆਂ। ਜਿਹੜੇ ਬੰਦੇ ਤੋਂ ਉਹਨੂੰ ਪ੍ਰੋਬਲਮ ਸੀਗੀ, ਉਹ ਬੰਦਾ ਹੀ ਬਿਲਕੁਲ ਉਹਨੂੰ ਠੀਕ ਲੱਗਣ ਲੱਗ ਗਿਆ, ਉਹਦੀ ਲਾਈਫ ਵਧੀਆ ਹੋ ਗਈ। ਅਤੇ ਸੋ ਦਿਸ ਇਜ਼ ਜਸਟ ਵਨ ਐਗਜ਼ਾਮਪਲ ਕਿ ਜੇ ਆਪਾਂ ਆਪਣੇ ਆਪ 'ਤੇ ਕੰਮ ਕਰਦੇ ਹਾਂ। ਔਰ ਸਭ ਤੋਂ ਵਧੀਆ ਐਗਜ਼ਾਮਪਲ ਇਹਦੀ ਮੈਂ ਇਹ ਦੇ ਦਿੰਦੀ ਹਾਂ ਵੀ ਆਪਾਂ ਜਿਵੇਂ ਸਨ ਗਲਾਸਿਸ ਲਾਉਂਦੇ ਹਾਂ ਜੀ, ਹੈ ਨਾ। ਅਤੇ ਹੁਣ ਜੇ ਤੁਸੀਂ ਸਨ ਗਲਾਸਿਸ ਲਾਏ ਆ ਅਤੇ ਉਹਨਾਂ ਦਾ ਸ਼ੀਸ਼ਾ ਦਾ ਰੰਗ ਬਰਾਊਨ ਵੀ ਹੋ ਸਕਦਾ ਅਤੇ ਮੇਰਿਆਂ ਦਾ ਬਲੈਕ ਵੀ ਹੋ ਸਕਦਾ, ਹੈ ਨਾ। ਅਤੇ ਮੈਂ ਜਦੋਂ ਵੀ ਕੋਈ ਚੀਜ਼ ਵੇਖੂੰਗੀ ਬਲੈਕ 'ਚੋਂ ਮੈਨੂੰ ਬਲੈਕ ਹੀ ਦਿਸਣੀ ਆ, ਅਤੇ ਤੁਸੀਂ ਵੇਖਣੀ ਆ ਤਾਂ ਤੁਹਾਨੂੰ ਬਰਾਊਨ ਹੀ ਦਿਸਣੀ ਹੈ ਨਾ। ਅਤੇ ਜੇ ਮੈਂ ਹੁਣ ਸਾਰਾ ਦਿਨ ਇਹੀ ਰੌਲਾ ਪਾ ਕੇ ਬੈਠੀ ਰਹਾਂ ਵੀ ਤੁਹਾਨੂੰ ਬਰਾਊਨ ਕਿਉਂ ਦਿਸਦੀ ਹੈ, ਤਾਂ ਉਹ ਤਾਂ ਫਿਰ ਮੇਰੀ ਪ੍ਰੋਬਲਮ ਹੈ ਨਾ, ਕਿਉਂਕਿ ਬਰਾਊਨ ਗਲਾਸਿਸ ਵਾਲੇ ਨੂੰ ਬਰਾਊਨ ਹੀ ਦਿਸਣੀ ਆ। ਸਹੀ ਗੱਲ ਹੈ। ਅਤੇ ਬਲੈਕ ਵਾਲੇ ਨੂੰ ਬਲੈਕ ਹੀ ਦਿਸਣੀ ਆ। ਅਤੇ ਜਦੋਂ ਤੁਹਾਨੂੰ ਇਹ ਸਮਝ ਪੈ ਜਾਂਦੀ ਹੈ ਵੀ ਅਗਲੇ ਦਾ ਨਜ਼ਰੀਆ ਸੇਮ ਨਹੀਂ ਹੈਗਾ ਮੇਰੇ ਵਾਲਾ, ਹੈ ਨਾ। ਹੁਣ ਜਿਵੇਂ ਇੱਥੇ ਆਉਣ ਤੋਂ ਪਹਿਲਾਂ ਮੈਂ ਆਪਣੇ ਬੇਟੇ ਨਾਲ ਗੱਲ ਕਰ ਰਹੀ ਸੀ, ਅਤੇ ਮੈਨੂੰ ਉਹ ਪੁੱਛ ਰਿਹਾ ਸੀਗਾ ਕਿ ਕਹਿ ਰਿਹਾ ਸੀ ਕਿ ਆਪਾਂ ਹਮੇਸ਼ਾ ਰਾਈਟ ਕੰਮ ਕਰਨਾ ਹੁੰਦਾ। ਅਤੇ ਫਿਰ ਮੈਂ ਉਹਨੂੰ ਸਮਝਾ ਰਹੀ ਸੀ ਕਿ ਸਾਡਾ ਸਾਰਿਆਂ ਦਾ ਰਾਈਟ ਵੱਖਰਾ ਵੱਖਰਾ ਵੀ ਹੋ ਸਕਦਾ। ਮੈਂ ਉਹਨੂੰ ਬੜੀ ਕੰਕਰੀਟ ਐਗਜ਼ਾਮਪਲ ਦਿੱਤੀ। ਮੇਰਾ ਬੇਟਾ ਮੀਟ ਖਾਂਦਾ ਆ ਅਤੇ ਮੇਰੀ ਬੇਟੀ ਨਹੀਂ ਖਾਂਦੀ, ਰਾਈਟ। ਅਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਤੈਨੂੰ ਚਿਕਨ ਪਸੰਦ ਆ ਅਤੇ ਇਟਸ ਰਾਈਟ ਫॉर ਯੂ, ਉਹਨੂੰ ਨਹੀਂ ਪਸੰਦ ਅਤੇ ਇਟਸ ਰਾਈਟ ਫॉर ਹਰ। ਸਹੀ ਗੱਲ ਹੈ। ਗਲਤ ਤਾਂ ਤੁਸੀਂ ਦੋਵੇਂ ਨਹੀਂ ਨਾ ਹੈਗੇ। ਅਤੇ ਮੈਂ ਕਿਹਾ ਬਚਪਨ ਤੋਂ ਹੀ ਜਦੋਂ ਮੈਂ ਤੈਨੂੰ ਦਿੰਦੀ ਸੀ ਤੂੰ ਬੜੇ ਮਜ਼ੇ ਨਾਲ ਖਾ ਜਾਂਦਾ ਸੀ ਅਤੇ ਉਹ ਕੱਢ ਕੇ ਸੁੱਟ ਦਿੰਦੀ ਸੀ ਮੂੰਹ 'ਚੋਂ, ਰਾਈਟ। ਅਤੇ ਫਿਰ ਉਹਨੂੰ ਸਮਝ ਲੱਗੀ ਕਿ ਇਸ ਤਰ੍ਹਾਂ ਹੀ ਹੈ ਨਜ਼ਰੀਆ। ਜਦੋਂ ਸਾਨੂੰ ਲੋਕਾਂ ਦਾ ਸਮਝ ਆਉਣਾ ਸ਼ੁਰੂ ਹੋ ਜਾਂਦਾ ਵੀ ਲੋਕਾਂ ਦਾ ਵੱਖਰਾ ਵੱਖਰਾ ਨਜ਼ਰੀਆ ਹੈ। ਅਤੇ ਆਪਾਂ ਰਿਲੇਸ਼ਨਸ਼ਿਪ 'ਚ ਵੀ ਸਭ ਤੋਂ ਵੱਡੀ ਇਹੀ ਪ੍ਰੋਬਲਮ ਆ ਰਹੀ ਹੈ ਜੀ, ਆਪਾਂ ਕਿਸੇ ਨੂੰ ਸਪੇਸ ਹੀ ਨਹੀਂ ਦਿੰਦੇ ਨਾ। ਆਪਾਂ ਕਹਿੰਦੇ ਹਾਂ ਵੀ ਤੂੰ ਮੇਰੇ ਵਰਗਾ ਬਣ ਜਾ। ਕਿੱਦਾਂ ਬਣ ਜਾਊਗਾ ਕੋਈ ਤੁਹਾਡੇ ਵਰਗਾ? ਪੋਸੀਬਲ ਨਹੀਂ ਹੈਗਾ। ਸਹੀ ਗੱਲ ਹੈ ਨਾ। ਜਦੋਂ ਤੱਕ ਸਾਨੂੰ ਇਹ ਨਹੀਂ ਨਾ ਸਮਝ ਆਏਗੀ ਕਿ ਅਗਲਾ ਮੇਰੇ ਵਰਗਾ ਥੋੜ੍ਹਾ ਥੋੜ੍ਹਾ ਬਣ ਸਕਦਾ ਆ, ਪਰ ਉਹਨੇ ਆਪਣੇ ਵਰਗਾ ਹੀ ਰਹਿਣਾ ਆ, ਸਾਰਾ ਨਹੀਂ ਬਣ ਸਕਦਾ। ਜਿੱਦਣ ਇਹ ਸਮਝ ਆ ਜਾਊਗੀ ਤੁਹਾਡੇ ਰਿਲੇਸ਼ਨਸ਼ਿਪ ਪ੍ਰੋਬਲਮਸ, ਤੁਸੀਂ ਇੱਕ ਦੂਜੇ ਨੂੰ ਸਪੇਸ ਦੇਣੀ ਸ਼ੁਰੂ ਕਰ ਦੋਗੇ ਅਤੇ ਉਸ ਸਪੇਸ ਦੇ ਨਾਲ ਬਹੁਤ ਕੁਝ ਸੌਟ ਆਊਟ ਹੋ ਜਾਏਗਾ। ਹਾਂਜੀ। ਅਤੇ ਜਿਵੇਂ ਤੁਸੀਂ ਬੱਚਿਆਂ ਦਾ ਕਹਿ ਰਹੇ ਸੀਗੇ, ਕੁਛ ਮਤਲਬ ਖਾਸ ਕਰਕੇ ਮੈਨੂੰ ਇਹ ਆਸਟ੍ਰੇਲੀਆ ਬਾਰੇ ਜਾਂ ਇੱਥੇ ਦੀ ਕੋਈ ਬੱਚਾ ਹੋਵੇ ਵੀ, ਕਿਉਂਕਿ ਕੁਛ ਕੁ ਏਰੀਆਸ ਇੱਥੇ ਹੈਗੇ ਨੇ ਜਿੱਥੇ ਆਪਣੀ ਕਮਿਊਨਿਟੀ ਬਹੁਤ ਘੱਟ ਆ, ਅਤੇ ਇੱਥੇ ਮਤਲਬ ਆਈਸੋਲੇਟ ਫੈਮਲੀਜ਼ ਨੇ, ਮਦਰ ਫਾਦਰ ਦਾ ਕਪਲ ਹੋ ਗਿਆ ਅਤੇ ਉਹਨਾਂ ਦਾ ਬੱਚਾ ਹੋ ਗਿਆ, ਅਤੇ ਮੇਲ ਜੋਲ ਉਹਨਾਂ ਦਾ ਬਹੁਤ ਘੱਟ ਆ ਆਪਣੀ ਕਮਿਊਨਿਟੀ ਨਾਲ। ਬੱਚਾ ਚੁੱਪ ਰਹਿੰਦਾ, ਗੱਲਬਾਤ ਨਹੀਂ ਕਰਦਾ। ਕਿ ਉਹਨਾਂ ਨੂੰ ਵੀ ਇਹ ਟੈਕਨੀਕ ਦੇ ਨਾਲ, ਇਸ ਸਾਰੀ ਪ੍ਰੋਸੈਸ IVF ਦੇ ਨਾਲ, IFS ਇਹਨਾਂ ਨਾਲ ਕਿਉਰ ਕੀਤਾ ਜਾ, ਮਤਲਬ ਕਿਉਰ ਨਹੀਂ, ਉਹਨਾਂ ਨੂੰ ਮਤਲਬ ਪ੍ਰੋਬਲਮ ਸੋਲਵ ਕੀਤੀਆਂ ਜਾ ਸਕਦੀਆਂ ਨੇ? ਹਾਂਜੀ, ਕੀਤੀਆਂ ਜਾ ਸਕਦੀਆਂ ਪ੍ਰੋਬਲਮਸ। ਅਤੇ ਸਭ ਤੋਂ ਜ਼ਿਆਦਾ ਮੈਂ ਇਹ ਗੱਲ ਵੀ ਇਸ ਡਿਸਕਸ਼ਨ ਦੇ ਵਿੱਚ ਜ਼ਰੂਰ ਕਹਿਣੀ ਚਾਹੂੰਗੀ ਕਿ ਆਪਣੀ ਕਮਿਊਨਿਟੀ ਵਿੱਚ ਇਨ ਜਨਰਲ ਇਸ ਚੀਜ਼ ਦਾ ਬਹੁਤ ਵਿਚਾਰ ਕੀਤਾ ਜਾਂਦਾ ਹੈ ਕਿ ਜੇ ਆਪਾਂ ਆਪਣੇ ਬੱਚੇ ਨੂੰ ਕੋਈ ਪ੍ਰੋਬਲਮ ਹੈ ਤਾਂ ਆਪਾਂ ਉਹਨੂੰ ਸਾਰਿਆਂ ਦੇ ਸਾਹਮਣੇ ਜੇ ਲੈਂਦਾ ਅਤੇ ਸਾਨੂੰ ਸਾਰੇ ਜੱਜ ਕਰਨਗੇ। ਅਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨੂੰ, ਪਲੀਜ਼ ਇਸ ਗੱਲ ਤੋਂ ਬਾਹਰ ਨਿਕਲੋ ਅਤੇ ਪਲੀਜ਼ ਇਹਨਾਂ ਗੱਲਾਂ ਨੂੰ ਮੰਨਣਾ ਸ਼ੁਰੂ ਕਰੋ ਕਿ ਜੇ ਪ੍ਰੋਬਲਮ ਹੈ ਉਹਨੂੰ ਐਕਨੋਲੇਜ ਕਰੋ, ਉਹਨੂੰ ਸਾਹਮਣੇ ਲੈ ਕੇ ਆਓ, ਪ੍ਰੋਫੈਸ਼ਨਲਸ ਦੀ ਹੈਲਪ ਲਓ। ਅਤੇ ਇਹ ਪ੍ਰੋਬਲਮਸ ਇੰਨੀਆਂ ਡਿਫੀਕਲਟ ਨਹੀਂ ਆ ਜੇ ਤੁਸੀਂ ਖਾਸ ਤੌਰ 'ਤੇ ਬੱਚਿਆਂ ਦੇ ਛੋਟੀ ਉਮਰ 'ਚ ਉਹਨਾਂ ਨਾਲ ਡੀਲ ਕਰ ਲਿਆ ਤਾਂ। ਕਿਉਂਕਿ ਕੁਝ ਪ੍ਰੋਬਲਮਸ ਐਸੀਆਂ ਕਿ ਜੇ ਤੁਸੀਂ 5 ਸਾਲ ਦੀ ਏਜ ਤੱਕ ਕਰ ਲਿਆ ਤਾਂ ਠੀਕ ਹੈ, ਅਦਰਵਾਈਜ਼ ਉਹ ਪਰਮਾਨੈਂਟ ਹੋ ਜਾਂਦੀਆਂ। ਅਤੇ ਕੁਝ ਪ੍ਰੋਬਲਮਸ, ਇਹ ਤਾਂ ਚਲੋ ਆਪਾਂ ਪ੍ਰੋਬਲਮਸ ਦੀ ਗੱਲ ਕਰ ਲਈ, ਪਰ ਜਿਹੜਾ ਨੂੰ ਨਹੀਂ ਵੀ ਪ੍ਰੋਬਲਮਸ ਬੱਚਿਆਂ ਨੂੰ, ਕਹਿੰਦੇ 7-8 ਸਾਲ ਦੀ ਉਮਰ ਤੱਕ ਬੱਚੇ ਦਾ ਬਲੂ ਪ੍ਰਿੰਟ ਬਣ ਜਾਂਦਾ। ਉਹਨੂੰ ਮਤਲਬ ਬਲੂ ਪ੍ਰਿੰਟ ਇਨ ਦਾ ਸੈਂਸ ਵੀ ਉਹਨੂੰ ਪਤਾ ਹੁੰਦਾ ਮੈਂ ਕੀ ਕਰਨਾ, ਜਾਂ ਉਹਦੇ ਦਿਮਾਗ ਦੇ ਵਿੱਚ ਮਤਲਬ ਇੱਕ ਇਮੇਜ ਛਪ ਜਾਂਦੀ ਆ, ਇੱਕ ਸੋਫਟਵੇਅਰ ਬਣ ਜਾਂਦਾ ਬੱਚੇ ਦਾ ਨਾ, ਅਤੇ ਉਹ ਫਿਰ ਬਾਕੀ ਸਾਰੀ ਉਮਰ ਉਸ ਸੋਫਟਵੇਅਰ ਤੋਂ ਆਪਰੇਟ ਕਰਦਾ। ਜੇ ਉਹਨੂੰ ਮਤਲਬ ਫੋਰ ਐਗਜ਼ਾਮਪਲ, ਜੇ ਮਤਲਬ ਉਹਨੂੰ ਕੋਈ ਬੰਦਾ ਨਹੀਂ ਪਸੰਦ, ਆਪਾਂ ਪੇਰੈਂਟਸ ਦੀ ਗੱਲ ਨਹੀਂ ਕਰਦੇ, ਕਿਸੇ ਅੰਕਲ ਦੀ, ਕਿਸੇ ਹੋਰ ਬੰਦੇ ਦੀ, ਜੇ ਉਹਨੂੰ ਉਸ ਟਾਈਮ ਲੱਗਿਆ ਵੀ ਉਹ ਬੰਦਾ ਸਹੀ ਨਹੀਂ ਹੈਗਾ, ਉਹਨੂੰ ਸਾਰੀ ਜ਼ਿੰਦਗੀ ਉਹ ਬੰਦਾ ਪਸੰਦ ਨਹੀਂ ਆਉਣਾ, ਮਤਲਬ। ਜਾਂ ਕਹਿ ਲਓ ਕਿ ਉਹ ਸਾਰਿਆਂ ਨੂੰ ਉਸ ਫਿਲਟਰ 'ਚੋਂ ਕੱਢੂਗਾ। ਇੱਕ ਸੋਚ ਦਾ ਤਰੀਕਾ ਕਹਿ ਸਕਦੇ ਹੋ ਤੁਸੀਂ ਨਾ। ਬਲੂ ਪ੍ਰਿੰਟ ਦਾ ਮਤਲਬ ਹੈ ਇੱਕ ਮੈਪ ਬਣ ਗਿਆ ਉਹਦੇ ਅੰਦਰ ਨਾ, ਕਿ ਹੁਣ ਮੈਂ ਸਾਰੀ ਜ਼ਿੰਦਗੀ ਇਸ ਤਰੀਕੇ ਨਾਲ ਜੀਣੀ ਹੈ। ਅਤੇ ਬਚਪਨ ਦਾ ਜਿਹੜਾ ਟਾਈਮ ਹੈ, ਕੁਛ ਤਾਂ ਪ੍ਰੋਬਲਮਸ ਇਹੋ ਜਿਹੀਆਂ ਹੈਗੀਆਂ ਜੀ, ਹੁਣ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਔਟਿਜ਼ਮ ਹੈ ਜਿਵੇਂ ਬੱਚਿਆਂ ਦੇ ਵਿੱਚ, ਕਾਫੀ ਜ਼ਿਆਦਾ ਡਾਇਗਨੋਸਿਸ ਇੱਥੇ ਔਟਿਜ਼ਮ ਦਾ ਪਾਇਆ ਜਾਂਦਾ। ਉਹਦੇ ਵਿੱਚ ਤਾਂ ਬਹੁਤ ਕਲੀਅਰਲੀ ਰਿਸਰਚ ਕਹਿੰਦੀ ਹੈ ਕਿ ਜੇ ਤੁਸੀਂ
5 ਸਾਲ ਦੀ ਉਮਰ ਤੱਕ अर्ਲੀ ਇੰਟਰਵੈਂਸ਼ਨ ਨਹੀਂ ਕੀਤੀ ਬੱਚੇ ਨਾਲ ਤਾਂ ਬੱਚਾ ਆਪਣੇ ਅੰਦਰ ਲੌਕ ਹੋ ਜਾਂਦਾ। ਓਕੇ। ਅੰਦਰ ਲੌਕ ਹੋਣ ਦਾ ਮਤਲਬ ਹੈਗਾ ਕਿ ਹੁਣ ਉਹਨੂੰ ਬਹੁਤ ਸਾਰੀਆਂ ਥੈਰੇਪੀਜ਼ ਦਾ ਇਫੈਕਟ ਉਹਨਾਂ ਨਹੀਂ ਹੋਏਗਾ, ਕਿਉਂਕਿ ਸ਼ਟ ਡਾਊਨ ਹੋ ਗਿਆ ਬੱਚਾ, ਆਪਣੇ ਸ਼ੈੱਲ ਵਿੱਚ ਵੜ ਗਿਆ। ਅਤੇ ਜੇ ਹੁਣ ਤੁਸੀਂ ਇੰਨੇ ਸਾਲ ਇਹ ਗਵਾ ਦਿੱਤੇ ਇਹ ਸੋਚਣ 'ਚ ਵੀ ਦੱਸੀਏ ਕਿ ਨਾ ਦੱਸੀਏ, ਹੈਲਪ ਲਈਏ ਕਿ ਨਾ ਲਈਏ, ਤਾਂ ਫਿਰ ਤੁਸੀਂ ਬੱਚੇ ਨਾਲ ਵੀ ਬਹੁਤ ਜ਼ਿਆਦਤੀ ਕਰ ਰਹੇ ਹੋ ਅਤੇ ਆਪਣੇ ਆਪ ਨਾਲ ਵੀ ਬਹੁਤ ਜ਼ਿਆਦਤੀ ਕਰ ਰਹੇ ਹੋ। ਬਹੁਤ ਲੇਟ ਹੋ ਜਾਏਗਾ, ਬਹੁਤ ਲੇਟ ਹੋ ਜਾਏਗਾ। ਸੋ ਜੇ ਤੁਸੀਂ ਮਤਲਬ ਬੀ ਓਪਨ ਅਬਾਊਟ ਇਟ। ਆਪਾਂ ਇਸ ਕੰਟਰੀ 'ਚ ਰਹਿੰਦੇ ਹਾਂ, ਇੱਥੇ ਇੰਨਾ ਗਵਰਨਮੈਂਟ ਵੱਲੋਂ ਇੰਨੀ ਫੰਡਿੰਗ ਹੈ ਔਰ ਹੈਲਪ ਇੰਨੀ ਜ਼ਿਆਦਾ ਅਵੇਲੇਬਲ ਹੈ। ਬੀ ਓਪਨ ਅਬਾਊਟ ਇਟ ਜੀ। ਮਤਲਬ ਐਡਰੈਸ ਕਰੋ ਇਹਨਾਂ ਚੀਜ਼ਾਂ ਨੂੰ, ਕਿਉਂਕਿ ਜੇ ਨਹੀਂ ਐਡਰੈਸ ਕਰਦੇ ਤਾਂ ਤੁਸੀਂ ਆਪਣੇ ਬੱਚੇ ਨਾਲ ਜ਼ਿਆਦਤੀ ਕਰ ਰਹੇ ਹੋ। ਅਤੇ ਹਰ ਤਰ੍ਹਾਂ ਜਿਹੜੀ ਤੁਸੀਂ IFS ਦੀ ਗੱਲ ਕੀਤੀ ਹੈ, ਅਤੇ ਇਸ ਕਰਕੇ ਮੈਂ ਇਸ ਗੱਲ ਦੀ ਪਹਿਲਾਂ ਗੱਲ ਕੀਤੀ ਹੈ ਕਿ ਪਹਿਲਾਂ ਤਾਂ ਇਸ ਗੱਲ ਨੂੰ ਐਕਨੋਲੇਜ ਕਰੋ। ਵੱਧ ਤੋਂ ਵੱਧ ਕੀ ਹੋਊਗਾ ਜੇ ਤੁਸੀਂ ਕਿਸੇ ਥੈਰੇਪਿਸਟ ਕੋਲ ਗਏ, ਹੋ ਸਕਦਾ ਤੁਹਾਡੇ ਬੱਚੇ ਨੂੰ ਨਾ ਪ੍ਰੋਬਲਮ ਹੋਵੇ, ਠੀਕ ਹੈ, ਯੂ ਕੈਨ ਲਿਵ ਵਿਦ ਇਟ। ਪਰ ਜੇ ਹੋਵੇ ਤਾਂ ਤੁਸੀਂ ਕੁਛ ਕਰ ਹੀ ਨਹੀਂ ਰਹੇ ਜੀ, ਹੈ ਨਾ। ਸੋ ਇਹ ਬਹੁਤ ਜ਼ਰੂਰੀ ਹੈ ਕਿ ਆਪਾਂ ਇਸ ਸਟਿਗਮੇ ਤੋਂ ਬਾਹਰ ਨਿਕਲੀਏ, ਮੈਂਟਲ ਹੈਲਥ ਦੇ ਸਟਿਗਮੇ ਇਨ ਜਨਰਲ ਤੋਂ ਵੀ ਬਾਹਰ ਨਿਕਲੀਏ ਕਿ ਆਪਾਂ ਕਿਸੇ ਨੂੰ ਕੋਈ ਮੈਂਟਲ ਹੈਲਥ ਇਸ਼ੂਜ਼ ਹੋਣ, ਆਪਾਂ ਘਰ ਬੈਠ ਕੇ ਇਹ ਨਾ ਸੋਚਦੇ ਰਹੀਏ ਵੀ ਕਿਸੇ ਨੂੰ ਪਤਾ ਲੱਗ ਜਾਊਗਾ ਅਤੇ ਕੀ ਹੋਊਗਾ। ਜੀ ਨਹੀਂ, ਆਪਾਂ ਉਸ ਗੱਲ ਨੂੰ ਐਕਸੈਪਟ ਕਰੀਏ। ਅਤੇ ਵਨ ਆਫ ਦਾ ਰੀਜ਼ਨਸ ਮੈਂ ਇਸ ਫੀਲਡ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਮੇਰੇ ਕਲਾਇੰਟਸ ਅਕਸਰ ਮੈਨੂੰ ਆ ਕੇ ਕਹਿੰਦੇ ਆ ਕਿ ਜੇ ਉਹ ਕਿਸੇ ਲੈਟਸ ਸੇ ਇੱਥੋਂ ਦੇ ਬਾਊਂਡ ਕਿਸੇ ਥੈਰੇਪਿਸਟ ਕੋਲ ਜਾਂਦੇ ਆ ਜਾਂ ਕਿਸੇ ਕੋਚ ਕੋਲ ਜਾਂਦੇ ਆ, ਉਹ ਕਲਚਰਲੀ ਰਿਲੇਟ ਨਹੀਂ ਕਰ ਪਾਉਂਦੇ ਜੀ, ਕਿਉਂਕਿ ਆਪਣਾ ਕਲਚਰਲ ਸੈਟਅਪ ਬਿਲਕੁਲ ਡਿਫਰੈਂਟ ਆ। ਅਤੇ ਮੈਨੂੰ ਲੱਗਦਾ ਆ ਕਿ ਆਪਣੇ ਕੋਲ ਇੰਨੀ ਰਿਚ ਹੈਰੀਟੇਜ ਹੈ, ਇੰਨੀ ਰਿਚ ਅਤੇ ਇੰਨੀ ਇਨ ਡੈਪਥ ਆਪਾਂ ਬਾਣੀ ਪੜ੍ਹਦੇ ਹਾਂ, ਇੰਨੀ ਆਪਣੇ ਕੋਲ ਐਜੂਕੇਸ਼ਨ ਆ। ਅਤੇ ਫਿਰ ਮੇਰੇ ਤੋਂ ਤਾਂ ਕਈ ਵਾਰੀ ਬਰਦਾਸ਼ਤ ਹੀ ਨਹੀਂ ਹੁੰਦਾ ਜਦੋਂ ਮੈਨੂੰ ਕਦੀ ਕੋਈ ਨਿਊਜ਼ ਪੜ੍ਹਨ ਨੂੰ ਮਿਲਦੀ ਆ ਅਤੇ ਜਾਂ ਸੁਣਨ ਨੂੰ ਮਿਲਦਾ ਕਿ ਆਪਾਂ ਇੰਨੇ ਧਾਰਮਿਕ ਹਾਂ, ਆਪਾਂ ਇੰਨੇ ਜ਼ਿਆਦਾ ਨੌਲੇਜੇਬਲ ਹਾਂ, ਅਤੇ ਫਿਰ ਆਪਾਂ ਨੂੰ ਇੰਨੀਆਂ ਪ੍ਰੋਬਲਮਸ ਆ ਰਹੀਆਂ। ਸਾਡੇ ਬੱਚੇ ਤਾਂ ਡਿਪਰੈਸ ਹੋ ਹੀ ਨਹੀਂ ਸਕਦੇ, ਹੋਣਾ ਹੀ ਨਹੀਂ ਚਾਹੀਦਾ। ਸੋ ਮੈਂ ਆਪਣੀ ਪੂਰੀ ਲਾਈਫ, ਰੈਸਟ ਆਫ ਮਾਈ ਲਾਈਫ ਪਰਮਾਤਮਾ ਨੇ ਜਿੰਨੀ ਵੀ ਮੈਨੂੰ ਦਿੱਤੀ ਹੈ, ਮੈਂ ਇਸ ਮਿਸ਼ਨ 'ਤੇ ਡੈਡੀਕੇਟ ਕੀਤੀ ਹੈ। ਅਤੇ ਮੇਰਾ ਇਹ ਡਰੀਮ ਹੈ ਕਿ ਜੇ ਜ਼ਿਆਦਾ ਨਹੀਂ ਤਾਂ ਮੈਂ ਘੱਟੋ ਘੱਟ 100 ਪੇਰੈਂਟਸ ਨੂੰ ਟ੍ਰੇਨ ਕਰ ਦਿਆਂ ਇਸੇ ਫੀਲਡ ਵਿੱਚ, ਜਿਸ ਫੀਲਡ ਵਿੱਚ ਮੈਂ ਕੰਮ ਕਰ ਰਹੀ ਹਾਂ। ਫਿਰ ਉਹ ਹਰ ਇੱਕ ਪੇਰੈਂਟ 100 ਪੇਰੈਂਟਸ ਨੂੰ ਕਰੋ ਤਾਂ ਸੱਚੋ ਲਹਿਰ ਕਿੱਥੇ ਜਾਊਗੀ। ਜੀ ਭੈਣ, ਸਾਡੀ ਵੀ ਕੋਸ਼ਿਸ਼ ਇਹੀ ਹੋਗੀ ਵੀ ਇਹਨੂੰ ਜਿਹੜੀ ਤੁਸੀਂ ਇਨਫੋਰਮੇਸ਼ਨ ਹੁਣ ਸਾਨੂੰ ਦਿੱਤੀ ਆ, ਇਹਨੂੰ ਵੱਧ ਤੋਂ ਵੱਧ ਜਿਹੜੇ ਪੇਰੈਂਟਸ ਨੇ ਉਹਨਾਂ ਤੱਕ ਪਹੁੰਚਾਇਆ ਜਾਵੇ, ਵੱਧ ਤੋਂ ਵੱਧ ਕਮਿਊਨਿਟੀ ਤੱਕ ਪਹੁੰਚਾਇਆ ਜਾਵੇ, ਕਿਉਂਕਿ ਇਟਸ ਨਾਟ ਵੀ ਸਿਰਫ ਪੇਰੈਂਟਸ ਦੀ ਪ੍ਰੋਬਲਮ ਨਹੀਂ ਹੈਗੀ। ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਐਡਰੈਸ ਮਤਲਬ ਨਾਲ ਹਿਡਨ ਹੈਗੀ ਆ, ਉਹਦੇ ਵਿੱਚ ਡਾਈਵੋਰਸ ਇਸ਼ੂਜ਼ ਜਿਹੜੇ ਹੋ ਰਹੇ ਨੇ, ਮਤਲਬ ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਜ਼ਿਆਦਾ ਉਹਦਾ ਮਤਲਬ ਦੇਖਿਆ ਜਾ ਰਿਹਾ। ਕਿਉਂਕਿ ਪਹਿਲਾਂ ਮੈਂ ਕਿਸੇ ਭਰਾ ਨਾਲ ਮਤਲਬ ਉਹ ਕਾਫੀ ਲੰਬਾ ਸਮਾਂ ਹੋ ਗਿਆ ਉਹਨੂੰ ਆਸਟ੍ਰੇਲੀਆ ਆਇਆ ਹੋਇਆ ਨੂੰ, ਅਤੇ ਪਹਿਲਾਂ ਗੋਰੇ ਇੱਦਾਂ ਕਹਿੰਦੇ ਹੁੰਦੇ ਸੀਗੇ ਵੀ ਤੁਹਾਡੀ ਕਮਿਊਨਿਟੀ ਦੇ ਵਿੱਚ ਤਲਾਕ ਨਹੀਂ ਹੁੰਦੇ, ਅਤੇ ਹੁਣ ਉਹ ਸੇਮ ਬੰਦੇ ਜਦੋਂ ਉਹੀ ਫੈਮਿਲੀ ਕੋਰਟ 'ਚ ਕੰਮ ਕਰਦੇ ਆ ਅਤੇ ਉੱਥੇ ਆਪਣੇ ਸਿੰਘ ਕੌਰ ਜਦੋਂ ਮਤਲਬ ਉੱਥੇ ਨਾਮ ਦੇਖਦੇ ਆ ਤਾਂ ਉਹ ਕਹਿੰਦੇ ਵੀ ਬੜਾ ਬੁਰਾ ਲੱਗਦਾ ਸਾਨੂੰ ਵੀ ਸਾਨੂੰ ਉਹਨਾਂ ਲੋਕਾਂ ਤੋਂ ਕੰਪਲੀਮੈਂਟ ਮਿਲੇ ਹੋਏ ਆ ਵੀ ਤੁਸੀਂ ਮਤਲਬ ਤੁਸੀਂ ਆਪਣੇ ਇਸ਼ੂਜ਼ ਆਪ ਹੀ ਸੌਰਟ ਕਰ ਲੈਂਦੇ ਹੋ, ਤੁਹਾਡੇ ਰਿਲੇਸ਼ਨਸ਼ਿਪ ਨਿਭਦੇ ਆ ਜੀ। ਅਤੇ ਅੱਜ ਮਤਲਬ ਇਹ ਸਡਨਲੀ ਸਾਰਾ ਕੁਛ ਚੇਂਜ ਹੋਇਆ ਕਿ ਸਲੋਲੀ ਸਾਰਾ ਚੇਂਜ ਆਇਆ। ਮਤਲਬ ਜੇ ਸਪੈਸੀਫਿਕਲੀ ਆਪਾਂ ਇੱਕ ਡਾਈਵੋਰਸ ਇਸ਼ੂਜ਼ ਬਾਰੇ ਗੱਲ ਕਰੀਏ, ਇਹ ਜੀ ਸਾਰੀ ਗੱਲ ਫਿਰ ਉੱਥੇ ਆ ਜਾਂਦੀ ਹੈ ਕਿ ਆਪਾਂ ਨੂੰ ਗਲੋਬਲ ਇਨਫੋਰਮੇਸ਼ਨ ਬਹੁਤ ਜ਼ਿਆਦਾ ਆ ਫੇਸਬੁੱਕ ਦੇ ਥਰੂ, ਜੀ, ਹੈ ਨਾ, ਅਤੇ ਹਰ ਕੋਈ ਸਮਝਦਾ ਆ ਵੀ ਮੈਨੂੰ ਸਭ ਕੁਛ ਪਤਾ ਆ। ਜੀ, ਇਹ ਪ੍ਰੋਬਲਮ ਬਹੁਤ ਵੱਡੀ ਪ੍ਰੋਬਲਮ ਆ ਜੀ। ਕਿਉਂਕਿ ਮੈਂ ਗੱਲ ਫੇਰ ਕੱਟ ਰਿਹਾ, ਕਿਉਂਕਿ ਸੋਸ਼ਲ ਮੀਡੀਆ 'ਤੇ ਖਾਸ ਕਰਕੇ ਮੈਂ ਇੱਥੇ ਨਾ ਟਿਕਟੋਕ ਤੁਸੀਂ ਸ਼ਾਇਦ ਯੂਜ਼ ਨਹੀਂ ਕਰਦੇ ਹੋਣਗੇ, ਪਰ ਉੱਥੇ ਪ੍ਰੋਬਲਮ ਕੀ ਹੁੰਦੀ ਆ, ਉੱਥੇ ਕਈ ਵਾਰੀ ਆਪਾਂ ਕੋਈ ਪੋਡਕਾਸਟ ਕੀਤੀ, ਕੋਈ ਵੀ ਕੁਛ ਵੀ ਪਾ ਦਿੰਦੇ ਆ, ਉੱਥੇ ਲੋਕਾਂ ਦਾ ਅਲੱਗ ਹੀ ਦਿਮਾਗ ਹੈ। ਉੱਥੇ ਲੋਕਾਂ ਨੇ ਸ਼ਾਇਦ ਫੇਕ ਖਾਤੇ ਬਣਾਏ ਹੋਏ ਨੇ ਸਿਰਫ ਆਪਣੀ ਫਰਸਟ੍ਰੇਸ਼ਨ ਕੱਢਣ ਵਾਸਤੇ, ਅਤੇ ਉਹਨਾਂ ਤੋਂ ਕਿਸੇ ਦੀ ਗੱਲ ਜਰੀ ਨਹੀਂ ਜਾਂਦੀ। ਉਹਨਾਂ ਨੂੰ ਸ਼ਾਇਦ ਜਿਹੜਾ ਆਪਾਂ ਬੈਰੀਅਰ ਮਤਲਬ ਉਹ ਬੈਰੀਅਰ ਤੋਂ ਵੀ ਪਹਿਲਾਂ ਵਾਲਾ ਇੱਕ ਬੈਰੀਅਰ ਲਾ ਕੇ ਰੱਖਿਆ ਹੋਇਆ ਉਹਨਾਂ ਨੇ, ਮਤਲਬ ਕੋਈ ਇਨਫੋਰਮੇਸ਼ਨ ਪਾਸ ਹੋਣ ਹੀ ਨਹੀਂ ਦਿੰਦੇ ਹੈਗੇ। ਅਤੇ ਅਤੇ ਇਹਦਾ ਰੀਜ਼ਨ ਮਤਲਬ ਜਾਂ ਕੁਛ ਰੀਜ਼ਨ ਤੁਹਾਡਾ ਮਤਲਬ ਤੁਸੀਂ ਜ਼ਿਆਦਾ ਡਾਈਵੋਰਸਿਸ ਦਾ ਰੀਜ਼ਨ ਪੁੱਛ ਰਹੇ ਹੋ? ਜੀ, ਡਾਈਵੋਰਸਿਸ ਦਾ ਰੀਜ਼ਨ ਇਹੀ ਹੈ ਜੀ, ਕਿਉਂਕਿ ਆਪਾਂ ਜਿਹੜੀ ਮੈਂ ਗੱਲ ਕੀਤੀ ਹੈ, ਕਿਉਂਕਿ ਆਪਾਂ ਨੂੰ ਆਪਣੀ ਹੀ ਸਮਝ ਨਹੀਂ ਪਈ। ਮੈਂ ਤਾਂ ਇਸ ਗੱਲ ਤਾਂ ਬਹੁਤ ਦੇਰ ਦਾ ਕਹਿ ਰਹੀ ਹਾਂ, ਅਤੇ ਅੱਜ ਇੱਕ ਵਾਰੀ ਫੇਰ ਇਸ ਇਨਫੋਰਮੇਸ਼ਨ ਦੇ ਜ਼ਰੀਏ ਜ਼ਰੂਰ ਕਹਿਣਾ ਚਾਹੂੰਗੀ ਕਿ ਜਿਹੜੇ ਵੀ ਬੱਚੇ ਇਹ ਡਿਸਾਈਡ ਕਰਦੇ ਆ ਕਿ ਅਸੀਂ ਮੈਰਿਜ ਕਰਾਉਣੀ ਆ, ਉਹਨਾਂ ਦਾ ਘੱਟੋ ਘੱਟ 6 ਮਹੀਨੇ ਦੀ ਉਹਨਾਂ ਨੂੰ ਰਿਲੇਸ਼ਨਸ਼ਿਪ ਟ੍ਰੇਨਿੰਗ ਕਰਨੀ ਚਾਹੀਦੀ ਹੈ। ਇਸ ਰਿਲੇਸ਼ਨਸ਼ਿਪ ਦੇ ਵਿੱਚ ਐਂਟਰ ਕਰਨ ਤੋਂ ਪਹਿਲਾਂ ਮੈਂ ਪ੍ਰੋਐਕਟਿਵ ਅਪਰੋਚ ਵਿੱਚ ਬਿਲੀਵ ਕਰਦੀ ਹਾਂ ਜੀ। 2 ਤਰ੍ਹਾਂ ਦੇ ਲੋਕਾਂ ਦੀ ਹੈਲਪ ਕਰਦੀ ਹਾਂ। ਇੱਕ ਉਹ ਜਿਨ੍ਹਾਂ ਨੂੰ ਹਾਲੇ ਪ੍ਰੋਬਲਮ ਨਹੀਂ ਆਈ,
ਤੇ ਇੱਕ ਉਹ ਜਿਨ੍ਹਾਂ ਨੂੰ ਆ ਚੁੱਕੀ ਆ। ਹੁਣ ਤੁਸੀਂ ਸੋਚੋ ਕਿ ਕਿਹੜਿਆਂ ਨਾਲ ਡੀਲ ਕਰਨਾ ਸੌਖਾ ਆ। ਓਕੇ, ਜਿਨ੍ਹਾਂ ਨੂੰ ਪ੍ਰੋਬਲਮ ਨਹੀਂ ਆਈ ਸ਼ਾਇਦ ਉਹ ਜ਼ਿਆਦਾ ਆਪਣੇ ਆਪ ਨੂੰ ਸੋ ਆਪਾਂ ਉਹਨਾਂ ਨੂੰ ਮੈਂਟਲ ਪ੍ਰੈਪਰੇਸ਼ਨ ਦਈਏ, ਕਮਿਊਨਿਟੀ ਲੈਵਲ 'ਤੇ ਆਪਾਂ ਉਹਨਾਂ ਨੂੰ ਇਹ ਪ੍ਰੈਪਰੇਸ਼ਨ ਦਈਏ ਕਿ ਦਿਸ ਇਜ਼ ਹਾਊ ਯੂ ਅਪਰੋਚ ਰਿਲੇਸ਼ਨਸ਼ਿਪ, ਤਾਂ ਕਿ ਜਦੋਂ ਪ੍ਰੋਬਲਮਸ ਆਉਣ ਉਹਨਾਂ ਨੂੰ ਆਲਰੇਡੀ ਕੁਛ ਉਹਨਾਂ ਦੇ ਦਿਮਾਗ 'ਚ ਪਲਾਨ ਹੋਵੇ, ਉਸ ਪਲਾਨ ਦੇ ਅਕੋਰਡਿੰਗਲੀ ਉਹ ਚੱਲ ਸਕਣ। ਹੁਣ ਆ ਗਈ ਉਹਦੇ ਨਾਲ ਵੀ ਡੀਲ ਕੀਤਾ ਜਾ ਸਕਦਾ, ਪਰ ਉਹ ਥੋੜ੍ਹਾ ਜਿਹਾ ਜ਼ਿਆਦਾ ਡਿਫੀਕਲਟ ਆ ਜੇ ਆਉਣ ਤੋਂ ਪਹਿਲਾਂ ਆਪਣੀ ਪ੍ਰੈਪਰੇਸ਼ਨ ਹੋ ਜਾਏ। ਹੁਣ ਮੈਂ ਇੱਕ ਗਰੁੱਪ ਪ੍ਰੋਗਰਾਮ ਲਾਂਚ ਕੀਤਾ ਜੀ ਪੇਰੈਂਟਸ ਦੇ ਲਈ ਨਾ, ਉਹਦੇ ਲਈ ਮੈਂ ਚਾਹ ਰਹੀ ਹਾਂ ਕਿ ਕੇਸ ਸਟੱਡੀਜ਼ ਦੇ ਲਈ। ਸੋ ਮੈਂ ਕਮਿਊਨਿਟੀ ਦੇ ਵਿੱਚ ਆਪਣਾ ਲਾਂਚ ਕੀਤਾ ਅਤੇ ਮੈਂ ਅੱਜ ਵੀ ਤੁਹਾਨੂੰ ਦੱਸ ਰਹੀ ਹਾਂ। ਸੋ ਉਹਦਾ ਲਿੰਕ ਆਪਾਂ ਪਾ ਦਿਆਂਗੇ, ਅਤੇ ਜੇ ਕੋਈ ਵੀ ਚਾਹਵੇ ਤਾਂ ਉਹ ਸਟੱਡੀ ਦਾ ਪਾਰਟ ਬਣ ਸਕਦਾ ਆ। ਸੋ ਉਹ ਗਰੁੱਪ ਪ੍ਰੋਗਰਾਮ ਮੀਨਸ ਕਿ ਪੂਰਾ ਜ਼ੂਮ ਦੇ ਥਰੂ ਪੂਰੇ ਗਰੁੱਪ ਦੇ ਨਾਲ ਡਿਸਕਸ਼ਨ ਹੋਏਗੀ ਅਤੇ ਪੂਰਾ ਮਾਡਲ ਡਿਸਕਸ ਹੋਏਗਾ ਅਤੇ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਨੂੰ ਇਸ ਚੀਜ਼ ਦੀ ਜਾਣਕਾਰੀ ਦਿੱਤੀ ਜਾਏਗੀ। ਐਂਡ ਇਟ ਇਜ਼ ਵੈਰੀ ਲੋ ਫੀ ਪੇਇੰਗ ਗਰੁੱਪ ਪ੍ਰੋਗਰਾਮ। ਕੁਛ ਲੋਕ ਇਸ ਚੀਜ਼ ਦੇ ਵਿੱਚ ਆਪਣੀ ਮਨੀ ਇਨਵੈਸਟ ਕਰਨ ਤੋਂ ਵੀ ਘਬਰਾ ਜਾਂਦੇ ਆ, ਜਦ ਕਿ ਮੈਨੂੰ ਲੱਗਦਾ ਹੈ ਕਿ ਜੇ ਕੁਛ ਲਾਈਫ ਚੇਂਜਿੰਗ ਹੈ ਤਾਂ ਯੂ ਸ਼ੁੱਡ ਗੋ ਫॉर ਇਟ। ਬਟ ਦੈਨ ਅਗੇਨ ਇਟਸ ਆਲ ਅਬਾਊਟ ਮਾਈਂਡ ਸੈਟ, ਕਿ ਜਦੋਂ ਆਪਣਾ ਮਾਈਂਡ ਸੈਟ, ਜੇ ਆਪਾਂ ਇਸ ਚੀਜ਼ ਨੂੰ ਵੈਲਿਊ ਕਰਦੇ ਹਾਂ ਕਿ ਆਪਣਾ ਮਨ ਜਿੱਤ ਗਿਆ ਤਾਂ ਜੱਗ ਜਿੱਤ ਗਿਆ, ਫਿਰ ਤਾਂ ਆਪਾਂ ਕਰਾਂਗੇ, ਹੈ ਨਾ। ਅਤੇ ਉਹ ਕਹਿੰਦੇ ਨਾ ਕਿ ਤੁਸੀਂ ਘੋੜੇ ਨੂੰ ਖੂਹ ਦੇ ਕੋਲ ਲੈ ਕੇ ਜਾ ਸਕਦੇ ਹੋ, ਪਰ ਪਾਣੀ ਪੀਣ ਲਈ ਮਜਬੂਰ ਨਹੀਂ ਕਰ ਸਕਦੇ। ਪਾਣੀ ਤਾਂ ਆਪਣੀ ਮਰਜ਼ੀ ਨਾਲ ਹੀ ਪੀਣਾ। ਹਾਂ, ਸੋ ਇਹ ਗੱਲ ਹੈ ਕਿ ਜਦੋਂ ਤੱਕ ਆਪਣੀ ਕਮਿਊਨਿਟੀ ਦੇ ਵਿੱਚ ਇਹ ਲਹਿਰ ਨਹੀਂ ਚੱਲਦੀ, ਲੋਕ ਇਸ ਗੱਲ ਨੂੰ ਨਹੀਂ ਸਮਝਦੇ ਕਿ ਆਪਣੀ ਹਰ ਪ੍ਰੋਬਲਮ ਦਾ ਸੋਲਿਊਸ਼ਨ ਆਪਣੇ ਹੀ ਅੰਦਰ ਹੈ। ਹੁਣ ਉਹਨੂੰ ਐਕਸੈਸ ਕਿਵੇਂ ਕਰਨਾ, ਉਹਦੇ ਲਈ ਬਹੁਤ ਸਾਰੀਆਂ ਟੈਕਨੀਕਸ ਹੈਗੀਆਂ, ਪਰ ਉਹਦੇ ਲਈ ਪਹਿਲਾਂ ਸਾਨੂੰ ਮੰਨਣਾ ਪਏਗਾ ਕਿ ਆਪਣੇ ਅੰਦਰ ਆਨਸਰ ਹੈਗੇ ਆ, ਅਤੇ ਇਹ ਵੀ ਮੰਨਣਾ ਪਏਗਾ ਕਿ ਆਪਾਂ ਉਹਨਾਂ ਆਨਸਰਸ ਨੂੰ ਐਕਸੈਸ ਕਰ ਸਕਦੇ ਹਾਂ। ਹੁਣ ਛੋਟੀ ਜਿਹੀ ਐਗਜ਼ਾਮਪਲ ਆਪਾਂ ਕਰਦੇ ਹਾਂ। ਜੇ ਹੁਣ ਮੈਂ ਤੁਹਾਨੂੰ ਕੁਛ ਕਹਾਂ ਤੁਹਾਡੇ ਬਿਜ਼ਨਸ ਰਿਲੇਟਡ, ਕੋਈ ਲੈਟਸ ਸੇ ਤੁਹਾਨੂੰ ਕੋਈ ਇਸ਼ੂ ਆ ਗਿਆ ਅਤੇ ਤੁਸੀਂ ਮੈਨੂੰ ਸਵਾਲ ਪੁੱਛਿਆ ਕਿ ਸ਼ੈਲੀ ਜੀ ਤੁਸੀਂ ਦੱਸੋ ਕਿ ਮੈਂ ਕਿੱਦਾਂ ਸੋਲਵ ਕਰਾਂ, ਅਤੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਵੀ ਇੱਦਾਂ ਸੋਲਵ ਕਰ ਲਓ, ਤਾਂ ਤੁਸੀਂ ਕਰ ਲਓਗੇ, ਸ਼ਾਇਦ ਉਹਨੂੰ ਫੋਲੋ ਕਰ ਲਓਗੇ। ਪਰ ਜੇ ਉਹੀ ਆਵਾਜ਼ ਤੁਹਾਡੇ ਅੰਦਰੋਂ ਆਈ ਤਾਂ ਤੁਸੀਂ ਦੱਸੋ ਕਿ ਕਿੰਨੇ ਚਾਂਸ ਆ ਉਸ ਚੀਜ਼ ਨੂੰ ਫੋਲੋ ਕਰਨ ਦੇ। ਮਤਲਬ ਜੇ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਮੇਰੇ ਕੋਲੋਂ ਮਿਲੇਗਾ ਤਾਂ ਵਧੀਆ, ਕਿ ਤੁਹਾਡੇ ਅੰਦਰੋਂ ਮਿਲੇਗਾ ਤਾਂ ਵਧੀਆ? ਅੰਦਰੋਂ ਮਿਲੇਗਾ ਤਾਂ ਸ਼ਾਇਦ ਵਧੀਆ, ਪਰ ਇਹ ਆਈ ਡੋਂਟ ਨੋ ਵੀ ਪੋਸੀਬਲ ਉਦੋਂ ਹੋ ਸਕਦਾ ਜਦੋਂ ਮੈਂ ਆਪਣੇ ਆਪ ਨੂੰ ਮਤਲਬ ਪ੍ਰੋਬਲਮ ਸੋਲਵ ਕਰਕੇ, ਜਿਵੇਂ ਆਪਾਂ ਕਿ ਗੱਲ ਕਰ ਰਹੇ ਸੀਗੇ ਵੀ ਸੋਲ ਦੀ ਆਵਾਜ਼ ਸੁਣਦੇ ਆਪਾਂ, ਉਹਦੀ ਗੱਲ ਕਰ ਰਹੇ ਜੀ। ਜਦੋਂ ਤੁਸੀਂ ਕੋਚਿੰਗ ਦਾ ਸਭ ਤੋਂ ਵੱਡਾ ਲੌਜਿਕ ਇਹ ਹੈ ਜੀ, ਕੋਚਿੰਗ ਦੇ ਵਿੱਚ ਤੁਹਾਨੂੰ ਸੋਲਿਊਸ਼ਨ ਦਿੱਤੇ ਨਹੀਂ ਜਾਂਦੇ, ਕੋਚਿੰਗ ਦੇ ਵਿੱਚ ਤੁਹਾਨੂੰ ਉਸ ਚੀਜ਼ ਲਈ ਰੈਡੀ ਕੀਤਾ ਜਾਂਦਾ ਕਿ ਸੋਲਿਊਸ਼ਨ ਤੁਹਾਡੇ ਅੰਦਰੋਂ ਆਉਂਦੇ ਨੇ, ਅਤੇ ਉਹ ਬਹੁਤ ਹੀ ਬਿਊਟੀਫੁਲ ਗੱਲ ਹੈ ਜੀ, ਕਿ ਜਿਹੜੀ ਆਵਾਜ਼ ਅੰਦਰੋਂ ਆਈ ਉਹਨੂੰ ਸੁਣਨਾ ਬਹੁਤ ਸੌਖਾ ਆ ਜੀ। ਇਹਦੇ ਵਿੱਚ ਇੱਕ ਚੀਜ਼ ਹੋ ਰਿਹਾ ਵੀ ਜਿਵੇਂ ਆਪਾਂ ਨੂੰ ਸਾਹਮਣੇ ਐਡਵਾਈਸ ਮਿਲਦੀ ਆ, ਕੀ ਪਤਾ ਮਤਲਬ ਸਾਹਮਣੇ ਵਾਲੇ ਬੰਦੇ ਦੇ ਹਿਸਾਬ ਨਾਲ ਐਡਵਾਈਸ ਹੋਵੇ, ਪਰ ਮੈਨੂੰ ਆਪਣੇ ਕਹਿੰਦੇ ਹੁੰਦੇ ਬੰਦੇ ਨੂੰ ਆਪਣੇ ਹਾਲਾਤਾਂ ਦਾ ਆਪਣੇ ਆਪ ਤੋਂ ਜ਼ਿਆਦਾ ਕਿਸੇ ਹੋਰ ਨੂੰ ਪਤਾ ਨਹੀਂ ਹੁੰਦਾ। ਜੇ ਮੇਰੇ ਅੰਦਰੋਂ ਕੋਈ ਸੋਲਿਊਸ਼ਨ ਨਿਕਲ ਕੇ ਆ ਰਿਹਾ, ਸ਼ਾਇਦ ਮੇਰੇ ਵਾਸਤੇ ਉਹੀ ਬੈਸਟ ਹੋਵੇ। ਪੋਸੀਬਿਲਿਟੀ ਇਹ ਵੀ ਹੈਗੀ ਹੈ ਜੀ। ਨਾਲੇ ਇੱਕ ਹੋਰ ਵੀ ਚੀਜ਼ ਹੁੰਦੀ ਹੈ ਜੀ, ਇੱਕ ਕੋਚਿੰਗ ਦੇ ਵਿੱਚ ਇੱਕ ਬਹੁਤ ਵੱਡਾ ਆਰਟ ਆ, ਅਸੀਂ ਉਹਨੂੰ ਕਹਿੰਦੇ ਹਾਂ ਮੈਪ ਇਜ਼ ਨਾਟ ਦਾ ਟੈਰੀਟਰੀ ਜੀ। ਉਹਦਾ ਮਤਲਬ ਇਹ ਆ ਕਿ ਜੇ ਤੁਸੀਂ ਲੈਟਸ ਸੇ ਪਰਥ ਕਦੀ ਨਾ ਆਏ ਹੁੰਦੇ ਅਤੇ ਮੈਂ ਤੁਹਾਨੂੰ ਪਰਥ ਦੀ ਫੋਟੋ ਫੜਾ ਦਿੰਦੀ, ਵੀ ਪਰਥ ਦਾ ਨਕਸ਼ਾ ਫੜਾ ਦਿੰਦੀ, ਹੈ ਨਾ, ਅਤੇ ਤੁਹਾਨੂੰ ਪਤਾ ਲੱਗ ਜਾਂਦਾ ਕਿ ਪਰਥ ਕਿੱਦਾਂ ਦਾ ਆ। ਪਰ ਦੂਸਰੀ ਵਾਰੀ ਮੈਂ ਤੁਹਾਨੂੰ ਕਹਿੰਦੀ ਕਿ ਨਹੀਂ ਤੁਸੀਂ ਆ ਕੇ ਵੇਖ ਲਓ, ਆਪ ਹੀ ਆ ਕੇ ਵੇਖ ਲਓ, ਵਿਚ ਵਨ ਡੂ ਯੂ ਥਿੰਕ ਇਜ਼ ਬੈਟਰ, ਕਿਹੜਾ ਜ਼ਿਆਦਾ ਵਧੀਆ ਹੈ? ਫੋਟੋ ਦੇਖਣੀ, ਨਕਸ਼ਾ ਦੇਖਣਾ, ਕਿ ਆਪ ਆ ਕੇ ਵੇਖਣਾ? ਆ ਕੇ ਵੇਖਣਾ ਤਾਂ ਐਟਲੀਸਟ ਯੂ ਨੋ ਲਾਈਕ ਕਿੱਥੇ ਕੀ ਹੈ ਸਾਰਾ ਕੁਛ। ਯੈਸ। ਸੋ ਆਪਾਂ ਜਦੋਂ ਵੀ ਕਿਸੇ ਨਾਲ ਡੀਲ ਕਰ ਰਹੇ ਹਾਂ, ਕਿਸੇ ਵੀ ਚੀਜ਼ ਨਾਲ ਡੀਲ ਕਰ ਰਹੇ ਹਾਂ, ਤਾਂ ਜਦੋਂ ਆਪਾਂ ਕਿਸੇ ਦੀ ਗੱਲ ਸੁਣੀ ਆ, ਜਿਵੇਂ ਤੁਸੀਂ ਮੈਨੂੰ ਗੱਲ ਦੱਸੀ ਆ, ਕਿਉਂਕਿ ਮੈਂ ਉਹਨੂੰ ਜੀਆ ਨਹੀਂ ਆ, ਐਕਸਪੀਰੀਅੰਸ ਨਹੀਂ ਕੀਤਾ, ਤਾਂ ਇਹਦਾ ਮਤਲਬ ਮੈਂ ਉਹਦੀ ਸਿਰਫ ਫੋਟੋ ਵੇਖੀ ਆ। ਸੋ ਸਭ ਤੋਂ ਵੱਡੀ ਗੱਲ ਅਸੀਂ ਇਹ ਕਰਦੇ ਹਾਂ ਕੋਚਿੰਗ ਦੇ ਵਿੱਚ ਕਿ ਮੈਂ ਉਹ ਅਗਲੇ ਬੰਦੇ ਦੇ ਮੈਪ ਨਾਲ ਆਪਣੇ ਆਪ ਨੂੰ ਅਲਾਈਨ ਕਰਨਾ ਆ ਜੀ। ਮੈਂ ਸਮਝਣਾ ਆ ਕਿ ਤੁਹਾਡੀ ਸੋਚ ਕਿੱਥੇ ਆ ਜੀ। ਹੁਣ ਜੇ ਕੋਈ ਆ ਕੇ ਮੈਨੂੰ ਕਵੇ ਕਿ ਜੇ ਮੈਂ ਇੱਥੇ ਮੈਨੂੰ ਦੁੱਖ ਹੈ ਜਾਂ ਇੱਥੇ ਮੈਨੂੰ ਪ੍ਰੋਬਲਮ ਹੈ, ਮੈਂ ਆਲ ਆਫ ਅ ਸਡਨ ਇਹ ਤਾਂ ਨਹੀਂ ਕਹਿ ਸਕਦੀ ਵੀ ਨਾ ਤੇਰਾ ਦੁੱਖ ਗਲਤ ਆ। ਜੇ ਦੁੱਖ ਦਾ ਤਾਂ ਅਗਲਾ ਕਹਿ ਰਿਹਾ ਨਾ ਕਿ ਮੈਨੂੰ ਦੁੱਖ ਲੱਗ ਰਿਹਾ ਜੀ, ਅਤੇ ਫਿਰ ਉਹਨੂੰ ਇਸ ਪੁਆਇੰਟ ਤੱਕ ਲੈ ਕੇ ਜਾਣਾ ਕਿ ਹੁਣ ਤੂੰ ਇਸ ਦੁੱਖ ਨੂੰ ਸੋਲਵ ਕਿਵੇਂ ਕਰਨਾ ਆ ਤਾਂ ਕਿ ਤੈਨੂੰ ਅਥੈਂਟਿਕ ਲੱਗੇ। ਇਸ ਕਰਕੇ ਨਹੀਂ ਕਿ ਮੈਂ ਕਹਿ ਰਹੀ ਹਾਂ, ਇਸ ਕਰਕੇ ਕਿ ਤੂੰ ਆਪਣੇ ਆਪ ਨੂੰ ਕਹਿ ਰਿਹਾ ਜੀ। ਮਤਲਬ ਉਹਦੇ ਲੈਵਲ ਦੇ ਹਿਸਾਬ ਨਾਲ, ਮਤਲਬ ਜਿੱਥੇ ਵੀ ਉਹ ਗੱਲ ਕਰ ਰਿਹਾ ਉੱਥੇ ਜਾ ਕੇ ਉਹਦੀ ਪ੍ਰੋਬਲਮ ਸੁਣ ਕੇ ਉਹਦੇ ਹਿਸਾਬ ਨਾਲ ਸੋਲਿਊਸ਼ਨ ਜਿਹੜਾ ਉਹਨੂੰ ਫਿੱਟ ਬਹਿੰਦਾ ਹੋਵੇ,
ਉਹ ਸੋਲਿਊਸ਼ਨ ਦੀ ਆਪਾਂ ਗੱਲ ਕਰ ਰਹੇ ਹਾਂ। ਬੇਸਿਕਲੀ ਤੁਹਾਡੀ ਥਿੰਕਿੰਗ ਅਪਗ੍ਰੇਡ ਹੋ ਜਾਂਦੀ ਹੈ ਜੀ। ਹੁਣ ਜਿਹੜੀ ਚੀਜ਼ ਤੁਹਾਨੂੰ ਇਸ ਲੈਵਲ 'ਤੇ ਦਿਸ ਨਹੀਂ ਰਹੀ ਸੀ ਉਹ ਹੁਣ ਤੁਹਾਨੂੰ ਇਸ ਲੈਵਲ 'ਤੇ ਦਿਸ ਰਹੀ ਹੈ, ਉਹਦਾ ਸੋਲਿਊਸ਼ਨ ਦਿਸ ਰਿਹਾ ਅਤੇ ਤੁਸੀਂ ਫੋਲੋ ਵੀ ਕਰਦੇ ਹੋ। ਅਤੇ IFS ਇਜ਼ ਜਿਹੜਾ ਇੰਟਰਨਲ ਫੈਮਿਲੀ ਸਿਸਟਮ ਕਿਹਾ, ਉਹ ਤਾਂ ਤੁਹਾਨੂੰ ਇੰਨਾ ਸੁਪਰਚਾਰਜ ਕਰ ਦਿੰਦਾ ਕਿ ਤੁਹਾਨੂੰ ਟੋਟਲ ਕਲੈਰਿਟੀ ਦਿਸਣ ਲੱਗ ਜਾਂਦੀ ਹੈ ਕਿ ਤੁਸੀਂ ਇੱਥੋਂ ਤੱਕ ਵੀ, ਕਿਉਂਕਿ ਤੁਹਾਡੀ ਸੈਲਫ ਦੀ ਲੀਡਰਸ਼ਿਪ ਹੈ ਨਾ, ਤੁਸੀਂ ਆਤਮਾ ਦੀ ਆਵਾਜ਼ ਸੁਣ ਰਹੇ ਹੋ। ਹੁਣ ਜੇ ਕਿਤੇ ਤੁਹਾਨੂੰ ਇਹ ਵੀ ਕਹਿਣਾ ਪੈਂਦਾ ਨਾ ਮੈਂ ਗਲਤ ਹਾਂ, ਤੁਹਾਨੂੰ ਕੋਈ ਸ਼ਰਮਿੰਦਗੀ ਨਹੀਂ ਮਹਿਸੂਸ ਹੁੰਦੀ, ਤੁਹਾਨੂੰ ਲੱਗਦਾ ਵੀ ਠੀਕ ਹੈ ਵੀ ਮੈਂ ਗਲਤ ਹਾਂ। ਨਹੀਂ ਤਾਂ ਸਭ ਤੋਂ ਔਖਾ ਕੰਮ ਤਾਂ ਇਹੀ ਲੱਗਦਾ ਨਾ ਲੋਕਾਂ ਨੂੰ, ਆਪਣੇ ਆਪ ਨੂੰ ਗਲਤ ਕਹਿਣਾ। ਆਪਾਂ ਕਹਿੰਦੇ ਵੀ ਮੈਂ ਕਿੱਦਾਂ ਗਲਤ ਹੋ ਸਕਦਾ, ਆਮ ਲੋਕ ਕਹਿ ਦਿੰਦੇ ਆ। ਪਰ ਜਦੋਂ ਤੁਸੀਂ ਆਪਣੀ ਆਤਮਾ ਦੀ ਆਵਾਜ਼ ਸੁਣ ਰਹੇ ਹੋ, ਜਦੋਂ ਤੁਸੀਂ ਆਪਣੀ ਆਤਮਾ ਦੇ ਰੂਬਰੂ ਹੁੰਦੇ ਹੋ, ਤਾਂ ਫਿਰ ਤੁਹਾਨੂੰ ਮੰਨਣਾ ਪੈਂਦਾ ਹੈ। ਹੁਣ ਜਿਵੇਂ ਤੁਸੀਂ, ਮੈਂ ਵੀ ਗਲਤ ਹੋ ਸਕਦਾ, ਹੁਣ ਜਿਵੇਂ ਤੁਸੀਂ ਮੰਨਿਆ ਥੋੜ੍ਹੀ ਦੇਰ ਪਹਿਲਾਂ, ਆਈ ਮੀਨ ਇਟਸ ਨੋਟ ਅਬਾਊਟ ਗਲਤ ਔਰ ਠੀਕ, ਤੁਸੀਂ ਕਿਹਾ ਵੀ ਪਹਿਲਾਂ ਤੁਸੀਂ ਉੱਠਦੇ ਹੀ ਨਹੀਂ ਸੀਗੇ, ਸਵੇਰੇ ਨਹੀਂ ਸੀ ਉੱਠਦੇ, ਪਰ ਤੁਹਾਡੇ ਮਨ ਨੇ ਇਸ ਗੱਲ ਨੂੰ ਮੰਨ ਲਿਆ ਨਾ ਕਿ ਉਹ ਗਲਤ ਸੀ। ਹੁਣ ਸਵੇਰੇ ਉੱਠ ਕੇ ਜੋ ਵੀ ਕਰਦੇ ਹੋ ਤੁਸੀਂ ਆਪਣੇ ਵੇਟ ਲਾਸ ਲਈ, ਐਕਸਰਸਾਈਜ਼ ਕਰਦੇ ਹੋ, ਇਹ ਠੀਕ ਹੈ। ਇਹਦਾ ਮਤਲਬ ਤੁਹਾਡੀ ਆਤਮਾ ਨੇ ਇਸ ਗੱਲ ਨੂੰ ਐਕਸੈਪਟ ਕਰ ਲਿਆ ਜੀ। ਅਤੇ ਜੇ ਉੱਦਾਂ ਕੋਈ ਤੁਹਾਡੇ ਸਿਰ 'ਤੇ ਖੜ੍ਹ ਕੇ ਤੁਹਾਨੂੰ ਕਹੀ ਜਾਂਦਾ ਵੀ ਨਹੀਂ ਉੱਠ ਤੂੰ ਜਾ, ਮੈਂ ਨਹੀਂ ਸੁਣੀ ਤੇਰੀ ਗੱਲ, ਹੈ ਨਾ। ਸੋ ਜਦੋਂ ਬੰਦਾ ਆਪਣੇ ਆਤਮਾ ਨੂੰ ਫੇਸ ਕਰਦਾ ਹੈ ਅਤੇ ਆਤਮਾ ਕਦੀ ਤੁਹਾਨੂੰ ਮਿਸਗਾਈਡ ਨਹੀਂ ਕਰਦੀ ਜੀ, ਹਮੇਸ਼ਾ ਤੁਹਾਨੂੰ ਸਹੀ ਰਸਤੇ ਪਾਉਂਦੀ ਹੈ। ਔਰ ਤੁਹਾਨੂੰ ਕੌਨਫੀਡੈਂਸ ਵੀ ਆਉਂਦਾ ਹੈ। ਮੋਰ ਓਵਰ ਇਸ ਤਰ੍ਹਾਂ ਵੀ ਨਹੀਂ ਹੈ ਕਿ ਤੁਹਾਨੂੰ ਇਹ ਵੀ ਗੱਲ ਹੁਣ ਤੁਸੀਂ ਬਿਜ਼ਨਸ 'ਚ ਸਟੈਪ ਇਨ ਕੀਤਾ, ਤੁਹਾਨੂੰ ਇਹ ਵੀ ਪਤਾ ਚੱਲੇਗਾ ਕਿ ਇਟਸ ਨੋਟ ਆਲ ਅਬਾਊਟ ਵਿਨ, ਲੂਜ਼ ਵੀ ਹੈ ਜੀ। ਅਤੇ ਫਿਰ ਤੁਹਾਨੂੰ ਸਮਝ ਲੱਗ ਜਾਂਦੀ ਹੈ ਵੀ ਇਹ ਤਾਂ ਗੇਮ ਹੈ ਬਈ ਜੀ, ਇਹ ਗੇਮ ਹੈ ਅਤੇ ਹਾਰ ਜਿੱਤ ਇਸ ਗੇਮ 'ਚ ਬਣੀ ਹੈ। ਅਤੇ ਜਿਹੜਾ ਬੰਦਾ ਹਾਰ ਤੋਂ ਹਾਰਿਆ ਨਹੀਂ ਨਾ, ਉਹੀ ਬੰਦਾ ਅਲਟੀਮੇਟ ਵਿਨਰ ਹੁੰਦਾ ਜੀ। ਸਹੀ ਗੱਲ ਆ। ਦੂਸਰਾ ਬੰਦਾ ਤਾਂ ਬਹੁਤ ਛੇਤੀ ਲੋਕੀ ਆਪਣੇ ਹਥਿਆਰ ਸੁੱਟ ਕੇ ਭੱਜ ਜਾਂਦੇ ਆ ਜੀ। ਅਤੇ ਜਿਹੜੇ ਆਸ-ਪਾਸ ਤੁਹਾਨੂੰ ਲੋਕ ਨਜ਼ਰ ਆ ਰਹੇ ਆ ਸਕਸੈਸਫੁਲ ਲੋਕ, ਉਹ ਨਹੀਂ ਹੈਗੇ ਜਿਹੜੇ ਕਦੀ ਫੇਲ ਨਹੀਂ ਹੋਏ। ਇਹ ਉਹ ਲੋਕ ਹੈਗੇ ਜਿਹੜੇ ਕਦੀ ਫੇਲੀਅਰਸ ਤੋਂ ਡਰੇ ਨਹੀਂ ਜੀ, ਅੱਗੇ ਰਹੇ, ਜਾਂਦੇ ਰਹੇ, ਅੱਗੇ ਜਾਂਦੇ ਰਹੇ ਜੀ। ਸੋ ਇਹੀ ਗੇਮ ਹੈ ਬਸ। IFS ਦੇ ਨਾਲ ਮੈਨੂੰ ਲੱਗਦਾ ਹੈ ਕਿ ਤੁਸੀਂ ਮਾਸਟਰ ਬਣ ਜਾਓਗੇ ਆਪਣੇ, ਤੁਸੀਂ ਲੀਡਰ ਬਣ ਜਾਓਗੇ ਜੀ। ਤੁਹਾਡਾ ਜਿਹੜਾ ਸੈਲਫ ਹੈ, ਜਿਹੜੀ ਤੁਹਾਡੀ ਆਤਮਾ ਹੈ, ਉਹ ਤੁਹਾਨੂੰ ਇੰਨਾ ਵਧੀਆ ਲੀਡ ਕਰੇਗੀ। ਅਤੇ ਆਪਣੇ ਡਿਪਰੈਸ਼ਨ ਨੂੰ, ਹੁਣ ਜਿਵੇਂ ਅੱਜ ਜਦੋਂ ਇੱਥੇ ਡਰਾਈਵ ਕਰਕੇ ਆ ਰਹੇ ਸੀ, ਮੇਰੇ ਹਸਬੈਂਡ ਨੇ ਮੈਨੂੰ ਇੱਥੇ ਡਰੋਪ ਕੀਤਾ, ਤਾਂ ਮੈਂ ਉਹਨਾਂ ਨੂੰ ਕਹਿ ਰਹੀ ਸੀ ਕਿ ਸਭ ਤੋਂ ਜ਼ਿਆਦਾ ਖਾਸੀਅਤ ਇਸ ਚੀਜ਼ ਦੀ ਇਹ ਹੈ ਕਿ ਅਸੀਂ ਹੈਗੇ ਤਾਂ ਹਿਊਮਨ ਬੀਇੰਗਸ ਹੀ ਹਾਂ। ਇੱਦਾਂ ਤਾਂ ਨਹੀਂ ਹੈ ਕਿ ਜੇ ਹੁਣ ਤੁਸੀਂ ਲੈਟਸ ਸੇ ਕੁਛ ਕਰ ਲਿਆ ਤਾਂ ਹੁਣ ਕੋਈ ਪ੍ਰੋਬਲਮ ਆਏਗੀ ਨਹੀਂ। ਸਭ ਤੋਂ ਵੱਡੀ ਬਿਊਟੀ ਹੈ ਕਿ ਪ੍ਰੋਬਲਮ ਆਏ ਤਾਂ ਤੁਸੀਂ ਫਟਾਫਟ ਆਪਣੇ ਆਪ ਨੂੰ ਪ੍ਰੋਬਲਮ 'ਚੋਂ ਕੱਢ ਸਕੋ। ਵੇ ਪਤਾ ਬਾਹਰ ਨਿਕਲਣ ਦਾ ਜੀ। ਨਹੀਂ ਤਾਂ ਹੁਣ ਤੁਸੀਂ ਬਹੁਤ ਸੁਣਿਆ ਹੋਣਾ ਲੋਕ, ਮਤਲਬ ਓਵਰਆਲ ਇਨ ਦਾ ਵਰਲਡ ਸੁਸਾਈਡਲ ਰੇਟ ਵੀ ਵੱਧ ਗਿਆ। ਇਹ ਹੁਣ ਉਹੀ ਲੋਕ ਆ ਜਿਹੜੇ ਇੰਨੇ ਪਰੇਸ਼ਾਨ ਹੋ ਗਏ, ਇੰਨਾ ਜ਼ਿਆਦਾ ਡਾਊਨ ਦਾ ਰੈਬਿਟ ਹੋਲ ਚਲੇ ਗਏ, ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਅਸੀਂ ਬਾਹਰ ਕਿਵੇਂ ਨਿਕਲਣਾ। ਉਹ ਤਾਂ ਵਿਚਾਰੇ ਇਹ ਵੀ ਨਹੀਂ ਕਹਿ ਸਕਦੇ ਕਿ ਸਾਨੂੰ ਤਕਲੀਫ ਹੈ, ਕਿ ਉਹ ਇੰਨੇ ਡਿਪਰੈਸ ਹੋ ਜਾਂਦੇ ਆ ਕਿ ਉਹ ਕਿਸੇ ਨੂੰ ਦੱਸ ਵੀ ਨਹੀਂ ਸਕਦੇ। ਅਤੇ ਜੇ ਸਾਰਿਆਂ ਕੋਲ ਇੰਨੀਆਂ ਟੈਕਨੀਕਸ ਆ ਜਾਣ ਤਾਂ ਐਟਲੀਸਟ ਮੈਨੂੰ ਲੱਗਦਾ ਕਿ ਐਜ਼ ਏ ਪੈਰੈਂਟ ਤਾਂ ਇਹ ਤੁਹਾਡਾ ਪਰਮ ਧਰਮ ਆ ਵੀ ਤੁਸੀਂ ਐਟਲੀਸਟ ਆਪਣੇ ਬੱਚਿਆਂ ਨੂੰ ਮਾਡਲ ਬਣ ਕੇ ਦਿਖਾਓ ਵੀ ਜ਼ਿੰਦਗੀ ਨੂੰ ਇੱਦਾਂ ਜੀਦਾ ਵੀ ਜੀ, ਹੈ ਨਾ। ਅਤੇ ਜੇ ਆਪਾਂ ਆਪਣੇ ਬੱਚਿਆਂ ਨਾਲ ਹੀ ਫਾਈਟ ਕਰੇ ਜਾ ਰਹੇ ਹਾਂ ਤਾਂ ਫਿਰ ਤਾਂ ਗੱਲ ਬਣਦੀ ਨਹੀਂ ਨਾ। ਇੱਕ ਇਹ ਵੀ ਭੈਣ ਜਿਹੜੀ ਇਹਦੇ ਨਾਲ ਇੱਕ ਹੋਰ ਚੀਜ਼ ਜੁੜਦੀ ਆ ਵੀ ਜਿਵੇਂ 90s ਵਾਲੇ ਪੇਰੈਂਟਸ ਸੀਗੇ, ਜਿਵੇਂ ਹੁਣ ਮੇਰੇ ਫਾਦਰ ਪੰਜਾਬ ਪੁਲਿਸ ਸੀਗੇ ਅਤੇ ਉਹ ਬਹੁਤ ਚੀਜ਼ਾਂ ਮਤਲਬ ਆਪਣੀ ਫੀਲਡ 'ਚ ਬਹੁਤ ਵਧੀਆ ਸੀਗੇ ਉਹ। ਅਤੇ ਮੈਨੂੰ ਵੀ ਇਹੀ ਕੋਸ਼ਿਸ਼ ਹੁੰਦੀ ਆ ਵੀ ਆਈ ਵਾਂਟ ਟੂ ਬੀ, ਮਤਲਬ ਮੈਂ ਉੱਦਾਂ ਕੋਸ਼ਿਸ਼ ਕਰਦਾ ਵੀ ਮੈਂ ਜਿਹੜਾ ਵੀ ਕੰਮ ਕਰਾਂ, ਚਾਹੇ ਹੁਣ ਮੈਂ ਨਵਾਂ ਕੰਮ ਸ਼ੁਰੂ ਕੀਤਾ ਵੀ ਇਹਦੇ ਵਿੱਚ ਮੈਂ ਵਧੀਆ ਹੋਵਾਂ। ਅਤੇ ਇਹ ਜੇ ਪੇਰੈਂਟਸ ਨੂੰ ਦੇਖ ਕੇ, ਫਾਦਰ ਮਦਰ ਨੂੰ ਦੇਖ ਕੇ ਬੱਚਿਆਂ ਦੇ ਉੱਤੇ ਇੱਕ ਇੰਪਰੈਸ਼ਨ ਪੈਂਦਾ ਵਾ ਵੀ ਮੈਂ ਵੀ ਸ਼ਾਇਦ ਇਸ ਰਾਹ ਦੇ ਉੱਤੇ ਤੁਰਾਂ, ਕਿਉਂਕਿ ਇਹ ਉਹੀ ਬੰਦੇ ਨੂੰ ਪਹਿਲਾਂ ਦੇਖਦੇ ਆ ਵੀ ਸਾਰਾ ਕੁਝ ਦੇਖਦੇ ਆ, ਕਿਹੜੇ ਹਿਸਾਬ ਨਾਲ ਉਹ ਕੰਮ ਕਰਦੇ ਆ, ਕਿਹੜੇ ਹਿਸਾਬ ਨਾਲ ਉਹ ਮਤਲਬ ਗੱਲਬਾਤ ਕਰਦੇ ਆ, ਉਹਦਾ ਬਹੁਤ ਵੱਡਾ ਇੰਪਰੈਸ਼ਨ ਪੈਂਦਾ ਆਈ ਥਿੰਕ। ਡੈਫੀਨੇਟਲੀ ਪੈਂਦਾ। ਇੱਕ ਤਾਂ ਹੁੰਦਾ ਨਾ ਤੁਸੀਂ ਆਊਟਸਾਈਡ ਇੰਪਰੈਸ਼ਨ ਦੀ ਗੱਲ ਕਰ ਰਹੇ ਹੋ, ਪਰ ਕਈ ਵਾਰੀ ਹੁਣ ਮੈਂ ਇਸ ਚੀਜ਼ ਨੂੰ ਪੈਰੈਂਟਿੰਗ ਵਿੱਚ ਬਹੁਤ ਡਿਸਕਸ ਕਰਦੀ ਹਾਂ ਵੀ ਸਾਡੇ ਪੇਰੈਂਟਸ ਨੇ, ਜਿਵੇਂ ਤੁਹਾਡੇ ਪੇਰੈਂਟਸ ਨੇ, ਮੇਰੇ ਪੇਰੈਂਟਸ ਨੇ ਸਾਨੂੰ ਬਹੁਤ ਵਧੀਆ ਬਰੌਟ ਅਪ ਦਿੱਤੀ, ਪਰ ਕੁਛ ਐਸੀਆਂ ਗੱਲਾਂ ਸੀਗੀਆਂ ਕਿ ਜਿਹੜੀਆਂ ਉਹ ਨਹੀਂ ਸਿੱਖ ਪਾਏ ਕਿਉਂਕਿ ਉਹਨਾਂ ਨੇ ਸਿੱਖਿਆ ਨਹੀਂ ਆਪਣੇ ਪੇਰੈਂਟਸ ਤੋਂ, ਉਹਨਾਂ ਦਾ ਕਸੂਰ ਨਹੀਂ ਸੀਗਾ, ਹੈ ਨਾ। ਅਤੇ ਹੁਣ ਜਿੱਦਾਂ ਆਪਾਂ ਅੱਗੋਂ ਜਨਰੇਸ਼ਨਸ 'ਚ ਜਾਈ ਜਾਂਦੇ ਹਾਂ, ਸਾਨੂੰ ਉਹ ਗੈਪਸ ਦੇਖਣੇ ਪੈਣਗੇ ਕਿ ਆਹ ਗੈਪ ਸੀ, ਆਹ ਚੀਜ਼ ਮੈਂ ਨਹੀਂ ਸਿੱਖੀ, ਆਹ ਵੀ ਗੈਪ ਸੀ, ਆਹ ਚੀਜ਼ ਮੈਂ ਨਹੀਂ ਸਿੱਖੀ। ਇਸ ਕਰਕੇ ਨਹੀਂ ਕਿ ਮੇਰੇ ਪੇਰੈਂਟਸ ਮਾੜੇ ਸੀ, ਇਸ ਕਰਕੇ ਕਿ ਜੋ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਮੈਨੂੰ ਸਿਖਾਤਾ।
ਇਨਫੋਰਮੇਸ਼ਨ ਦੇਤੀ। ਹੁਣ ਜਿਹੜੇ ਗੈਪ ਆ ਉਹ ਮੈਂ ਫਿਲ ਕਰਨੇ ਆ, ਕਿਉਂਕਿ ਜੇ ਮੈਂ ਨਾ ਫਿਲ ਕੀਤੇ ਤਾਂ ਮੈਂ ਆਪਣੇ ਬੱਚਿਆਂ ਨੂੰ ਉਹ ਗਿਫਟ ਦੇ ਨਹੀਂ ਪਾਣੇ। ਜੀ। ਤੇ ਫਿਰ ਇਹੀ ਜਰਨੀ ਆ ਸਾਡੇ ਬੱਚਿਆਂ ਦੀ ਵੀ ਅੱਗੋਂ, ਕਿਉਂਕਿ ਜਿੱਦਾਂ ਸਾਰੀ ਨੌਲੇਜ ਐਕਸਪੋਨੈਂਸ਼ਲੀ ਵੱਧ ਰਹੀ ਹੈ, ਉੱਦਾਂ ਕੁਝ ਚੀਜ਼ਾਂ ਹੁਣ ਜਿਵੇਂ ਆਹ ਚੀਜ਼ਾਂ ਦਾ ਐਕਸੈਸ ਪਹਿਲਾਂ ਕਿੱਥੇ ਪੈਰੈਂਟਸ ਬਿਠਾ ਕੇ ਕੁਝ ਅੱਛੀਆਂ ਫੈਮਲੀਜ਼ ਦੇ ਵਿੱਚ ਸਿਆਣੀਆਂ ਗੱਲਾਂ ਕਰਕੇ ਪੈਰੈਂਟਸ ਸਮਝਾਉਂਦੇ ਸੀ, ਪਰ ਈਵਨ ਆਪਣੇ ਇੰਡੀਅਨ ਸਿਸਟਮ 'ਚ ਤਾਂ ਤੁਹਾਨੂੰ ਹਾਲੇ ਤੱਕ ਵੀ ਪਤਾ ਹੀ ਹੈ, ਬੱਚਿਆਂ ਨੂੰ ਮਤਲਬ ਲੱਭ ਕੇ ਚੰਗਾ ਰਿਸ਼ਤਾ ਲੱਭ ਕੇ ਲੋਕੀ ਵਿਆਹ ਕਰ ਦਿੰਦੇ ਆ, ਅਤੇ ਫਿਰ ਉਹਨਾਂ ਨੂੰ ਬੇਸਿਕਲੀ ਅਨਨੋਨ ਟੈਰੀਟਰੀ ਦੇ ਵਿੱਚ ਵਾੜ ਕੇ ਕਹਿੰਦੇ ਵੀ ਹੁਣ ਜਸਟ ਤੂੰ ਦੇਖ ਹੈ ਨਾ। ਐਂਡ ਆਈ ਥਿੰਕ ਇਟਸ ਐਬਸੋਲਿਊਟਲੀ ਰੋਂਗ ਕਿ ਬੱਚਿਆਂ ਨੂੰ ਇਹ ਐਜੂਕੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਰਿਸ਼ਤੇ ਜੀਏ ਕਿੱਦਾਂ ਜਾਂਦੇ ਆ, ਰਿਸ਼ਤੇ ਨਿਭਾਏ ਕਿੱਦਾਂ ਜਾਂਦੇ ਆ, ਪੇਸ਼ੈਂਸ ਕਿਹੜੀ ਚਿੜੀ ਦਾ ਨਾਂ ਹੈ ਵੀ, ਰੈਜ਼ੀਲੀਅੰਸ ਕਿਹਨੂੰ ਕਹਿੰਦੇ ਆ, ਹੈ ਨਾ, ਗੱਲ ਕਿੱਦਾਂ ਸਹਿ ਲਈ ਦੀ ਹੁੰਦੀ ਹੈ ਕਿਸੇ ਦੀ, ਜਾਂ ਕਿਸ ਤਰ੍ਹਾਂ ਚੀਜ਼ਾਂ ਨੂੰ ਜੋੜ ਲਈਦਾ ਹੁੰਦਾ ਜੀ ਤੋੜਨ ਦੀ ਬਜਾਏ। ਸੋ ਇਹ ਸਾਰੀਆਂ ਚੀਜ਼ਾਂ ਹੁਣ ਸਾਇੰਟੀਫਿਕਲੀ ਸਾਈਕੋਲੋਜੀਕਲੀ ਬਹੁਤ ਜ਼ਿਆਦਾ ਅਵੇਲੇਬਲ ਹੈ। ਇੱਕ ਹੋਰ ਬਹੁਤ ਸਾਰਾ ਅੱਛੀ ਇਨਫੋਰਮੇਸ਼ਨ ਮੈਂ ਦੇਣਾ ਚਾਹੁੰਦੀ ਹਾਂ ਇੱਥੇ। ਮੈਂ ਆਪਣੇ ਪ੍ਰੋਗਰਾਮ ਦਾ ਤਾਂ ਦੱਸ ਹੀ ਰਹੀ ਹਾਂ ਕਿਉਂਕਿ ਮੇਰੀ ਇਹ ਪੈਸ਼ਨ ਹੈ। ਆਸਟ੍ਰੇਲੀਅਨ ਗਵਰਨਮੈਂਟ ਵੱਲੋਂ ਇੱਕ PPP ਪ੍ਰੋਗਰਾਮ ਹੈਗਾ ਜਿਹਨੂੰ ਕਹਿੰਦੇ ਆ ਪੋਜ਼ੀਟਿਵ ਪੈਰੈਂਟਿੰਗ ਪ੍ਰੋਗਰਾਮ ਜੀ, ਆਨਲਾਈਨ ਹੈਗਾ ਐਂਡ ਇਟ ਇਜ਼ ਕੰਪਲੀਟਲੀ ਫ੍ਰੀ। ਓਕੇ। ਐਂਡ ਇਟ ਇਜ਼ ਵੈਰੀ ਵੈਰੀ ਗੁੱਡ। ਉਹਦੇ 'ਚ ਮੇਰਾ ਕੋਈ ਸੈਲਫਿਸ਼ ਮੋਟਿਵ ਨਹੀਂ ਹੈਗਾ ਬਿਲਕੁਲ ਵੀ, ਪਰ ਮੈਂ ਚਾਹੁੰਦੀ ਹਾਂ ਕਿ ਜੇ ਤੁਸੀਂ ਕੁਛ ਵੀ ਨਹੀਂ ਕਰ ਸਕਦੇ ਤਾਂ ਉਹ ਤਾਂ ਕਰੋ ਪਲੀਜ਼। ਮੇਰੇ ਬੱਚੇ ਹੁਣ ਵੱਡੇ ਆ, ਮੇਰੇ ਬੱਚੇ ਮਤਲਬ ਐਡਲਟਸ ਹੈਗੇ ਹੁਣ। ਮੇਰਾ ਬੇਟਾ ਜਦੋਂ ਬੌਰਨ ਹੋਇਆ ਸੀ, ਹੀ ਇਜ਼ 26 ਨਾਓ, ਮੈਂ ਉਹ ਪ੍ਰੋਗਰਾਮ ਕੀਤਾ ਸੀ ਉਦੋਂ। ਉਸ ਟਾਈਮ 'ਤੇ ਉਹ ਫੇਸ ਟੂ ਫੇਸ ਹੁੰਦਾ ਸੀ, ਅੱਜ ਕੱਲ੍ਹ ਉਹ ਆਨਲਾਈਨ ਆ। ਅਤੇ ਅਪ ਅੰਟਿਲ ਲਾਸਟ ਈਅਰ ਆਈ ਥਿੰਕ ਉਹਦਾ $500 ਚਾਰਜ ਕਰਦੇ ਸੀ, ਪਰ ਹੁਣ ਉਹ ਫ੍ਰੀ ਆ ਉਹ ਪ੍ਰੋਗਰਾਮ ਜੀ। ਅਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨੂੰ ਕਿ ਜੇ ਤੁਸੀਂ ਮੇਰੇ ਨਾਲ ਜੁੜ ਸਕਦੇ ਹੋ ਮੈਨੂੰ ਬਹੁਤ ਖੁਸ਼ੀ ਹੋਏਗੀ, ਪਰ ਮੇਰਾ ਮਕਸਦ ਇਹ ਨਹੀਂ ਹੈ ਕਿ ਤੁਸੀਂ ਮੇਰੇ ਨਾਲ ਜੁੜੋ, ਮੇਰਾ ਮਕਸਦ ਹੈ ਤੁਸੀਂ ਆਪਣੇ ਆਪ ਨਾਲ ਜੁੜੋ, ਵੈਲਿਊਏਬਲ ਕਮਿਊਨਿਟੀ ਹੋਵੇ, ਤੁਸੀਂ ਆਪਣੇ ਆਪ ਨਾਲ ਜੁੜੋ, ਨੌਲੇਜ ਵਧਾਓ ਆਪਣੀ। ਅਤੇ ਜੇ ਫਿਰ ਤੁਹਾਡੇ ਕੋਲ ਕੋਈ ਕੁਐਸਚਨ ਹੋਣ, ਤੁਸੀਂ ਮੈਨੂੰ ਪੁੱਛਣਾ ਚਾਹੁੰਦੇ ਹੋ ਜ਼ਰੂਰ ਪੁੱਛੋ, ਪਰ ਪਲੀਜ਼ ਇਸ ਗੱਲ ਦਾ ਆਪਣੇ ਆਪ ਨਾਲ ਪ੍ਰੋਮਿਸ ਕਰੋ ਕਿ ਤੁਸੀਂ ਗਰੋ ਕਰੋ, ਵੀ ਮੈਂ ਗਰੋ ਕਰਨਾ ਆ। ਇਟਸ ਲਾਈਕ ਜਿਵੇਂ ਤੁਸੀਂ ਕਿਸੇ ਦੇ ਬਰਥਡੇ 'ਤੇ ਜਾਣਾ ਹੋਵੇ ਹੈ ਨਾ, ਅਤੇ ਤੁਸੀਂ ਗਿਫਟ ਦੇਣਾ ਹੋਵੇ ਤਾਂ ਤੁਹਾਨੂੰ ਪਹਿਲਾਂ ਖਰੀਦਣਾ ਪੈਂਦਾ ਆ, ਤੁਸੀਂ ਉੱਦਾਂ ਨਹੀਂ ਦੇ ਸਕਦੇ ਨਾ। ਇਸੇ ਤਰ੍ਹਾਂ ਜਿਹੜੇ ਬੱਚਿਆਂ ਨੂੰ ਆ ਵਰਚੁਅਲ ਗਿਫਟ ਦੇਣੇ ਆ ਨਾ ਆਪਾਂ, ਸਿਆਣਪ ਦੇ ਜਾਂ ਕਿੱਦਾਂ ਤੁਸੀਂ ਆਪਣੇ ਰਿਸ਼ਤਿਆਂ ਨੂੰ ਨਿਭਾਉਣਾ, ਇਹ ਗਿਫਟ ਦੇਣ ਲਈ ਪਹਿਲਾਂ ਖਰੀਦਣੇ ਪੈਣੇ ਆ ਜੀ, ਪਹਿਲਾਂ ਹੋਣਾ ਚਾਹੀਦਾ ਨਾ। ਹੁਣ ਜਿਵੇਂ ਮੈਨੂੰ ਹੀ ਨਾ ਪਤਾ ਹੋਵੇ ਰਿਸ਼ਤੇ ਨਾਲ ਕਿਵੇਂ ਨੇ ਬਣਾਇਆ, ਅਤੇ ਮੈਂ ਆਪਣੇ ਬੱਚੇ ਨੂੰ ਕਿੱਦਾਂ ਸਮਝਾ ਸਕਦੀ ਹਾਂ। ਸੋ ਇਹਨੂੰ ਆਪਾਂ ਕੋਚਿੰਗ ਵਿੱਚ ਮਾਡਲਿੰਗ ਕਹਿ ਦਿੰਦੇ ਹਾਂ ਜੀ। ਆਪਾਂ ਮਾਡਲ ਕਰਨੇ ਆ ਸਾਰੇ ਬਿਹੇਵੀਅਰਸ ਨਾ, ਅਤੇ ਜਦੋਂ ਆਪਾਂ ਮਾਡਲ ਕਰਾਂਗੇ ਤਾਂ ਆਪਣੇ ਬੱਚੇ ਤਾਂ ਮਾਡਲ ਕਰਨਗੇ ਹੀ ਕਰਨਗੇ ਜੀ। ਬਹੁਤ ਵਧੀਆ ਭੈਣ ਜੀ। ਅਤੇ ਸੋ ਸਾਰੇ ਜੁੜ ਸਕਦੇ ਹੋ ਮੇਰੇ ਨਾਲ, ਅਤੇ ਆਪਾਂ ਹੋਰ ਵੱਧ ਤੋਂ ਵੱਧ ਇਨਫੋਰਮੇਸ਼ਨ ਵੀ ਪ੍ਰੋਵਾਈਡ ਕਰਾਂਗੇ। ਅਤੇ ਮੈਨੂੰ ਬਹੁਤ ਖੁਸ਼ੀ ਹੋਏਗੀ, ਬਹੁਤ ਜ਼ਿਆਦਾ ਖੁਸ਼ੀ ਹੋਏਗੀ ਕਿ ਆਪਾਂ ਇੱਕ ਨਾ ਜਿਵੇਂ ਵਿਨਰਸ ਦਾ ਇੱਕ ਬੋਰਡ ਬਣਾ ਸਕੀਏ, ਉੱਤੇ ਆਪਾਂ ਲਿਖ ਸਕੀਏ ਕਿ ਆਹ ਦੇ ਇਹ ਵਾਲੇ ਪੇਰੈਂਟਸ ਆ ਵਿਨਰ ਪੇਰੈਂਟ ਹੈਗੇ ਆ, ਵੀ ਇਹਨਾਂ ਨੇ ਸਟੈਪ ਅਪ ਕੀਤਾ ਆਪਣੇ ਆਪ ਨੂੰ ਨਾ। ਅਤੇ ਪਲੀਜ਼ ਆਪਣੇ ਬੱਚਿਆਂ ਨੂੰ ਆਪਣੇ ਆਪ ਨੂੰ ਗਾਈਡ ਕਰੋ, ਆਪਣੇ ਬੱਚਿਆਂ ਨੂੰ ਗਾਈਡ ਕਰੋ। ਅਤੇ ਇੱਕ ਹੋਰ ਚੀਜ਼ ਮੈਂ ਕਹਿਣਾ ਚਾਹੁੰਦੀ ਸੀ, ਅਪ ਅੰਟਿਲ ਨਾਓ ਲਾਈਕ 2 ਮਹੀਨੇ ਪਹਿਲਾਂ ਤੱਕ ਜਦੋਂ ਮੇਰੇ ਕੋਲ ਕੋਈ ਪੇਰੈਂਟ ਆਉਂਦਾ ਸੀ ਆਪਣਾ ਬੱਚਾ ਲੈ ਕੇ, ਤਾਂ ਮੈਂ ਕਦੀ ਵੀ ਨਹੀਂ ਐਗਰੀ ਕਰਦੀ ਸੀ ਕਿ ਮੈਂ ਤੁਹਾਡੇ ਬੱਚੇ ਨਾਲ ਕੰਮ ਕਰੂੰਗੀ ਜੇ ਤੁਸੀਂ ਮੇਰੇ ਨਾਲ ਕੰਮ ਨਹੀਂ ਕਰੋਗੇ ਤਾਂ ਹੁਣ ਮੈਂ ਇੱਕ ਹੋਰ ਸਟੈਪ ਅੱਗੇ ਚਲੀ ਗਈ ਹਾਂ ਕਿ ਹੁਣ ਮੈਂ ਕਹਿੰਦੀ ਕਿ ਤੁਹਾਡੇ ਬੱਚੇ ਨਾਲ ਤਾਂ ਕੰਮ ਕਰਨ ਦੀ ਲੋੜ ਹੀ ਨਹੀਂ, ਬਸ ਤੁਹਾਡੇ ਨਾਲ ਹੀ ਕੰਮ ਕਰਨਾ। ਮੈਂ ਸਿਰਫ ਤੁਹਾਡੇ ਨਾਲ ਕੰਮ ਕਰਨਾ ਅਤੇ ਤੁਹਾਡੇ ਬੱਚੇ ਨਾਲ ਸਾਰੀ ਦੁਨੀਆ ਬਦਲ ਜਾਣੀ ਹੈ। ਓਕੇ। ਮੈਨੂੰ ਲੱਗਦਾ ਕਿ ਮੈਨੂੰ ਬਹੁਤ ਦੇਰ ਪਹਿਲਾਂ ਇਹ ਕਹਿ ਦੇਣਾ ਚਾਹੀਦਾ ਸੀ, ਪਰ ਜਿਸ ਤਰ੍ਹਾਂ ਜਿਵੇਂ ਤੁਸੀਂ ਕਹਿ ਰਹੇ ਹੋ, ਜਿਸ ਤਰ੍ਹਾਂ ਮੈਂ ਗਰੋ ਕਰ ਰਹੀ ਹਾਂ, ਉਸ ਤਰ੍ਹਾਂ ਮੇਰੇ ਵਿਚਾਰ ਗਰੋ ਕਰ ਰਹੇ ਆ। ਅਤੇ ਹੁਣ ਮੈਂ ਇਸ ਨਤੀਜੇ 'ਤੇ ਪਹੁੰਚੀ ਹਾਂ ਕਿ ਜਿਹੜਾ ਪੈਰੈਂਟ ਸੌਟ ਹੋ ਗਿਆ ਉਹਦੇ ਬੱਚੇ ਆਪਣੇ ਆਪ ਸੌਟ ਹੋ ਗਏ। ਬੱਚਾ ਤਾਂ ਆਪਣੇ ਆਪ ਸੌਟ ਹੋ ਗਿਆ ਜੀ। ਸਹੀ ਗੱਲ ਭੈਣ। ਸੋ ਅਤੇ ਕੋਈ ਹੋਰ ਜਾਣਕਾਰੀ ਤੁਸੀਂ ਜੇ ਕੋਈ ਸਪੈਸੀਫਿਕ ਕੁਐਸਚਨ IFS ਬਾਰੇ ਪੁੱਛਣਾ ਚਾਹੁੰਦੇ ਹੋ ਤਾਂ ਪੁੱਛ ਸਕਦੇ ਹੋ। ਨਹੀਂ, ਮੇਰੇ ਵੈਸੇ ਇਹੀ ਸੀਗਾ ਜ਼ਿਆਦਾਤਰ ਆਪਣਾ। ਹਾਂ, ਜਾਂ ਮੈਂ ਜਿਹੜਾ ਆਪਣੇ ਗਰੁੱਪ ਦੀ ਗੱਲ ਕੀਤੀ ਹੈ ਕਿ ਮੈਂ ਇੱਕ ਗਰੁੱਪ ਪ੍ਰੋਗਰਾਮ ਲਾਂਚ ਕੀਤਾ, ਉਹ ਡਿਸਕ੍ਰਿਪਸ਼ਨ ਵਗੈਰਾ ਦੇ ਵਿੱਚ ਹਾਂਜੀ ਤੁਸੀਂ ਪਾ ਦੇਣਾ। ਅਤੇ ਜਿੰਨੇ ਲੋਕ ਮੇਰੇ ਨਾਲ ਜੁੜਨਗੇ ਜ਼ਿਆਦਾ ਤੋਂ ਜ਼ਿਆਦਾ, ਓਨਾ ਜ਼ਿਆਦਾ ਬੈਨੀਫਿਟ ਹੋਏਗਾ ਕਮਿਊਨਿਟੀ ਨੂੰ ਵੀ, ਅਤੇ ਓਨਾ ਜ਼ਿਆਦਾ ਮੈਨੂੰ ਵੀ ਹੌਸਲਾ ਅਫਜ਼ਾਈ ਮਿਲੇਗੀ ਕਿ ਕਿਉਂਕਿ ਮੈਂ ਡਿਟਰਮਿੰਡ ਹਾਂ ਜੀ। ਔਰ ਮੈਂ ਅੱਜ ਇੱਥੇ ਇਸ ਪ੍ਰੋਗਰਾਮ ਦੇ ਵਿੱਚ ਕਹਿ ਰਹੀ ਹਾਂ ਕਿ ਮੇਰਾ ਇਹ ਡਰੀਮ ਹੈ ਕਿ ਮੈਂ ਇੱਕ ਰੀਜ਼ਨ ਹੈ ਜੀ, ਮੈਂ ਓਬਵੀਅਸਲੀ ਐਜ਼ ਏ ਪ੍ਰੋਫੈਸ਼ਨ ਇਹਨੂੰ ਰਨ ਕਰਦੀ ਹਾਂ ਅਤੇ ਚਾਰਜ ਵੀ ਕਰਦੀ ਹਾਂ। ਮੈਂ $1 ਮਿਲੀਅਨ ਰੇਜ਼ ਕਰਨਾ ਜੀ। ਹਾਂਜੀ। ਅਤੇ ਉਹ $1 ਮਿਲੀਅਨ ਮੈਂ ਆਪਣੀ ਕਮਿਊਨਿਟੀ 'ਤੇ ਲਗਾਉਣਾ ਚਾਹੁੰਦੀ ਹਾਂ। ਬਹੁਤ ਵਧੀਆ ਭੈਣ, ਬਹੁਤ ਵਧੀਆ ਜੀ। ਜੀ ਅਸੀਂ ਮਤਲਬ ਤੁਹਾਡੇ ਨਾਲ ਆ ਇਸ ਚੀਜ਼ ਦੇ ਵਿੱਚ,
ਕਿਉਂਕਿ ਸਾਡੇ ਵੀ ਕੋਸ਼ਿਸ਼ ਇੱਦਾਂ ਹੀ ਆ ਵੀ ਕੁਛ ਨਾ ਕੁਛ ਕਮਿਊਨਿਟੀ ਵਾਸਤੇ ਵੈਲੂਏਬਲ ਇਨਫੋਰਮੇਸ਼ਨ ਮਤਲਬ ਪਹੁੰਚਾਈ ਜਾਵੇ। ਹਾਂਜੀ ਅਤੇ ਇਹੀ ਰੀਜ਼ਨ ਆ ਪੋਡਕਾਸਟਿੰਗ ਦਾ, ਅਖਬਾਰ ਦਾ, ਜੋ ਵੀ ਸਾਰਾ ਕੁਛ ਅਸੀਂ ਕਰ ਰਹੇ ਹਾਂ। ਅਤੇ ਭੈਣ ਤੁਹਾਨੂੰ ਕੰਟੈਕਟ ਕਿੱਦਾਂ ਕਰ ਸਕਣ ਭੈਣ ਭਰਾ ਜਾਂ ਕੋਈ ਪੇਰੈਂਟਸ ਨੇ ਤੁਹਾਨੂੰ ਕੰਟੈਕਟ ਕਰਨਾ ਜੇ ਹੋਵੇ? ਤੁਸੀਂ ਮੈਨੂੰ ਕੰਟੈਕਟ ਕਰਨਾ ਹੋਵੇ ਜੀ, ਮੇਰਾ ਫੇਸਬੁੱਕ ਗਰੁੱਪ ਵੀ ਹੈਗਾ ਪ੍ਰੋਐਕਟਿਵ ਪੈਰੈਂਟਿੰਗ, ਜੀ। ਅਤੇ ਤੁਸੀਂ ਫੇਸਬੁੱਕ ਮੈਸੇਂਜਰ ਦੇ ਥਰੂ ਵੀ ਕਰ ਸਕਦੇ ਹੋ, ਅਤੇ ਮੈਂ ਆਪਣਾ ਫ਼ੋਨ ਨੰਬਰ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਵੀ ਦੱਸ ਦਿੰਦੀ ਹਾਂ। ਜੀ ਜੀ ਸ਼ੋਰ ਸ਼ੋਰ। ਹਾਂਜੀ, ਮੇਰਾ ਹੈਗਾ ਜੀ 0432373993। ਜੀ ਥੈਂਕ ਯੂ ਮੇਰਾ ਭੈਣ। phone। ਅਤੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਤੁਹਾਡੀਆਂ ਕੰਟੈਕਟ ਡਿਟੇਲਸ ਹੋਣਗੀਆਂ। ਬਹੁਤ ਵਧੀਆ ਜਾਣਕਾਰੀ ਤੁਸੀਂ ਸ਼ੇਅਰ ਕੀਤੀ। ਮੇਰੀ ਕੋਸ਼ਿਸ਼ ਹੋਊਗੀ ਆਪਾਂ ਹੋਰ ਐਪੀਸੋਡ ਕਰੀਏ, ਸਪੈਸੀਫਿਕਲੀ ਇੱਕ ਡਾਵੋਸ ਦੇ ਉੱਤੇ ਐਪੀਸੋਡ ਕਰੀਏ, ਇੱਕ ਮਤਲਬ ਪੇਰੈਂਟਿੰਗ ਦੇ ਉੱਤੇ ਕਈ ਐਪੀਸੋਡ ਹੋ ਸਕਦੇ ਆ, ਅਤੇ ਅਲੱਗ-ਅਲੱਗ ਟੋਪਿਕਸ ਦੇ ਉੱਤੇ ਐਪੀਸੋਡ ਕਰੀਏ। ਹੁਣ ਤੁਹਾਡਾ ਇਹ ਹੈ ਵੀ ਤੁਸੀਂ ਥੋੜ੍ਹਾ ਟਾਈਮ ਹੋਰ ਕੱਢੋ ਸਾਡੇ ਵਾਸਤੇ। ਤੁਸੀਂ ਦੱਸੋ ਤੁਹਾਡੀ ਆਪਣੀ ਅੰਡਰਸਟੈਂਡਿੰਗ ਕਿੱਦਾਂ ਦੀ ਰਹੀ IFS ਮਾਡਲ ਬਾਰੇ? ਜੀ ਬਹੁਤ ਵਧੀਆ। ਇਹ ਇੱਕ ਅਲੱਗ ਕੰਸੈਪਟ ਆ, ਮਤਲਬ ਚੀਜ਼ਾਂ ਨੂੰ ਦੇਖਣ ਦਾ, ਚੀਜ਼ਾਂ ਨੂੰ ਸਮਝਣ ਦਾ। ਅਤੇ ਕੁਛ ਚੀਜ਼ਾਂ ਮੈਨੂੰ ਸੀਗਾ, ਕੁਛ ਨਾ ਕੁਛ ਆਈਡੀਆ ਸੀਗਾ, ਪਰ ਇਹ ਆਪਾਂ ਸਾਹਮਣੇ ਵਾਲੇ ਬੰਦੇ ਨੂੰ ਉਹਦੇ ਹਿਸਾਬ ਨਾਲ ਉਹਦੀ ਦੁਨੀਆ ਦੇ ਵਿੱਚ ਜਾ ਕੇ ਆਪਾਂ ਮਦਦ ਕਰਨੀ ਹੁੰਦੀ ਹੈ। ਦੈਟਸ ਦਾ ਕਰੈਕਟ ਵਰਡ। ਹਾਂਜੀ ਵੀ ਇਹ ਤਾਂ ਹੀ ਪੋਸੀਬਲ ਆ ਜੇ ਤੁਸੀਂ ਉਹਦੇ ਹਾਲਾਤ ਸਮਝ ਕੇ ਉਹਦੇ ਹਿਸਾਬ ਨਾਲ ਗੱਲ ਕਰੋਗੇ, ਫਿਰ ਚੀਜ਼ਾਂ ਸ਼ਾਇਦ ਤੁਹਾਡੀ ਬੌਂਡਿੰਗ ਸਟਰੋਂਗ ਹੋ ਜੂ। ਪਰ ਜੇ ਮੈਂ ਕੁਛ ਹੋਰ ਕਹਿ ਰਿਹਾ, ਸਾਹਮਣੇ ਵਾਲੇ ਬੰਦੇ ਦੇ ਦਿਮਾਗ 'ਚ ਕੁਛ ਹੋਰ ਚੱਲ ਰਿਹਾ, ਜਾਂ ਆਪਣੇ ਅੰਦਰ ਦੀ ਵੀ ਗੱਲ ਕਰਾਂ, ਅਤੇ ਫਿਰ ਪੋਸੀਬਲ ਨਹੀਂ ਹੈਗਾ ਇਹ। ਨਹੀਂ ਹੈ, ਬਿਲਕੁਲ ਠੀਕ ਹੈ ਜੀ। ਸ਼ੋਰ। ਥੈਂਕ ਯੂ ਵੈਰੀ ਮਚ ਭੈਣ। ਸਤਿ ਸ਼੍ਰੀ ਅਕਾਲ ਜੀ।